Hello, dear aspirants. I welcome you all in this beautiful platform of Burma Academy. So, as you all know, ਆਪਣੇ ਇਸ ਪਲੇਟਫਾਰਮ ਦੇ ਉੱਤੇ ਆਪਾਂ ਜਿਹੜਾ ਇੰਗਲਿਸ਼ ਦਾ ਟੌਪਿਕ ਸਟਾਰਟ ਕੀਤਾ ਜਿਹਦੇ ਵਿੱਚ ਆਪਾਂ ਜਿਹੜਾ ਹੈਗਾ ਆਪਣੇ ਇੰਗਲਿਸ਼ ਦੇ ਗ੍ਰਾਮਰ ਪੋਰਸ਼ਨ ਦੇ ਕੁਝ ਕਨਸੈਪਟ ਹੈ ਉਹ ਸਿੱਖਦੇ ਹਾਂ ਤਾਂ ਆਈ ਹੋਪ ਤੁਸੀਂ ਜਿਹੜਾ ਹੈ ਕਲਾਸਾਂ ਨੂੰ ਚੰਗੇ ਤਰੀਕੇ ਨਾਲ ਅਟੈਂਡ ਕਰ ਰਹੇ ਹੋਵੋਗੇ ਤੇ ਤੁਹਾਡੇ ਜਿਹੜੇ ਹੈਗਾ ਨਾਉਨ ਤੇ ਪ੍ਰਨਾਉਨ ਦਾ ਟੌਪਿਕ ਆਪਾਂ ਡਿਸਕਸ ਕਰ ਚੁੱਕੇ ਹਾਂ ਗ੍ਰਾਮਰ ਪੋਰਸ਼ਨ ਦੇ ਵਿੱਚ ਨਾਉਨ ਤੇ ਨਾਉਨ ਆਪਾਂ ਕਵਰ ਕਰ ਚੁੱਕੇ ਹਾਂ ਉਹਦੇ ਨਾਲ ਰਿਲੇਟਡ ਜਿੰਨੇ ਵੀ ਕਨਸੈਪਟਸ ਆਪਾਂ ਡਿਸਕਸ ਕੀਤੇ ਸੀ ਇਸ ਤੋਂ ਬਾਅਦ ਤੁਹਾਡਾ ਜਿਹੜਾ ਥਰਡ ਟੌਪਿਕ ਆਪਾਂ ਸਟਾਰਟ ਕੀਤਾ ਸੀ ਰੈਗੂਲਰ ਆਬਜੈਕਟਿਵ ਐਗਜ਼ੈਕਟਿਵ ਹੈ ਜਿਹੜੇ ਆਪਾਂ ਸਟਾਰਟ ਕੀਤੇ ਸੀ ਜਿਹਦੇ ਵਿੱਚ ਆਪਣੀਆਂ ਦੋ ਕਲਾਸਿਸ ਹੈ ਜਿਹੜੀਆਂ ਆਪਾਂ ਪਿੱਛੇ ਕਰ ਚੁੱਕੇ ਹਾਂ ਤੇ ਅੱਜ ਸਾਡੀ ਐਗਜ਼ੈਕਟਿਵ ਦੀ ਥਰਡ ਕਲਾਸ ਹੈ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੋ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਨ੍ਹਾਂ ਨੇ ਵੀ ਲਾਈਕ ਜਾਂ ਸ਼ੇਅਰ ਨਹੀਂ ਕੀਤਾ ਤਾਂ ਪਲੀਜ਼ ਉਹ ਵੀ ਆ ਜਿਹੜਾ ਆਪਣਾ ਕਰ ਲੈਣਾ ਤੇ ਥਰਡ ਚੀਜ਼ ਜਿਹੜੀ ਤੁਸੀਂ ਨੋਟ ਕਰਨੀ ਹੈ ਉਹ ਹੈ ਜੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਜਿਵੇਂ ਵੀ ਆਪਣੀ ਤੁਹਾਡੀ ਨਵੀਂ ਕਲਾਸ ਅਪਲੋਡ ਹੁੰਦੀ ਹੈ ਤਾਂ ਉਹ ਤੁਹਾਡੇ ਕੋਲ ਅਪਡੇਟ ਪਹੁੰਚੇ ਤੇ ਤੁਸੀਂ ਕਲਾਸ ਨੂੰ ਟਾਈਮ ਸਿਰ ਅਟੈਂਡ ਕਰ ਲਓ ਆਪਣੇ ਕਨਸੈਪਟ ਜਾਂ ਫਿਰ ਡਾਊਟ ਹੋਣਗੇ ਜਿਹੜੇ ਉਹ ਕਲੀਅਰ ਕਰ ਸਕੋ ਤਾਂ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪਿਛਲੀਆਂ ਦੋ ਕਲਾਸਿਸ ਦੇ ਵਿੱਚ ਐਡਜੈਕਟਿਵ ਨਾਲ ਰਿਲੇਟਡ ਕੁਝ ਇੰਪੋਰਟੈਂਟ ਟੌਪਿਕ ਸੀ ਜਿਹੜੇ ਆਪਾਂ ਡਿਸਕਸ ਕੀਤੇ ਸੀ ਜੋ ਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ View ਤੋਂ ਜਿਹੜੇ ਇੰਪੋਰਟੈਂਟ ਨੇ ਅੱਜ ਦੀ ਕਲਾਸ ਵਿੱਚ ਵੀ ਆਪਾਂ ਜਿਹੜੇ ਕੁਝ ਬੇਸਿਕ ਕਨਸੈਪਟ ਨੇ ਐਡਜੈਕਟਿਵ ਨਾਲ ਰਿਲੇਟਡ ਉਹਨਾਂ ਨੂੰ ਡਿਸਕਸ ਕਰਨਾ ਹੈ ਬਹੁਤ ਈਜ਼ੀ ਕਨਸੈਪਟ ਨੇ ਬਟ ਥੋੜਾ ਜਿਹਾ ਉਹੀ ਸੇਮ ਚੀਜ਼ ਧਿਆਨ ਰੱਖਣ ਦੀ ਲੋੜ ਹੈ ਕਿ ਕਿੱਥੇ ਆਪਾਂ ਜਿਹੜਾ ਟੌਪਿਕ ਉਹ ਅਪਲਾਈ ਕਰਾਂਗੇ ਹਾਂਜੀ ਤਾਂ ਫਰਸਟ ਟੌਪਿਕ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਦੈਟ ਇਜ਼ ਰਿਲੇਟਡ ਟੂ ਨਿਊਮਰਲ ਤਾਂ ਹੁਣ ਨਿਊਮਰਲਸ ਹੁੰਦੇ ਕੀ ਆ ਤਾਂ ਤੁਸੀਂ ਗੌਰ ਸੁਣਿਆ ਹੋਣਾ ਨੰਬਰਸ ਤਾਂ ਨੰਬਰਸ ਕਿਵੇਂ ਲਿਖਦੇ ਆਪਾਂ 1 2 3 4 5 6 ਇਸ ਤਰੀਕੇ ਨਾਲ ਸੈਕਿੰਡ ਆਪਾਂ ਯੂਜ਼ ਕਰ ਲੈਂਦੇ ਹਾਂ ਵਰਡ ਫਰਸਟ ਸੈਕਿੰਡ ਥਰਡ ਲਾਸਟ ਇਹ ਵਾਲੇ ਤਾਂ ਹੁਣ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਵੀ ਦੋ ਤਰੀਕਿਆਂ ਨਾਲ ਡਿਵਾਈਡ ਕੀਤਾ ਜਾਂਦਾ ਹੈ ਨਿਊਮਰਲਸ ਨੂੰ ਦੋ ਤਰੀਕਿਆਂ ਨਾਲ ਆ ਜਿਹੜਾ ਆਪਾਂ ਵੰਡ ਲੈਣੇ ਅੱਗੇ ਵਨ ਇਜ਼ ਕਾਲਡ ਕਾਰਡੀਨਲਸ ਐਂਡ ਦ ਸੈਕਿੰਡ ਇਜ਼ ਕਾਲਡ ਆਰਡੀਨਲਸ ਹਾਂਜੀ ਤਾਂ ਆਪਾਂ ਡਿਸਕਸ ਕਰਦੇ ਹਾਂ ਕਾਰਡੀਨਲਸ ਦੇ ਵਿੱਚ ਤੁਹਾਡੇ ਕੋਲ ਕਿਹੜੇ ਨੰਬਰ ਆਉਂਦੇ ਆ ਤੇ ਆਰਡੀਨਲਸ ਦੇ ਵਿੱਚ ਤੁਸੀਂ ਕਿਹਨਾਂ ਨੂੰ ਲਿਖਦੇ ਹੋ ਹਾਂਜੀ ਆਪਣੇ ਕੋਲ ਨੇ ਨਿਊਮਰਲਸ ਜਿਨ੍ਹਾਂ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ one is called cardinals and the second is called ordinals cardinals ਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਲਿਖ ਲੈਂਦੇ ਹੋ 1 2 3 4 ਆਪਣੀ ਜਿਹੜੀ ਵੀ ਕਾਊਂਟਿੰਗ ਹੈ ਆਪਾਂ ਲਿਖਦੇ ਹਾਂ ਅਪ ਟੂ ਸੋ ਤਾਂ ਹੁਣ ਇਹ ਕਾਰਡੀਨਲਸ ਨੇ 1 2 3 4 5 ਤਾਂ ਇਹ ਇਸ ਤਰੀਕੇ ਨਾਲ ਵੀ ਲਿਖੇ ਜਾ ਸਕਦੇ ਹੋ 1 2 3 ਤਾਂ ਇਵੇਂ ਜਿਹੜੇ ਤੁਹਾਡੇ ਕੋਲੇ ਇਹ ਵਾਲੇ ਵਰਡ ਦਿਖ ਰਹੇ ਆ ਇਹ ਲੈਟਰ ਦਿਖ ਰਹੇ ਆ 1 2 3 4 ਜਾਂ ਫਿਰ ਆਪਣੇ ਕੋਲੇ ਲਿਖੇ ਹੋਏ ਆ ਵਰਡਸ ਦੀ ਫਾਰਮ ਦੇ ਵਿੱਚ 1 2 3 ਤਾਂ ਇਹ ਸਾਰੇ ਕਿਹਨੇ ਤੁਹਾਡੇ ਕੋਲੇ ਕਾਰਡੀਨਲਸ ਨੇ ਤੇ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਕੋਲੇ ਆਰਡੀਨਲਸ ਹੁੰਦੇ ਆ ਉਹਦੇ ਵਿੱਚ ਆਪਣੇ ਕੋਲੇ ਆ ਜਾਂਦੇ ਆ ਫਰਸਟ ਸੈਕਿੰਡ ਥਰਡ ਫੋਰਥ ਆਪਾਂ ਇਹਨਾਂ ਨੂੰ ਵੀ ਯੂਜ਼ ਕਰਦੇ ਆ ਔਰ ਲਾਸਟ ਇਹਦੇ ਵਿੱਚ ਹੀ ਆ ਜਾਂਦਾ ਤੁਹਾਡੇ ਕੋਲੇ ਆਰਡੀਨਲਸ ਦੇ ਵਿੱਚ ਵਰਡ ਲਾਸਟ ਤਾਂ ਹੁਣ ਜੇ ਤੁਹਾਡੇ ਕੋਲ ਕਿਤੇ ਫਰਸਟ ਸੈਕਿੰਡ ਥਰਡ ਫੋਰਥ ਲਾਸਟ ਇਹ ਤਰੀਕੇ ਦੇ ਵਰਡ ਦਿਖ ਰਹੇ ਆ ਤਾਂ ਉਹ ਕਿਹੜੀ ਕੈਟਾਗਰੀ ਦੇ ਵਿੱਚ ਹੋਣਗੇ ਜਦੋਂ ਆਰਡੀਨਲਸ ਹੋਣਗੇ ਨਿਊਮਰਲ ਕੈਟਾਗਰੀ ਦੇ ਜਿਹੜਾ ਆਪਾਂ ਸੈਕਿੰਡ ਪਾਰਟ ਕੀਤਾ ਦੈਟ ਇਜ਼ ਆਰਡੀਨਲਸ ਉਹਦੇ ਨਾਲ ਰਿਲੇਟਡ ਹੋਣਗੇ ਤੁਹਾਡੇ ਵਰਡਸ ਫਰਸਟ ਸੈਕਿੰਡ ਥਰਡ ਫੋਰਥ ਐਂਡ ਜੇ ਤੁਹਾਡੇ ਕੋਲੇ ਦਿੱਤੇ ਹੋਏ ਵਰਡ ਹੈ 1 2 3 4 ਤਾਂ ਉਹ ਕੀ ਹੋਣਗੇ ਤੁਹਾਡੇ ਕੋਲੇ ਕਾਰਡੀਨਲਸ ਹੋਣਗੇ ਤਾਂ ਹੁਣ ਆਪਾਂ ਇਹ ਕਿਉਂ ਡਿਸਕਸ ਕੀਤੇ ਕਾਰਡੀਨਲਸ ਤੇ ਆਰਡੀਨਲਸ ਦਾ ਆਪਾਂ ਨੂੰ ਕੀ ਚੀਜ਼ ਆਪਾਂ ਨੂੰ ਕੀ ਚਾਹੀਦਾ ਹੈ ਇਹਨਾਂ ਦਾ ਆਪਾਂ ਕੀ ਕਰਨਾ ਤਾਂ ਹੁਣ ਇਹ ਦੇਖਦੇ ਆਪਾਂ ਕਨਸੈਪਟ ਤੋਂ ਹਾਂਜੀ ਤਾਂ ਬੇਸਿਕਲੀ ਜਿਹੜੇ ਆਪਾਂ ਕਾਰਡੀਨਲਸ ਯੂਜ਼ ਕਰਦੇ ਹਾਂ ਉਹਨਾਂ ਨੂੰ ਯੂਜ਼ ਕਰਦੇ ਹਾਂ ਹਾਊ ਮੈਨੀ ਆਪਾਂ ਯੂਜ਼ ਕਰਦੇ ਹਾਂ ਜਿਵੇਂ ਕਿੰਨੇ ਜਾਣੇ ਆ 1 2 3 4 ਤਾਂ ਇਹ ਵਾਲੀ ਤਰੀਕੇ ਨਾਲ ਆਪਾਂ ਜਿਹੜੇ ਵਰਡ ਯੂਜ਼ ਕਰ ਲੈਂਦੇ ਹਾਂ ਆਰਡੀਨਲਸ ਆਪਾਂ ਯੂਜ਼ ਕਰਦੇ ਹਾਂ ਫॉर ਕੁਐਸਚਨਿੰਗ ਵਿਚ ਵਨ ਤਾਂ ਕਿਹੜਾ ਵਾਲਾ ਆਪਾਂ ਜਾਂ ਸਿੰਪਲ ਲੈਸਨ ਤੋਂ ਕੋਈ ਰੈਂਕ ਦੇ ਵਾਸਤੇ ਯੂਜ਼ ਕਰ ਲਿਆ ਜਿਵੇਂ ਫਰਸਟ ਸੈਕਿੰਡ ਥਰਡ ਤਾਂ ਇਹ ਕੀ ਆ ਜਾਂਦੇ ਤੁਹਾਡੇ ਆਰਡੀਨਲਸ ਦੇ ਵਿੱਚ ਆ ਜਾਂਦੇ ਜੋ ਆਪਾਂ ਡਿਸਕਸ ਕੀਤੇ ਆ ਹਾਂਜੀ ਤਾਂ ਕਨਸੈਪਟ ਕੀ ਹੈ ਕਿ ਜਦੋਂ ਵੀ ਤੁਹਾਡੇ ਕੋਲੇ ਇਹ ਦੋਨਾਂ ਦਾ ਯੂਜ਼ ਕੀਤਾ ਜਾ ਰਿਹਾ ਫॉर ਸੈਂਟੈਂਸ ਦੇ ਵਿੱਚ ਆਰਡੀਨਲਸ ਤੇ ਕਾਰਡੀਨਲਸ ਨੂੰ ਯੂਜ਼ ਕੀਤਾ ਜਾ ਰਿਹਾ ਤਾਂ ਤੁਸੀਂ ਕੀ ਕਨਸੈਪਟ ਨੋਟ ਕਰੋਗੇ ਕਿ ਆਰਡੀਨਲਸ ਹੋਣਗੇ ਜਿਹੜੇ ਤੁਹਾਡੇ ਸੈਂਟੈਂਸ ਦੇ ਵਿੱਚ ਉਹ ਪਹਿਲਾਂ ਯੂਜ਼ ਕੀਤੇ ਜਾਣਗੇ ਤੇ ਜਿਹੜੇ ਤੁਹਾਡੇ ਕਾਰਡੀਨਲਸ ਹੋਣਗੇ ਉਹ ਬਾਅਦ ਦੇ ਵਿੱਚ ਆਣਗੇ ਆਰਡੀਨਲਸ ਪ੍ਰਸੀਡਸ ਕਾਰਡੀਨਲਸ ਆਰਡੀਨਲਸ ਹੁਣ ਆਪਾਂ ਕਿਹੜੇ ਕੀਤੇ ਆ ਫਰਸਟ ਸੈਕਿੰਡ ਥਰਡ ਜੇ ਤੁਹਾਡੇ ਕੋਲ ਇਹ ਵਾਲੇ ਵਰਡ ਦਿੱਤੇ ਪਏ ਆ ਤਾਂ ਤੁਸੀਂ ਇਹਨਾਂ ਨੂੰ ਪਹਿਲਾਂ ਲਿਖੋਗੇ ਸੈਂਟੈਂਸ ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜੇ ਤੁਹਾਡੇ ਕਾਰਡੀਨਲਸ ਦੈਟ ਇਜ਼ 1 2 3 ਇਹਨਾਂ ਦਾ ਯੂਜ਼ ਕੀਤਾ ਜਾਊਗਾ ਹੁਣ ਇਹੀ ਕਨਸੈਪਟ ਹੈ ਜਿਹੜਾ ਆਪਾਂ ਅਪਲਾਈ ਕਰਕੇ ਦੇਖਣਾ ਕੁਝ ਕੁਐਸਚਨ ਜਿਹੜੇ ਆਪਾਂ ਡਿਸਕਸ ਕਰਾਂਗੇ ਹਾਂਜੀ the first question as you can see on the screen first question ਕੀ ਕਹਿ ਰਿਹਾ the student couldn't answer the two last questions asked by the teacher and the part as in no error it means ਤੁਹਾਨੂੰ ਕੀ ਹੈ ਇਸ ਕੁਐਸਚਨ ਦੇ ਵਿੱਚ ਸਪੌਟ ਕਰਨਾ ਹੈ ਕਿ ਐਰਰ ਕਿਹੜੇ ਪਾਰਟ ਦੇ ਵਿੱਚ ਹੈ ਸੈਕੰਡ ਚੀਜ਼ ਜਿਹੜੀ ਤੁਸੀਂ ਕਰਨੀ ਹੈ ਤੇ ਐਰਰ ਨੂੰ ਕਰੈਕਟ ਕਰਨਾ ਹੈ ਹਾਂਜੀ ਤਾਂ ਆਪਾਂ ਜਿਹੜਾ ਡਿਸਕਸ ਕਰ ਹੀ ਰਹੇ ਹਾਂ ਕਿ ਆਪਣੇ ਕੋਲ ਐਰਰ ਸਪੌਟਿੰਗ ਦਾ ਪੋਰਸ਼ਨ ਵੀ ਆਪਾਂ ਡਿਸਕਸ ਕਰ ਲੈਣੇ ਆ ਪਲੱਸ ਐਰਰ ਕਰੈਕਸ਼ਨ ਹੈ ਜਿਹੜਾ ਆਪਣਾ ਉਹ ਵੀ ਆਪਾਂ ਇੱਥੇ ਕੁਐਸਚਨ ਦੇ ਵਿੱਚ ਡਿਸਕਸ ਕਰਨਾ ਹੈ ਹਾਂਜੀ ਤਾਂ ਹੁਣ ਤੁਹਾਡੇ ਕੋਲੇ ਚਾਰ ਪਾਰਟ ਨੇ ਤੁਸੀਂ ਚੈੱਕ ਕਰਨਾ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਜੇ ਤੁਹਾਨੂੰ ਕਿਸੇ ਪਾਰਟ ਦੇ ਵਿੱਚ ਐਰਰ ਨਹੀਂ ਮਿਲ ਰਹੀ ਤਾਂ ਤੁਸੀਂ ਡੀ ਪਾਰਟ ਆ ਜਿਹੜਾ ਈਜ਼ੀਲੀ ਟਿਕ ਕਰ ਦੋਗੇ ਕਿ ਕੋਈ ਐਰਰ ਨਹੀਂ ਹੈ ਤਾਂ ਹੁਣ ਚੈੱਕ ਕਰੋ ਆਪਾਂ ਪਿੱਛੇ ਕਨਸੈਪਟ ਕੀ ਕੀਤਾ ਹੈ ਕਿ ਆਰਡੀਨਲਸ ਨੇ ਜਿਹੜੇ ਉਹ ਪਹਿਲਾਂ ਆਉਂਦੇ ਆ ਇਸ ਤੋਂ ਬਾਅਦ ਕੌਣ ਆਉਂਦੇ ਜੀ ਕਾਰਡੀਨਲਸ ਆਰਡੀਨਲਸ ਪ੍ਰਸੀਡਸ ਕਾਰਡੀਨਲਸ ਆਰਡੀਨਲਸ ਆਪਣੇ ਕੋਲੇ ਵਰਡ ਨੇ ਫਸਟ ਸੈਕਿੰਡ ਥਰਡ
कार्डिनल्स ਦੇ ਵਿੱਚ ਆਪਾਂ ਡਿਸਕਸ ਕੀਤੇ ਆ 1 2 3 ਹਾਂਜੀ ਤਾਂ ਹੁਣ ਚੈੱਕ ਕਰੋਗੇ ਇੱਥੇ ਤੁਹਾਡੇ ਕੋਲ ਕੀ ਯੂਜ਼ ਕੀਤਾ ਦਾ ਸਟੂਡੈਂਟ couldn't answer the two last questions ਹੁਣ ਮੇਰੇ ਕੋਲ ਵਰਡ ਟੂ ਯੂਜ਼ ਕੀਤਾ ਹੋਇਆ ਇੱਕ ਵਰਡ ਯੂਜ਼ ਕੀਤਾ ਹੋਇਆ ਜੀ ਲਾਸਟ ਕਿਹਦੇ ਵਿੱਚ ਆਏਗਾ ਆਰਡੀਨਲ ਹੈ ਜਾਂ ਫਿਰ ਕਾਰਡੀਨਲ ਹੈ ਤਾਂ ਤੁਹਾਨੂੰ ਪਤਾ ਹੈ ਕਿ ਇਹ ਕੀ ਹੈ ਇੱਕ ਆਰਡੀਨਲ ਹੈ ਤੇ ਟੂ ਵਰਡ ਕੀ ਹੈ ਟੂ ਹੈ ਤੁਹਾਡੇ ਕੋਲੇ ਕਾਰਡੀਨਲ ਤਾਂ ਮੈਂ ਤੁਹਾਨੂੰ ਦੱਸਿਆ ਹੀ ਸੀ ਭਾਵੇਂ ਤਾਂ ਇਹ ਲਿਖਦੇ ਆਪਣੇ ਕੋਲੇ ਮੈਥ ਦੀ ਵਰਡ ਦੇ ਵਿੱਚ ਦੈਟ ਇਜ਼ 1 2 3 ਇਸ ਤਰੀਕੇ ਨਾਲ ਲਿਖਦੇ ਭਾਵੇਂ ਤੁਹਾਡੇ ਕੋਲੇ ਵਰਡਸ ਦੀ ਫਾਰਮ ਦੇ ਵਿੱਚ ਜਿਵੇਂ PWO ਕਰਕੇ ਲਿਖਦਾ ਤਾਂ ਇਹਨੂੰ ਲਿਖੋਗੇ ਤੁਸੀਂ ਕਾਹਦੇ ਵਿੱਚ ਵੀ ਇਹ ਕਾਰਡੀਨਲ ਹੈ ਤੇ ਸੈਕੰਡ ਵਰਡ ਤੁਹਾਡੇ ਕੋਲੇ ਕੀ ਹੈ ਜੀ ਆਰਡੀਨਲ ਤੇ ਆਪਾਂ ਕਨਸੈਪਟ ਕੀ ਕੀਤਾ ਹੈ ਕਿ ਆਰਡੀਨਲ ਹੈ ਜਿਹੜੇ ਤੁਹਾਡੇ ਪਹਿਲਾਂ ਆਉਂਦੇ ਆ ਤੇ ਕਾਰਡੀਨਲਸ ਦਾ ਯੂਜ਼ ਹੈ ਜਿਹੜਾ ਬਾਅਦ ਦੇ ਵਿੱਚ ਕੀਤਾ ਜਾਂਦਾ ਤੇ ਇੱਥੇ ਜਿਹੜਾ ਆਰਡਰ ਹੈ ਉਹ ਰੌਂਗ ਯੂਜ਼ ਕੀਤਾ ਹੋਇਆ ਕਾਰਡੀਨਲ ਨੂੰ ਪਹਿਲਾਂ ਤੇ ਆਰਡੀਨਲ ਨੂੰ ਬਾਅਦ ਦੇ ਵਿੱਚ ਯੂਜ਼ ਕੀਤਾ ਹੈ ਸੋ ਬੀ ਪਾਰਟ ਦੇ ਵਿੱਚ ਤੁਹਾਡੀ ਐਰਰ ਹੈ ਜੋ ਤੁਸੀਂ ਸਪੌਟ ਕੀਤੀ ਹੈ ਤੇ ਕਰੈਕਸ਼ਨ ਕੀ ਹੋਏਗੀ ਤੁਸੀਂ ਯੂਜ਼ ਕਰੋਗੇ ਲਾਸਟ ਟੂ ਲਾਸਟ ਟੂ ਯੂਜ਼ ਹੋਣਾ ਚਾਹੀਦਾ ਹੈ ਟੂ ਲਾਸਟ ਹੈ ਜਿਹੜਾ ਤੁਸੀਂ ਇੱਥੇ ਯੂਜ਼ ਨਹੀਂ ਕਰੋਗੇ ਸੋ ਆਨਸਰ ਕੀ ਹੋਣਾ ਚਾਹੀਦਾ ਹੈ the student couldn't answer the last two questions asked by the teacher ਸੋ ਬੀ ਪਾਰਟ ਦੇ ਵਿੱਚ ਐਰਰ ਸੀ ਕਰੈਕਸ਼ਨ ਕੀ ਕੀਤੀ ਆਪਾਂ ਆਰਡੀਨਲਸ ਨੂੰ ਕਾਰਡੀਨਲਸ ਤੋਂ ਪਹਿਲਾਂ ਯੂਜ਼ ਕੀਤਾ ਦੈਟ ਇਜ਼ ਲਾਸਟ ਵਰਡ ਹੈ ਜਿਹੜਾ ਤੁਹਾਡਾ ਟੂ ਵਰਡ ਤੋਂ ਪਹਿਲਾਂ ਯੂਜ਼ ਹੋਏਗਾ ਆਈ ਹੋਪ ਤੁਹਾਨੂੰ ਜਿਹੜਾ ਕਨਸੈਪਟ ਸਮਝ ਆ ਗਿਆ ਹੋਵੇਗਾ ਹਾਂਜੀ ਤਾਂ ਸੈਕੰਡ ਕੁਐਸਚਨ ਹੈ ਜਿਹੜਾ ਤੁਸੀਂ ਸੋਲਵ ਕਰਨਾ ਹੈ the blank innings of the match were quite dull ਹੁਣ ਚੈੱਕ ਕਰੋਗੇ ਅਗੇਨ ਤੁਹਾਡੇ ਕੋਲ ਕੁਐਸਚਨ ਹੈ ਜਿਹੜਾ ਇਹ ਆਰਡੀਨਲ ਕਾਰਡੀਨਲ ਰਿਲੇਟਡ ਹੈ ਨਿਊਮਰਲਸ ਨਾਲ ਰਿਲੇਟਡ ਹੈ ਤੁਸੀਂ ਕਨਸੈਪਟ ਹੈ ਜਿਹੜਾ ਪਿੱਛੇ ਕਰ ਲਿਆ ਕਿ ਜਿਹੜੇ ਆਪਣੇ ਕੋਲੇ ਆਰਡੀਨਲਸ ਹੁੰਦੇ ਆ ਕਾਰਡੀਨਲਸ ਤੋਂ ਪਹਿਲਾਂ ਯੂਜ਼ ਕੀਤੇ ਜਾਂਦੇ ਆ ਹੁਣ ਚੈੱਕ ਕਰੋ ਇਹ ਵਾਲਾ ਕੁਐਸਚਨ ਹਾਂਜੀ ਤਾਂ ਆਪਸ਼ਨਸ ਚੈੱਕ ਕਰਦੇ ਆਪਾਂ ਆਪਸ਼ਨ ਦੇ ਵਿੱਚ ਫਰਸਟ ਆਪਸ਼ਨ ਦੇ ਵਿੱਚ ਕੀ ਦਿੱਤਾ ਹੋਇਆ ਤੁਹਾਨੂੰ ਥਰਡ ਵਰਡ ਦਿੱਤਾ ਹੋਇਆ ਸੈਕੰਡ ਕੀ ਦਿੱਤਾ ਹੋਇਆ ਆਪਣੇ ਕੋਲੇ ਸੈਕੰਡ ਵਰਡ ਦਿੱਤਾ ਹੋਇਆ ਸੋ ਦੋਨੋਂ ਹੀ ਕੀ ਯੂਜ਼ ਕੀਤੇ ਹੋਏ ਆਪਣੇ ਕੋਲੇ ਕਾਰਡੀਨਲਸ ਦੋਨੇ ਹੀ ਕੀ ਨੇ ਆਪਣੇ ਕੋਲੇ ਸੌਰੀ ਆਰਡੀਨਲਸ ਦੋਨੇ ਕੀ ਨੇ ਆਪਣੇ ਕੋਲੇ ਆਰਡੀਨਲਸ ਸੈਕੰਡ ਦੇਖੋ ਫਰਸਟ ਵਰਡ ਹੈ ਜਿਹੜਾ ਟੂ ਹੈ ਤੇ ਸੈਕੰਡ ਵਰਡ ਤੁਹਾਡੇ ਕੋਲ ਦਿੱਤਾ ਹੋਇਆ ਥਰਡ ਦੈਟ ਇਜ਼ ਥਰਡ ਹੈ ਜਿਹੜਾ ਤੁਹਾਡੇ ਕੋਲ ਆਰਡੀਨਲ ਹੈ ਤੇ ਜਿਹੜੇ ਕੋਲ ਟੂ ਹੈ ਜਿਹੜਾ ਵਰਡ ਤੁਹਾਡੇ ਕੋਲ ਇੱਕ ਕਾਰਡੀਨਲ ਹੈ ਥਰਡ ਆਪਸ਼ਨ ਦੇਖੋਗੇ ਫਰਸਟ ਯੂਜ਼ ਕੀਤਾ ਹੋਇਆ ਆਪਣੇ ਕੋਲੇ ਆਰਡੀਨਲ ਦਾ ਦੈਟ ਇਜ਼ ਸੈਕੰਡ ਤੇ ਇਸ ਤੋਂ ਬਾਅਦ ਆਪਾਂ ਯੂਜ਼ ਕੀਤਾ ਵਰਡ 3 ਦਾ ਦੈਟ ਇਜ਼ ਕਾਰਡੀਨਲ ਨੈਕਸਟ ਆਪਣੇ ਕੋਲੇ ਡੀ ਆਪਸ਼ਨ ਹੈ ਆਪਾਂ ਪਹਿਲਾਂ ਯੂਜ਼ ਕੀਤੀ ਹੈ 3 ਕੀ ਆਪਣੇ ਕੋਲੇ ਕਾਰਡੀਨਲ ਹੈ ਤੇ ਸੈਕੰਡ ਕੀ ਆਪਣੇ ਕੋਲੇ ਇਹ ਹੈ ਜੀ ਆਰਡੀਨਲ ਤਾਂ ਹੁਣ ਤੁਸੀਂ ਚੈੱਕ ਕਰੋਗੇ ਕਿ ਆਪਾਂ ਹੁਣ ਕਨਸੈਪਟ ਕੀਤਾ ਹੈ ਕਿ ਆਰਡੀਨਲਸ ਪਹਿਲਾਂ ਆਉਂਦੇ ਆ ਕਾਰਡੀਨਲਸ ਹੈ ਜਿਹੜੇ ਉਹ ਤੋਂ ਬਾਅਦ ਵਿੱਚ ਯੂਜ਼ ਕੀਤੇ ਜਾਂਦੇ ਸੋ ਪਹਿਲਾਂ ਚੈੱਕ ਕਰੋ ਤੁਹਾਡੇ ਕੋਲੇ ਕਿਹੜੀ ਕਿਹੜੀ ਆਪਸ਼ਨ ਹੈ ਹੁਣ ਇੱਥੇ ਦੋਨੋਂ ਆਰਡੀਨਲਸ ਯੂਜ਼ ਕੀਤੇ ਹੋਏ ਆ ਸੈਕੰਡ ਦੇ ਵਿੱਚ ਆਪਣੇ ਕੋਲੇ ਕਾਰਡੀਨਲ ਪਹਿਲਾਂ ਆਰਡੀਨਲ ਬਾਅਦ ਦੇ ਵਿੱਚ ਇਟ ਮੀਨਸ ਬੀ ਆਪਸ਼ਨ ਤਾਂ ਨਹੀਂ ਹੋਏਗੀ ਕਿਉਂਕਿ ਆਰਡੀਨਲ ਪਹਿਲਾਂ ਹੋਣਾ ਚਾਹੀਦਾ ਹੈ ਥਰਡ ਆਪਸ਼ਨ ਦੇ ਵਿੱਚ ਆਰਡੀਨਲ ਤੇ ਕਾਰਡੀਨਲ ਦਾ ਯੂਜ਼ ਕੀਤਾ ਹੋਇਆ ਪਹਿਲਾਂ ਆਰਡੀਨਲ ਹੈ ਫਿਰ ਕਾਰਡੀਨਲ ਇਟ ਮੀਨਸ ਸੀ ਆਪਸ਼ਨ ਸਹੀ ਹੈ ਥਰਡ ਦੇ ਵਿੱਚ ਲਾਸਟ ਆਪਸ਼ਨ ਦੇ ਵਿੱਚ ਤੁਸੀਂ ਚੈੱਕ ਕਰੋਗੇ ਕਿ 3 ਸੈਕੰਡ ਯੂਜ਼ ਕੀਤਾ ਹੋਇਆ ਪਹਿਲਾਂ ਕਾਰਡੀਨਲ ਫਿਰ ਆਰਡੀਨਲ ਇਟ ਮੀਨਸ ਇਹ ਕਿ ਆਪਣਾ ਕੀ ਹੋਊਗਾ ਰੌਂਗ ਹੋਊਗਾ ਦੂਸਰੀ ਚੀਜ਼ ਜਿਹੜੀ ਤੁਸੀਂ ਨੋਟ ਕਰਨੀ ਹੈ ਕਿ ਜੇ ਤੁਹਾਡੇ ਕੋਲੇ ਸਾਰੇ ਵਰਡਸ ਕਾਰਡੀਨਲਸ ਨੇ ਜਾਂ ਫਿਰ ਸਾਰੇ ਵਰਡਸ ਜਿਹੜੇ ਯੂਜ਼ ਕੀਤੇ ਉਹ ਸਾਰੇ ਆਰਡੀਨਲਸ ਨੇ ਤਾਂ ਉਹਨਾਂ ਨੂੰ ਤੁਸੀਂ ਰੈਂਕ ਵਾਈਜ਼ ਹੀ ਯੂਜ਼ ਕਰੋਗੇ ਜਿਵੇਂ ਹੁਣ ਇੱਥੇ ਆਪਣੇ ਕੋਲ ਯੂਜ਼ ਕੀਤਾ ਪਹਿਲਾਂ ਥਰਡ ਦਾ ਫਿਰ ਸੈਕੰਡ ਦਾ ਜੋ ਕਿ ਰੌਂਗ ਹੈ ਪਹਿਲਾਂ ਸੈਕੰਡ ਵਰਡ ਯੂਜ਼ ਹੋਣਾ ਚਾਹੀਦਾ ਸੀ ਫਿਰ ਥਰਡ ਬਿਕਾਜ਼ ਸੈਕੰਡ ਹੈ ਜਿਹੜਾ ਪਹਿਲਾਂ ਆਉਂਦਾ ਤੇ ਥਰਡ ਹੈ ਜਿਹੜਾ ਤੁਹਾਡੇ ਕੋਲੇ ਬਾਅਦ ਦੇ ਵਿੱਚ ਆਉਂਦਾ ਸੋ ਇਹ ਵਾਲਾ ਵੀ ਆਪਣੇ ਕੋਲੇ ਕੀ ਹੋ ਗਿਆ ਰੌਂਗ ਸਟਰਕਚਰ ਹੋ ਗਈ ਸੋ ਸੀ ਆਪਸ਼ਨ ਜਿਹੜਾ ਤੁਹਾਡਾ ਇੱਥੇ ਆਨਸਰ ਹੋਏਗਾ ਜੋ ਤੁਸੀਂ ਟਿਕ ਕਰੋਗੇ ਦੈਟ ਇਜ਼ ਸੈਕੰਡ 3 ਦਾ ਸੈਕੰਡ 3 innings of the match were quite dull ਆਨਸਰ ਕੀ ਹੋਣਾ ਚਾਹੀਦਾ ਤੁਹਾਡਾ ਸੀ ਆਪਸ਼ਨ ਹੈ ਜਿਹੜਾ ਇੱਥੇ ਆਨਸਰ ਆਏਗਾ ਦੈਟ ਇਜ਼ ਸੈਕੰਡ 3 ਆਈ ਹੋਪ ਤੁਹਾਨੂੰ ਇਹ ਜਿਹੜਾ ਕਨਸੈਪਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਾਰਡੀਨਲ ਕੀ ਹੁੰਦੇ ਆ ਆਰਡੀਨਲ ਕੀ ਹੁੰਦੇ ਆ ਇਹ ਚੀਜ਼ ਧਿਆਨ ਰੱਖਣੀ ਫਸਟ ਸੈਕੰਡ ਥਰਡ ਫੋਰਥ ਇਹ ਵਾਲੇ ਆਪਾਂ ਆਰਡੀਨਲਸ ਦੇ ਵਿੱਚ ਲੈਣੇ ਆ 1 2 3 4 5 ਆਪਣੀ ਨੰਬਰਿੰਗ ਆ ਗਈ ਦੈਟ ਇਜ਼ we count in ਕਾਰਡੀਨਲ ਜਿਹੜੇ ਕਿ ਆਪਾਂ ਕਾਰਡੀਨਲ ਦੇ ਅੰਦਰ ਡਿਸਕਸ ਕਰਦੇ ਹਾਂ ਹਾਂਜੀ ਤਾਂ ਨੈਕਸਟ ਕਨਸੈਪਟ ਜਿਹੜਾ ਆਪਾਂ ਡਿਸਕਸ ਕਰਨਾ ਹੈ ਦੈਟ ਇਜ਼ certain adjectives are complete in their meaning they do not take comparative or superlative degree ਤਾਂ ਮਤਲਬ ਕੀ ਹੈ ਦਾ ਕਿ ਕੁਝ ਐਡਜੈਕਟਿਵ ਜਿਹੜੇ ਤੁਹਾਡੇ ਕੋਲੇ ਹੁੰਦੇ ਆ ਉਹ ਆਪਦੇ ਆਪ ਦੇ ਵਿੱਚ ਜਿਹੜਾ ਉਹਨਾਂ ਦਾ ਮੀਨਿੰਗ ਕੰਪਲੀਟ ਹੁੰਦਾ ਹੈ ਉਹਨਾਂ ਦੇ ਨਾਲ ਤੁਸੀਂ ਨਾ ਤਾਂ ਕੰਪੈਰੀਟਿਵ ਫਾਰਮ ਦਾ ਯੂਜ਼ ਕਰੋਗੇ ਦੈਟ ਇਜ਼ ਆਪਣੇ ਕੋਲੇ er ਜਾਂ es ਯੂਜ਼ ਕਰਕੇ ਆਪਾਂ ਕੰਪੈਰੀਟਿਵ ਤੇ ਸੁਪਰਲੇਟਿਵ ਡਿਗਰੀਜ਼ ਬਣਾਈਆਂ ਸੀ ਲਾਸਟ ਕਲਾਸ ਦੇ ਵਿੱਚ ਆਪਾਂ ਇਹ ਕਨਸੈਪਟ ਡਿਸਕਸ ਕੀਤਾ ਸੀ ਕਿ ਕੰਪੈਰੀਟਿਵ ਡਿਗਰੀ ਬਣਾਉਣ ਦੇ ਲਈ ਤੁਸੀਂ er ਯੂਜ਼ ਕਰ ਲੈਣੇ ਹੋ ਪੋਜ਼ਿਟਿਵ ਦੇ ਨਾਲ ਤੇ ਸੁਪਰਲੇਟਿਵ ਬਣਾਉਣ ਲਈ ਤੁਸੀਂ ਪੋਜ਼ਿਟਿਵ ਡਿਗਰੀ ਦੇ ਨਾਲ es ਜਿਹੜਾ ਉਹ ਐਡ ਕਰ ਦੇਣੇ ਸਿਮਿਲਰਲੀ ਆਪਾਂ ਡਿਸਕਸ ਕੀਤਾ ਸੀ ਕਿ ਵਰਡ ਮੋਰ ਤੇ ਮੋਸਟ ਦਾ ਵੀ ਯੂਜ਼ ਕੀਤਾ ਜਾਂਦਾ ਹੈ ਜਦੋਂ ਆਪਾਂ ਇਹਨਾਂ ਨੂੰ ਕੰਪੈਰੀਟਿਵ ਜਾਂ ਫਿਰ ਸੁਪਰਲੇਟਿਵ ਡਿਗਰੀ ਦੇ ਵਿੱਚ ਡਿਸਕਸ ਕਰਨਾ ਹੋਵੇ ਹਾਂਜੀ ਤਾਂ ਹੁਣ ਤੁਹਾਡੇ ਕੋਲੇ ਜੋ ਵੀ ਵਰਡ ਦਿੱਤੇ ਹੋਏ ਆ ਜੇ ਪਰਫੈਕਟ ਯੂਨੀਵਰਸਲ ਯੂਨੀਕ excellent eternal everlasting vacant complete free major or supreme ਤਾਂ ਇਹਨਾਂ ਸਾਰੇ ਵਰਡਸ ਦਾ ਮੀਨਿੰਗ ਹੈ ਜਿਹੜਾ ਆਪਣੇ ਆਪ ਦੇ ਵਿੱਚ ਕੰਪਲੀਟ ਹੈ ਤੁਸੀਂ ਜੇ ਇਹਨਾਂ ਦਾ ਯੂਜ਼ ਕਰ ਰਹੇ ਹੋ ਪੋਜ਼ਿਟਿਵ ਡਿਗਰੀ ਚ ਕਰ ਰਹੇ ਹੋ ਫਿਰ ਵੀ ਇਹ ਐਵੇਂ ਯੂਜ਼ ਹੋਣਗੇ ਜਿਵੇਂ ਪਰਫੈਕਟ ਵਰਡ ਮੈਂ ਯੂਜ਼ ਕੀਤਾ ਫਿਰ ਪੋਜ਼ਿਟਿਵ ਡਿਗਰੀ ਚ ਪਰਫੈਕਟ ਹੀ ਰਹੇਗਾ ਜੇ ਮੈਂ ਕੰਪੈਰੀਟਿਵ ਡਿਗਰੀ ਲਈ ਯੂਜ਼ ਕਰ ਰਹੀ ਹਾਂ ਤਾਂ ਮੈਨੂੰ ਮੋਰ ਪਰਫੈਕਟ ਯੂਜ਼ ਨਹੀਂ ਕਰੂੰਗੀ ਜਾਂ ਪਰਫੈਕਟਰ ਵਰਡ ਹੈ ਜਿਹੜਾ ਯੂਜ਼ ਨਹੀਂ ਹੋਏਗਾ ਇਹਨੂੰ ਸਿੰਪਲ ਪਰਫੈਕਟ ਫਾਰਮ ਹੀ ਯੂਜ਼ ਕੀਤਾ ਜਾਏਗਾ
ਤੇ ਥਰਡ ਜੇ ਮੈਂ ਇਹਨੂੰ ਸੁਪਰਲੇਟਿਵ ਡਿਗਰੀ ਲਈ ਯੂਜ਼ ਕਰ ਰਹੀ ਹਾਂ ਤਾਂ ਉੱਥੇ ਵੀ ਵਰਡ ਪਰਫੈਕਟ ਹੀ ਯੂਜ਼ ਹੋਏਗਾ, ਉਹਦੇ ਨਾਲ ਮੋਸਟ ਪਰਫੈਕਟ ਜਾਂ ਤੁਸੀਂ ਪਰਫੈਕਟ ਟੈਸਟ ਵਰਡ ਹੈ ਜਿਹੜਾ ਉਹ ਯੂਜ਼ ਨਹੀਂ ਕਰ ਸਕਦੇ। ਸੋ ਪਰਫੈਕਟ ਆਪਣੇ ਆਪ ਦੇ ਵਿੱਚ ਕੰਪਲੀਟ ਵਰਡ ਹੈ। ਆਪਣੇ ਕੋਲੇ ਪੋਜ਼ਿਟਿਵ ਡਿਗਰੀ 'ਚ ਵੀ ਇਹੀ ਯੂਜ਼ ਹੁੰਦਾ ਹੈ, ਕੰਪੈरेटिव ਡਿਗਰੀ ਦੇ ਵਿੱਚ ਵੀ ਐਵੇਂ ਹੀ ਯੂਜ਼ ਹੋਏਗਾ, ਤੇ ਸੁਪਰਲੇਟਿਵ ਡਿਗਰੀ ਵਿੱਚ ਵੀ ਆਪਾਂ ਪਰਫੈਕਟ ਹੀ ਯੂਜ਼ ਕਰਾਂਗੇ। ਸਿਮਿਲਰਲੀ ਤੁਹਾਡੇ ਕੋਲੇ ਵਰਡ ਹੈ ਯੂਨੀਵਰਸਲ। ਯੂਨੀਵਰਸਲ ਵੀ ਅਗੇਨ ਇੱਕ ਆਪਣੇ ਆਪ ਦੇ ਵਿੱਚ ਕੰਪਲੀਟ ਵਰਡ ਹੈ, ਇਹਦਾ ਮੀਨਿੰਗ ਹੈ ਜਿਹੜਾ ਕੰਪਲੀਟ ਹੈ। ਸੋ ਕੰਪੈरेटिव ਸੁਪਰਲੇਟਿਵ ਡਿਗਰੀ ਬਣਾਉਣ ਲਈ ਤੁਸੀਂ ਇਹਦੇ ਨਾਲ ਕੁਝ ਵੀ ਐਡੀਸ਼ਨ ਨਹੀਂ ਕਰੋਗੇ, ਤਾਂ ਇਹਨੂੰ ਤੁਸੀਂ ਐਜ਼ ਇਟ ਇਜ਼ ਹੈ ਜਿਹੜਾ ਕੰਪੈरेटिव ਤੇ ਸੁਪਰਲੇਟਿਵ ਡਿਗਰੀ ਦੇ ਵਿੱਚ ਯੂਜ਼ ਕਰਨਾ ਹੈ। ਸਿਮਿਲਰਲੀ ਤੁਹਾਡੇ ਕੋਲੇ ਵਰਡ ਹੈ ਯੂਨੀਕ, ਐਕਸੀਲੈਂਟ, ਇਟਰਨਲ, ਐਵਰਲਾਸਟਿੰਗ, ਵੇਕੈਂਟ, ਕੰਪਲੀਟ, ਫ੍ਰੀ, ਮੇਜਰ ਐਂਡ ਸੁਪਰੀਮ। ਤਾਂ ਇਹਨਾਂ ਦੇ ਸਾਰੇ ਵਰਡਸ ਦਾ ਜਿਹੜਾ ਮੀਨਿੰਗ ਹੈ ਆਪਣੇ ਆਪ ਦੇ ਵਿੱਚ ਕੰਪਲੀਟ ਹੈ, ਤਾਂ ਤੁਸੀਂ ਇਹਨਾਂ ਨੂੰ ਕੰਪੈरेटिव ਜਾਂ ਸੁਪਰਲੇਟਿਵ ਡਿਗਰੀ ਬਣਾਉਣ ਦੇ ਲਈ ਇਹਨਾਂ ਦੇ ਵਿੱਚ ਕੁਝ ਐਡੀਸ਼ਨ ਨਹੀਂ ਕਰੋਗੇ, ਬਸ ਐਜ਼ ਇਟ ਇਜ਼ ਹੈ ਜਿਹੜੇ ਵਰਡਸ ਇਹਨਾਂ ਨੂੰ ਯੂਜ਼ ਕਰ ਲਓਗੇ। ਹਾਂਜੀ, ਤਾਂ ਡਿਸਕਸ ਕਰਦੇ ਹਾਂ ਕੁਐਸਚਨ ਸੋ ਦੈਟ ਤੁਹਾਡਾ ਜਿਹੜਾ ਇਹ ਕਨਸੈਪਟ ਕਲੀਅਰ ਹੋਵੇ। ਹਾਂਜੀ, ਥਰਡ ਕੁਐਸਚਨ ਹੈ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਤਾਂ ਆਈ ਹੈਵ ਨੈਵਰ ਸੀਨ A part, a more complete book, B part, on general studies, C part, and no error, D part। Again ਤੁਸੀਂ ਚੈੱਕ ਕਰੋਗੇ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਐਰਰ ਨੂੰ ਸਪੌਟ ਕਰੋਗੇ ਪਲੱਸ ਉਹਦੇ ਵਿੱਚ ਕਰੈਕਸ਼ਨ ਕਰੋਗੇ। ਹਾਂਜੀ, ਤਾਂ ਚੈੱਕ ਕਰੋ ਕਿਹੜਾ ਪਾਰਟ ਹੈ ਜਿਹੜਾ ਤੁਹਾਡਾ ਇੱਥੇ ਐਰਰ ਹੈ। ਆਈ ਹੈਵ ਨੈਵਰ ਸੀਨ ਅ ਮੋਰ ਕੰਪਲੀਟ ਬੁੱਕ। ਹੁਣ ਆਪਾਂ ਵਰਡ ਕੰਪਲੀਟ ਪਿੱਛੇ ਡਿਸਕਸ ਕੀਤਾ, ਲਿਸਟ ਸੀ ਜਿਹਦੇ ਵਿੱਚ ਆਪਾਂ ਕੋਲੇ ਵਰਡ ਜਿਵੇਂ ਪਰਫੈਕਟ, ਯੂਨੀਵਰਸਲ, ਯੂਨੀਕ, ਐਕਸੀਲੈਂਟ, ਇਟਰਨਲ, ਐਵਰਲਾਸਟਿੰਗ ਆਪਾਂ ਇਹ ਵਾਲੇ ਵਰਡ ਡਿਸਕਸ ਕੀਤੇ ਸੀ, ਤਾਂ ਉੱਥੇ ਆਪਾਂ ਜਿਹੜਾ ਸੀਗਾ ਕੰਪਲੀਟ ਵਰਡ ਵੀ ਹੈ ਜਿਹੜਾ ਉੱਥੇ ਡਿਸਕਸ ਕੀਤਾ। ਤਾਂ ਕੰਪਲੀਟ ਕੀ ਹੈ, ਆਪਣੇ ਆਪ ਦੇ ਵਿੱਚ ਕੰਪਲੀਟ ਵਰਡ ਹੈ, ਸੋ ਇਹਦੇ ਨਾਲ ਤੁਸੀਂ ਮੋਰ ਮੋਸਟ ਦਾ ਯੂਜ਼ ਨਹੀਂ ਕਰੋਗੇ, ਤਾਂ ਇੱਥੇ ਦਿੱਤਾ ਹੋਇਆ ਵਰਡ ਵੀ ਹੋ ਚੁੱਕੇ ਰੋਂਗ ਹੈ। ਸੋ ਬੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ, ਤੁਸੀਂ ਯੂਜ਼ ਕਰੋਗੇ ਸਿੰਪਲ ਵਰਡ ਕੰਪਲੀਟ। I have never seen a complete book on general studies। ਤੁਹਾਡਾ ਜਿਹੜਾ ਇਹ ਆਨਸਰ ਹੋਣਾ ਚਾਹੀਦਾ। ਮੋਰ ਜਿਹੜਾ ਕੰਪਲੀਟ ਦੇ ਨਾਲ ਯੂਜ਼ ਨਹੀਂ ਕੀਤਾ ਜਾਏਗਾ, ਬਿਕਾਜ਼ ਕੰਪਲੀਟ ਇਜ਼ ਐਬਸੋਲੂਟਲੀ ਕਰੈਕਟ ਇਨ ਇਟਸ ਮੀਨਿੰਗ। ਤਾਂ ਇਹਦਾ ਮੀਨਿੰਗ ਹੈ ਜਿਹੜਾ ਆਪਣੇ ਆਪ ਦੇ ਵਿੱਚ ਪੂਰਾ ਹੈ, ਤਾਂ ਤੁਸੀਂ ਇਹਦੇ ਨਾਲ ਮੋਰ ਜਾਂ ਮੋਸਟ ਵਰਡ ਯੂਜ਼ ਨਹੀਂ ਕਰੋਗੇ ਫॉर ਕੰਪੈरेटिव ਜਾਂ ਫਿਰ ਸੁਪਰਲੇਟਿਵ ਡਿਗਰੀ। ਹਾਂਜੀ, ਤਾਂ ਫੋਰਥ ਕੁਐਸਚਨ ਜਿਹੜਾ ਤੁਸੀਂ ਸੋਲਵ ਕਰਨਾ ਹੈ, ਅਮਨ ਇਜ਼ ਦਾ ਮੋਸਟ ਐਕਸੀਲੈਂਟ ਸਟੂਡੈਂਟ ਆਫ ਦਿਸ ਸਕੂਲ। ਅਗੇਨ ਤੁਸੀਂ ਚੈੱਕ ਕਰੋਗੇ ਕਿ ਕਿੱਥੇ ਆਪਣੇ ਕੋਲੇ ਐਰਰ ਹੈ, ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਪਲੱਸ ਉਹ ਐਰਰ ਨੂੰ ਆਪਾਂ ਸਪੌਟ ਕਰਨ ਤੋਂ ਬਾਅਦ ਕਰੈਕਟ ਵੀ ਕਰਨਾ। ਹਾਂਜੀ, ਤਾਂ ਅਮਨ ਇਜ਼ ਦਾ ਮੋਸਟ ਐਕਸੀਲੈਂਟ ਸਟੂਡੈਂਟ ਆਫ ਦਿਸ ਸਕੂਲ। ਤਾਂ ਚੈੱਕ ਕਰੋ ਕਿ ਤੁਹਾਡੇ ਕੋਲੇ ਵਰਡ ਯੂਜ਼ ਕੀਤਾ ਹੋਇਆ ਜੀ ਐਕਸੀਲੈਂਟ। ਹੁਣ ਐਕਸੀਲੈਂਟ ਆਪਾਂ ਵਰਡ ਜਿਹੜਾ ਪਿੱਛੇ ਡਿਸਕਸ ਕੀਤਾ ਹੈ, ਆਪਣੀ ਜਿਹੜੀ ਲਿਸਟ ਡਿਸਕਸ ਕੀਤੀ ਸੀ ਕਿ ਕੁਝ ਕੁ ਵਰਡ ਹੈ ਜਿਹੜੇ ਐਗਜ਼ੈਕਟਲੀ ਤੁਹਾਡੇ ਆਪਣੇ ਆਪ ਦੇ ਵਿੱਚ ਕੰਪਲੀਟ ਹੁੰਦੇ ਆ, ਤਾਂ ਉਹਨਾਂ ਨਾਲ ਮੋਰ ਮੋਸਟ ਇਹੋ ਜਿਹੇ ਵਰਡ ਦਾ ਯੂਜ਼ ਨਹੀਂ ਕੀਤਾ ਜਾਂਦਾ। ਆਪਾਂ ਮਤਲਬ ਕੀ ਹੋਇਆ, ਉਹਨਾਂ ਨੂੰ ਸੁਪਰਲੇਟਿਵ ਜਾਂ ਕੰਪੈरेटिव ਡਿਗਰੀ ਦੇ ਵਿੱਚ ਵੀ ਐਜ਼ ਇਟ ਇਜ਼ ਯੂਜ਼ ਕਰ ਲਿਆ ਜਾਂਦਾ, ਜਿਵੇਂ ਆਪਾਂ ਆਪਣੇ ਕੋਲੇ ਪੋਜ਼ਿਟਿਵ ਡਿਗਰੀ ਯੂਜ਼ ਕਰਦੇ। ਹਾਂਜੀ, ਤਾਂ ਉਹਨਾਂ ਨੇ ਐਕਸੀਲੈਂਟ ਵਰਡ ਯੂਜ਼ ਕੀਤਾ ਹੈ ਜੋ ਕਿ ਆਪਾਂ ਪਿੱਛੇ ਡਿਸਕਸ ਕੀਤਾ ਹੈ, ਤਾਂ ਇਹਦੇ ਨਾਲ ਮੋਸਟ ਦਾ ਯੂਜ਼ ਨਹੀਂ ਹੋਏਗਾ। ਅਗੇਨ ਤੁਸੀਂ ਯੂਜ਼ ਕਰੋਗੇ ਆਰਟੀਕਲ ਐਂਡ ਦਾ, ਬਿਕਾਜ਼ ਆਪਣੇ ਕੋਲੇ ਵੋਵਲ ਸਾਊਂਡ ਆ ਰਹੀ ਹੈ। ਆਪਾਂ ਅੱਗੇ ਜਦੋਂ ਆਰਟੀਕਲ ਪੋਰਸ਼ਨ ਡਿਸਕਸ ਕੀਤਾ ਉਦੋਂ ਤੁਹਾਨੂੰ ਕਲੀਅਰਲੀ ਡਿਸਕਸ ਕਰਵਾਇਆ ਜਾਏਗਾ ਕਿ ਕਿੱਥੇ ਤੁਹਾਡੇ ਕੋਲ ਐਂਡ ਦਾ ਯੂਜ਼ ਹੁੰਦਾ ਹੈ, ਕਿੱਥੇ ਦਾ ਆਉਂਦਾ ਹੈ, ਕਿੱਥੇ ਤੁਸੀਂ ਇਹਦਾ ਯੂਜ਼ ਕਰਨਾ ਹੈ। ਹੁਣ ਇੱਥੇ ਤੁਹਾਡੇ ਕੋਲ ਕੰਸੈਪਟ ਚੱਲ ਰਿਹਾ ਐਡਜੈਕਟਿਵ, ਸੋ ਤੁਸੀਂ ਸਿੰਪਲ ਨੋਟ ਵੀ ਕਰੋਗੇ ਕਿ ਐਕਸੀਲੈਂਟ ਵਰਡ ਹੈ ਇਹ ਇਹੋ ਜਿਹਾ ਵਰਡ ਹੈ ਜਿਹਦੇ ਜੋ ਆਪਣੇ ਆਪ ਦੇ ਵਿੱਚ ਕੰਪਲੀਟ ਹੈ, ਸੋ ਇਹਦੇ ਨਾਲ ਮੋਸਟ ਵਰਡ ਨਹੀਂ ਯੂਜ਼ ਹੋਏਗਾ, ਤੁਸੀਂ ਐਕਸੀਲੈਂਟ ਹੀ ਯੂਜ਼ ਕਰੋਗੇ। ਸੈਕੰਡ ਚੀਜ਼ ਜਿਹੜੀ ਤੁਸੀਂ ਇੱਥੇ ਕਰੈਕਟ ਕਰਨੀ ਹੈ ਉਹ ਹੈ ਜੇ ਤੁਹਾਡੇ ਕੋਲ ਆਰਟੀਕਲ ਦਾ ਵੀ ਨਹੀਂ ਹੋਏਗਾ, ਕੀ ਯੂਜ਼ ਕਰੋਗੇ ਤੁਸੀਂ ਐਂਡ ਦਾ, ਬਿਕਾਜ਼ ਆਪਣੇ ਕੋਲੇ ਵੋਵਲ ਸਾਊਂਡ ਹੈ ਜਿਹੜੀ ਇੱਥੋਂ ਆ ਰਹੀ ਹੈ, ਐਕਸੀਲੈਂਟ ਦੇ ਵਿੱਚ ਵੋਵਲ ਸਾਊਂਡ ਹੈ ਜਿਹੜੀ ਤੁਸੀਂ ਯੂਜ਼ ਕੀਤੀ ਹੈ। ਅਮਨ ਇਜ਼ ਐਨ ਐਕਸੀਲੈਂਟ ਸਟੂਡੈਂਟ ਆਫ ਦਿਸ ਸਕੂਲ। ਸੋ ਬੀ ਪਾਰਟ ਦੇ ਵਿੱਚ ਤੁਹਾਡੀ ਜਿਹੜੀ ਇੱਥੇ ਐਰਰ ਸੀ, ਤਾਂ ਤੁਸੀਂ ਜਿਹੜੀ ਬੀ ਪਾਰਟ ਨੂੰ ਟਿਕ ਕਰ। ਹਾਂਜੀ, ਤਾਂ ਨੈਕਸਟ ਕੰਸੈਪਟ ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਦੈਟ ਇਜ਼ ਯੂ ਕੈਨ ਸੀ ਔਨ ਦਾ ਸਕਰੀਨ ਦਾ ਪਲੱਸ ਐਡਜੈਕਟਿਵ ਪਲੂਰਲ ਵਰਬ। ਤਾਂ ਹੁਣ ਇਹ ਕੀ ਚੀਜ਼ ਹੈ, ਮੈਂ ਯੂਜ਼ ਕੀਤਾ ਆਰਟੀਕਲ ਦਾ, ਇਸ ਤੋਂ ਬਾਅਦ ਯੂਜ਼ ਕੀਤਾ ਐਡਜੈਕਟਿਵ। ਹੁਣ ਇਹੀ ਕੰਸੈਪਟ ਤੁਹਾਡਾ ਅਗੇਨ ਆਰਟੀਕਲ ਦੇ ਵਿੱਚ ਵੀ ਡਿਸਕਸ ਹੋਏਗਾ, ਬਿਕਾਜ਼ ਆਰਟੀਕਲ ਇੱਥੇ ਯੂਜ਼ ਹੋ ਰਿਹਾ ਦੈਟ ਇਜ਼ ਦਾ। ਤਾਂ ਹੁਣ ਦਾ ਨਾਲ ਜੇ ਕੋਈ ਐਡਜੈਕਟਿਵ ਯੂਜ਼ ਕੀਤਾ ਜਾ ਰਿਹਾ ਤਾਂ ਉਹ ਤੁਹਾਡੇ ਕੋਲ ਕੀ ਬਣ ਜਾਂਦਾ, ਪਲੂਰਲ ਸਬਜੈਕਟ ਬਣ ਜਾਂਦਾ, ਪਲੂਰਲ ਸਬਜੈਕਟ ਬਣ ਜਾਂਦਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕੋਈ ਐਡਜੈਕਟਿਵ, ਜਿਵੇਂ ਮੇਰੇ ਕੋਲ ਕੋਈ ਵਰਡ ਹੈ, ਮੈਂ ਯੂਜ਼ ਕੀਤਾ ਰਿਚ ਦਾ। ਰਿਚ ਕੀ ਹੈ, ਐਡਜੈਕਟਿਵ ਹੈ, ਤੇ ਜੇ ਮੈਂ ਇੱਥੇ ਯੂਜ਼ ਕਰ ਲਿਆ ਦਾ ਰਿਚ, ਤਾਂ ਹੁਣ ਇੱਥੇ ਇਹ ਕੀ ਬਣ ਗਿਆ, ਆਪਣੇ ਕੋਲ ਪੂਰੀ ਦੀ ਪੂਰੀ ਰਿਚ ਕਮਿਊਨਿਟੀ ਦੀ ਗੱਲ ਹੋ ਗਈ। ਇਟ ਮੀਨਸ ਕੀ ਬਣ ਗਿਆ, ਇਹ ਪਲੂਰਲ ਫਾਰਮ ਹੋ ਗਈ। ਸਿਮਿਲਰਲੀ ਮੇਰੇ ਕੋਲ ਵਰਡ ਹੈ ਬਲਾਈਂਡ। ਬਲਾਈਂਡ ਕੀ ਹੈ, ਇੱਕ ਐਡਜੈਕਟਿਵ ਹੈ, ਕਿਸੇ ਪਰਸਨ ਦੇ ਲਈ ਆਪਾਂ ਯੂਜ਼ ਕਰ ਲਿਆ ਜਿਸ ਨੂੰ ਨਹੀਂ ਦਿਖਾਈ ਦੇ ਰਿਹਾ ਆਪਾਂ ਬਲਾਈਂਡ ਕਹਿਤਾ ਹਾਂ। ਤਾਂ ਬਲਾਈਂਡ ਕੀ ਹੈ, ਐਡਜੈਕਟਿਵ ਹੈ, ਇਹ ਸਿੰਗੂਲਰ ਹੈ, ਬਟ ਜਦੋਂ ਆਪਾਂ ਇਹਦੇ ਨਾਲ ਆਰਟੀਕਲ ਦਾ ਯੂਜ਼ ਕਰ ਲਿਆ ਤਾਂ ਇਹ ਕੀ ਹੋ ਜਾਏਗਾ, ਤੁਹਾਡੇ ਕੋਲੇ ਪਲੂਰਲ ਫਾਰਮ ਬਣ ਜਾਏਗੀ ਦਾ ਬਲਾਈਂਡ। ਇਟ ਮੀਨਸ ਪੂਰੀ ਦੀ ਪੂਰੀ ਬਲਾਈਂਡ ਕਮਿਊਨਿਟੀ ਦੀ ਗੱਲ ਕੀਤੀ ਜਾ ਰਹੀ ਹੈ, ਸਾਰੇ ਉਹ ਪਰਸਨ ਜਿਹੜੇ ਕਿ ਆਪਣੇ ਕੋਲੇ ਜਿਨ੍ਹਾਂ ਨੂੰ ਨਹੀਂ ਦਿਖਾਈ ਦੇ ਰਿਹਾ ਉਹ ਦਾ ਬਲਾਈਂਡ ਦੇ ਵਿੱਚ ਡਿਸਕਸ ਹੋਣਗੇ। ਸਿਮਿਲਰਲੀ ਆਪਾਂ ਜਿਵੇਂ ਵਰਡ ਡਿਸੇਬਲਡ ਯੂਜ਼ ਕਰ ਰਹੇ ਹਾਂ, ਡਿਸੇਬਲਡ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਐਡਜੈਕਟਿਵ ਫਾਰਮ ਹੈ, ਤਾਂ ਜਦੋਂ ਆਪਾਂ ਇਹਦੇ ਨਾਲ ਦਾ ਵਰਡ ਯੂਜ਼ ਕਰਦਾ ਦਾ ਡਿਸੇਬਲਡ ਤੁਹਾਡੇ ਕੋਲੇ ਪਲੂਰਲ ਹੈ। ਤਾਂ ਹੁਣ ਜਦੋਂ ਵੀ ਆਪਾਂ ਇਹਨਾਂ ਵਰਡਸ ਨੂੰ ਯੂਜ਼ ਕਰ ਰਹੇ ਹਾਂ, ਐਡਜੈਕਟਿਵ ਨੂੰ ਯੂਜ਼ ਕਰ ਰਹੇ ਹਾਂ ਵਿਦ ਆਰਟੀਕਲ ਦਾ, ਤਾਂ ਉਹ ਕੀ ਬਣ ਜਾਂਦਾ ਆਪਣੇ ਕੋਲੇ ਪਲੂਰਲ ਸਬਜੈਕਟ ਬਣ ਜਾਂਦਾ ਹੈ, ਪਲੂਰਲ ਫਾਰਮ ਹੈ ਜਿਹੜੀ ਅੱਗੇ ਹੋ ਜਾਂਦੀ ਹੈ। ਉਹਦੇ ਨਾਲ ਤੁਸੀਂ ਕੀ ਡਿਸਕਸ ਕਰੋਗੇ, ਅੱਗੇ ਜਿਹੜਾ ਯੂਜ਼ ਕਰੋਗੇ ਉਹ ਪਲੂਰਲ ਹੋਊਗਾ।
प्लूरल वर्ब ही है जिहड़ी तुसीं इन्हां दे नाल अप्लाई करोगे, सिंगुलर वर्ब जिहड़ी यूज़ नहीं होएगी। फॉर एग्जाम्पल अपने कोल कुछ सेंटेंस है जिन्हां नूं आपां सॉल्व करना है। हाँ जी, तो 5 नंबर क्वेश्चन एज यू कैन सी ऑन द स्क्रीन। तो अगेन तुसीं चैक करोगे किहड़े पार्ट दे विच एरर है प्लस वो पार्ट है जिहड़ा तुसीं करैक्ट करोगे। हाँ जी, तो चैक करो द रिच इज नॉट ऑलवेज हैप्पी। तो तुहाडे कोल यूज़ कीता होया है द विद एडजेक्टिव। हुण एडजेक्टिव अपने कोल रिच है, रिच दे नाल आर्टिकल यूज़ कीता जी द। मीनस इत्थे द रिच दा मतलब किसी एक पर्सन दी गल नहीं हो रही, पूरी पूरी कम्युनिटी हो गई। पूरी ਦੀ ਪੂਰੀ ਕਮਿਊਨਿਟੀ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਤਾਂ ਹੁਣ ਇੱਥੇ ਤੁਹਾਡੇ ਕੋਲੇ ਕਮਿਊਨਿਟੀ ਐਡ ਮੀਨਸ ਇਹ ਕੀ ਹੋ ਗਿਆ, ਤੁਹਾਡੇ ਕੋਲੇ ਪਲੂਰਲ ਫਾਰਮ ਹੋ ਗਈ, ਪਲੂਰਲ ਸਬਜੈਕਟ ਹੋ ਗਿਆ, ਤੇ ਪਲੂਰਲ ਸਬਜੈਕਟ ਹੈ ਤਾਂ ਉਹ ਵੀ ਪਲੂਰਲ ਹੋਣੀ ਚਾਹੀਦੀ ਹੈ। ਇਹਦਾ ਯੂਜ਼ ਨਹੀਂ ਹੈਗਾ ਇੱਥੇ, ਯੂਜ਼ ਆਰ ਦਾ ਯੂਜ਼ ਹੋਣਾ। ਸੋ ਬੀ ਪਾਰਟ ਦੇ ਵਿੱਚ ਐਰਰ ਸੀ। ਐਰਰ ਕੀ ਹੋਈ, ਜੇ ਤੁਹਾਡੇ ਕੋਲੇ ਐਡਜੈਕਟਿਵ ਦੇ ਨਾਲ ਆਰਟੀਕਲ ਦਾ ਯੂਜ਼ ਕੀਤਾ ਜਾ ਰਿਹਾ, ਇਟ ਮੀਨਸ ਜੋ ਸਿੰਗੂਲਰ ਨਹੀਂ ਰਹਿ ਜਾਂਦਾ, ਉਹ ਤੁਹਾਡੇ ਕੋਲੇ ਪਲੂਰਲ ਫਾਰਮ ਬਣ ਜਾਂਦੀ ਹੈ, ਤੇ ਤੁਸੀਂ ਉਹਦੇ ਨਾਲ ਪਲੂਰਲ ਵਰਬ ਯੂਜ਼ ਕਰੋਗੇ, ਸਿੰਗੂਲਰ ਵਰਬ ਦਾ ਯੂਜ਼ ਨਹੀਂ ਹੋਏਗਾ। ਤਾਂ ਦ ਰਿਚ ਆਰ ਨਾਟ ਆਲਵੇਜ਼ ਹੈਪੀ ਤੁਹਾਡਾ ਸੈਂਟੈਂਸ ਇਸ ਤਰੀਕੇ ਨਾਲ ਸਹੀ ਹੋਏਗਾ। ਬੀ ਪਾਰਟ ਦੇ ਵਿੱਚ ਇੱਥੇ ਐਰਰ ਸੀ। हाँ जी, the next question जेड़ा तुसी solve करना है। 6 number question. It is those who bear the brunt of such wrong decisions by the government। ਤਾਂ ਹੁਣ ਇੱਕ ਚੀਜ਼ ਹੋਰ ਤੁਸੀਂ ਜਿਹੜੀ ਨੋਟ ਕਰਨੀ ਹੈ ਕਿ ਜਦੋਂ ਮੈਂ ਤੁਹਾਡੇ ਕੋਲੇ word use ਕੀਤਾ rich, rich ਕੀ ਸੀ, ਐਡਜੈਕਟਿਵ ਸੀ, ਤੇ ਜਦੋਂ ਆਰਟੀਕਲ ਦਾਲ ਲੱਗ ਗਿਆ ਤੇ ਇੱਕ plural subject ਬਣ। ਸਿਮਿਲਰਲੀ word poor ठीक है, एक एडजेक्टिव है बट जो आर्टिकल द यूज हो गया तो पूरी पूरी कम्युनिटी की गल होगी, इट मींस एक ही बन गया, मतलब प्लूरल फॉर्म बन गई। बट सिमिलरली जे तुहानू कहा जाए द पुअर दा मतलब कम्युनिटी होगी, मतलब कि है प्लूरल फॉर्म, तो तुसी पुअर नू पुअर्स फॉर्म दे विच यूज नहीं करोगे, पुअर्स नहीं हुंदा। सिमिलरली तुहाडे कोले जिवें द रिच पूरी दी पूरी रिच कम्युनिटी की गल होगी, बट जिथे आपां वर्ड रिचेस यूज कर लिया तां इत्थे तुहाडे कोले रिच कम्युनिटी नहीं बन जांदी, इहदा मीनिंग की बन जांदा, तुहाडे कोले धन संपत्ति बन जांदी। क्योंकि हुंदा तुहाडे कोले कुछ कि जदों नाउन दे नाल आपां एसईएस ला दिंदे तां उहदा मीनिंग चेंज हुंदा है। जिवें रिच की सी तुहाडे कोले एडजेक्टिव सी, बट जदों इहदे नाल आपां प्लूरल फॉर्म यूज कीती, इहदी रिचेस बनाता इहनूं, तां इत्थे तुहाडे कोले इहदा मीनिंग अमीर नहीं रह गया, इहदा मीनिंग की रह गया धन संपत्ति। नाउन नहीं बनिया जां एडजेक्टिव फॉर्म नहीं रह गई, एक ही बन गया, कुछ होर ही बन गया, तां तुहाडे कोले रिचेस वर्ड बन गया, दैट इज ਇਹਦਾ ਮੀਨਿੰਗ ਹੈ ਧਨ ਸੰਪत्ति। तो ਤੁਸੀਂ ਇੱਕ ਚੀਜ਼ ਨੋਟ ਕਰੋਗੇ ਕਿ ਜੇ ਤੁਹਾਡੇ ਕੋਲੇ ਰਿਚ ਹੈ, ਐਡਜੈਕਟਿਵ ਹੈ, ਆਰਟੀਕਲ ਦਾ ਯੂਜ਼ ਕੀਤਾ ਤਾਂ ਉਹ ਆਪਣੇ ਕੋਲ ਪਲੂਰਲ ਫਾਰਮ ਹੋ ਜਾਏਗੀ। ਪਲੂਰਲ ਫਾਰਮ ਮਤਲਬ ਕਿ ਪੂਰੀ ਦੀ ਪੂਰੀ ਕਮਿਊਨਿਟੀ ਦੀ ਗੱਲ ਹੋਊਗੀ। ਸਿਮਿਲਰਲੀ ਜਿਵੇਂ ਦਾ ਪੂਅਰ ਹੈ, ਇਹ ਵੀ ਪੂਰੀ ਦੀ ਪੂਰੀ ਕਮਿਊਨਿਟੀ ਦੀ ਗੱਲ ਹੋਊਗੀ। ਤੇ ਦਾ ਪੂਅਰ ਪਲੂਰਲ ਹੈ ਬਟ ਪੂਅਰਸ ਵਰਡ ਹੈ ਜਿਹੜਾ ਉਹ ਆਪਣੇ ਕੋਲੇ ਨਹੀਂ ਹੈਗਾ, ਤੇ ਪੂਅਰਸ ਵਰਡ ਹੈ ਜਿਹੜਾ ਇੱਥੇ ਯੂਜ਼ ਨਹੀਂ ਹੋਏਗਾ। ਸੋ ਤੁਸੀਂ ਦੇਖੋ 6 ਨੰਬਰ ਸੈਂਟੈਂਸ ਦਾ ਅਗੇਨ ਚੈੱਕ ਕਰੋਗੇ ਕਿ ਇੱਥੇ ਵਰਡ ਪੂਅਰਸ ਦਾ ਯੂਜ਼ ਕੀਤਾ ਹੋਇਆ। ਪੂਅਰਸ ਵਰਡ ਕਿਹਦੇ ਲਈ ਯੂਜ਼ ਕੀਤਾ, ये पूरी कम्युनिटी ने यूज किया जा रहा है, तो तुसी चेक करोगे क्वेश्चन तो इट इज फूड्स हु बियर द ब्रंट ऑफ सच रॉन्ग डिसीजंस बाय द गवर्नमेंट। तो हुण इत्थे गल कीती जा रही है हु वर्ड जेड़ा यूज करदे हैं आपां कादे लई करदे हैं, जदों सब्जेक्ट किसी पर्सन की गल कीती जा रही होगी। इट मींस कोर्स तो नहीं आएगा, इत्थे क्या आएगा, पूरी पूरी कम्युनिटी, दैट इज इट इज द poor। It is the poor who bear the brunt of such wrong decisions by the government। So again ਤੁਹਾਡੇ ਕੋਲ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਤੁਸੀਂ ਕਰੋਗੇ ਟਿਕ ਏ ਪਾਰਟ। ਏ ਪਾਰਟ ਦੇ ਵਿੱਚ ਤੁਹਾਡੀ ਐਰਰ ਹੈ ਤੇ ਐਰਰ ਦੀ ਤੁਸੀਂ ਕਰੈਕਟ ਕੀ ਕੀਤੀ ਹੈ, ਦਾ poor ਦਾ ਯੂਜ਼ ਹੋਗਾ, poor ਦਾ ਯੂਜ਼ ਨਹੀਂ ਹੋਗਾ, ਬਿਕਾਜ਼ poor ਦਾ ਮੀਨਿੰਗ ਕੁਝ ਹੋਰ ਹੁੰਦਾ ਹੈ ਤੇ ਦਾ poor ਦਾ ਮੀਨਿੰਗ ਕੁਝ ਹੋਰ ਹੈ। ਤਾਂ ਤੁਸੀਂ ਸੇਮ ਚੀਜ਼ ਜਿਹੜੀ ਨੋਟ ਕਰੋਗੇ ਕਿ ਐਡਜੈਕਟਿਵ ਹੈ, ਆਰਟੀਕਲ ਦਾ ਯੂਜ਼ ਕੀਤਾ ਤਾਂ ਉਹ ਕੀ ਹੋਏਗਾ, ਤੁਹਾਡੇ ਕੋਲ ਪਲੂਰਲ ਫਾਰਮ ਜਿਹੜੀ ਉਹ ਯੂਜ਼ ਕੀਤੀ ਜਾਏਗੀ, ਪਲੂਰਲ ਵਰਬ ਹੈ ਜਿਹੜੀ ਤੁਸੀਂ ਉਹਦੇ ਨਾਲ ਯੂਜ਼ ਕਰੋਗੇ। 7 ਨੰਬਰ ਕੁਐਸਚਨ द पुअर इज डिलीजेंट। ਤਾਂ ਅਗੇਨ ਤੁਸੀਂ ਚੈੱਕ ਕਰੋਗੇ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹੁਣ ਇੱਥੇ ਯੂਜ਼ ਹੋ ਗਿਆ ਦਾ ਪੁਅਰ, ਅਗੇਨ ਤੁਹਾਡੇ ਕੋਲ ਕੀ ਗੱਲ ਹੋ ਗਈ, ਪਲੂਰਲ ਸਬਜੈਕਟ ਹੋ ਗਿਆ, ਸਬਜੈਕਟ ਪਲੂਰਲ ਹੈ, ਵਰਬ ਪਲੂਰਲ ਹੋਣੀ ਚਾਹੀਦੀ ਹੈ, ਨਹੀਂ ਆਏਗਾ, ਹੁੰਦਾ ਯੂਜ਼ ਹੋਏਗਾ। ਆਈ ਹੋਪ ਤੁਹਾਡਾ ਇਹ ਕੰਸੈਪਟ ਜਿਹੜਾ ਕਲੀਅਰ ਹੋ ਗਿਆ ਹੋਗਾ, ਕਿਉਂਕਿ ਆਪਾਂ ਤਿੰਨ ਜਿਹੜੇ ਕੁਐਸਚਨ ਇਹਦੇ ਨਾਲ ਰਿਲੇਟਡ ਡਿਸਕਸ ਕਰ ਚੁੱਕੇ ਹਾਂ। ਹਾਂਜੀ, ਦਾ ਨੈਕਸਟ ਕੰਸੈਪਟ ਜਿਹੜਾ ਆਪਾਂ ਅਗਲੀ ਕਲਾਸ ਵਿੱਚ ਡਿਸਕਸ ਕਰਨਾ ਹੈ ਦੈਟ ਇਜ਼ ਪੋਜੈਸਿਵ ਐਡਜੈਕਟਿਵ ਐਂਡ ਪੋਜੈਸਿਵ ਪ੍ਰੋਨਾउन ਬਣਾਂਗੇ। ਹੁਣ ਇਹ ਵਾਲਾ ਸੇਮ ਟੌਪਿਕ ਹੈ ਜਿਹੜਾ ਆਪਾਂ ਡਿਸਕਸ ਕੀਤਾ ਹੈ ਪ੍ਰੋਨਾउन ਦੀ ਕਲਾਸਿਸ ਦੇ ਵਿੱਚ। ਆਈ ਹੋਪ ਤੁਸੀਂ ਪ੍ਰੋਨਾउन ਹੈ ਜਿਹੜਾ ਉਹ ਕੰਪਲੀਟ ਕੀਤਾ ਹੋਣਾ, ਕਲਾਸਿਸ ਚੈੱਕ ਕੀਤੀਆਂ ਹੋਣੀਆਂ, ਕਲਾਸਿਸ ਅਟੈਂਡ ਕੀਤੀਆਂ ਹੋਣੀਆਂ, ਤੇ ਜਿਨ੍ਹਾਂ ਸਟੂਡੈਂਟਸ ਨੇ ਉਹ ਕਲਾਸਿਸ ਲਗਾਈਆਂ ਹੋਣਗੀਆਂ ਤਾਂ ਉਹਨਾਂ ਨੂੰ ਇਹ ਵਾਲਾ ਕੰਸੈਪਟ ਪਹਿਲਾਂ ਹੀ ਪਤਾ ਹੋਣਾ ਵੀ ਕਿੱਥੇ ਆਪਾਂ ਕਿਹੜੀ ਚੀਜ਼ ਹੈ ਜਿਹੜੀ ਉਹ ਯੂਜ਼ ਕਰਨੀ। ਤਾਂ ਹੁਣ ਇਹ ਐਡਜੈਕਟਿਵ ਕਰ ਰਹੇ ਹਾਂ ਤਾਂ ਆਪਾਂ ਇੱਥੇ ਯੂਜ਼ ਕਰਾਂਗੇ ਪੋਜੈਸਿਵ ਐਡਜੈਕਟਿਵਸ ਦਾ। ਪੋਜੈਸਿਵ ਐਡਜੈਕਟਿਵ ਦਾ ਯੂਜ਼ ਹੈ ਜਿਹੜਾ ਆਪਾਂ ਇੱਥੇ ਵੀ ਡਿਸਕਸ ਕਰਾਂਗੇ। ਉੱਥੇ ਆਪਾਂ ਪੋਜੈਸਿਵ ਪ੍ਰੋਨਾउन ਨੂੰ ਡਿਸਕਸ ਕੀਤਾ ਸੀ ਬਿਕਾਜ਼ ਆਪਣਾ ਪ੍ਰੋਨਾउन ਦਾ ਟੌਪਿਕ ਚੱਲ ਰਿਹਾ ਸੀ। ਅੱਜ ਆਪਾਂ ਜਿਹੜਾ ਡਿਸਕਸ ਕਰਨਾ ਹੈ ਦੈਟ ਇਜ਼ ਪੋਜੈਸਿਵ ਐਡਜੈਕਟਿਵ। ਤਾਂ ਇੱਕ ਵਾਰ ਤੁਹਾਨੂੰ ਦੁਬਾਰਾ ਫੇਰ ਉਹ ਵਾਲਾ ਟੌਪਿਕ ਹੈ ਜਿਹੜਾ ਰਿਵਾਈਜ਼ ਕਰਵਾਇਆ ਜਾਏਗਾ ਕਿ ਪੋਜੈਸਿਵ ਐਡਜੈਕਟਿਵ ਤੇ ਪੋਜੈਸਿਵ ਪ੍ਰੋਨਾउन ਦੇ ਵਿੱਚ ਕੀ ਡਿਫਰੈਂਸ ਹੈ। ਤਾਂ ਹੁਣ ਨੋਟ ਕੀ ਕਰੋਗੇ ਕਿ ਜੇ ਤੁਹਾਡੇ ਕੋਲ ਪੋਜੈਸਿਵ ਐਡਜੈਕਟਿਵ ਦਿੱਤਾ ਹੋਇਆ ਤੇ ਉਸ ਤੋਂ ਬਾਅਦ ਜੇ ਨਾउन ਹੈ ਤਾਂ ਉਹ ਵਾਲਾ ਜਿਹੜਾ ਸਟਰਕਚਰ ਹੋਏਗਾ ਤੁਹਾਡਾ ਸਹੀ ਹੋਏਗਾ, ਉਹ ਸਟਰਕਚਰ ਨੂੰ ਤੁਸੀਂ ਸਹੀ ਮੰਨੋਗੇ। ਸਿਮਿਲਰਲੀ ਜਿਵੇਂ ਤੁਹਾਡੇ ਕੋਲ ਵਰਡ ਦਿੱਤੇ ਹੋਏ ਆ ਪੋਜੈਸਿਵ ਪ੍ਰੋਨਾउन ਹੈ, ਇਸ ਤੋਂ ਬਾਅਦ ਜੇ ਨਾउन ਯੂਜ਼ ਕੀਤਾ ਜਾ ਰਿਹਾ ਤੇ ਉਹ ਵਾਲੀ ਸਟਰਕਚਰ ਰੋਂਗ ਹੋਏਗੀ। ਪੋਜੈਸਿਵ ਪ੍ਰੋਨਾउन ਦੇ ਨਾਲ ਕਦੇ ਵੀ ਨਾउन ਦਾ ਯੂਜ਼ ਨਹੀਂ ਹੋਏਗਾ, ਬਟ ਪੋਜੈਸਿਵ ਐਡਜੈਕਟਿਵ ਤੋਂ ਬਾਅਦ ਜੇ ਨਾउन ਯੂਜ਼ ਕੀਤਾ ਜਾ ਰਿਹਾ, ਜੇ ਪੋਜੈਸਿਵ ਐਡਜੈਕਟਿਵ ਨੂੰ ਨਾउन ਫੋਲੋ ਕਰ ਰਿਹਾ ਤਾਂ ਇਹ ਤੁਹਾਡੇ ਕੋਲ ਕੀ ਹੋਏਗੀ, ਸਹੀ ਸਟਰਕਚਰ ਹੈ ਜਿਹੜੀ ਤੁਸੀਂ ਕਹੋਗੇ। ਹਾਂਜੀ, ਜਿਵੇਂ ਤੁਹਾਡੇ ਕੋਲ ਨੀਚੇ ਦੋ ਵਰਡ ਲਿਖੇ ਹੋਏ
ਮਾਈ ਐਂਡ ਮਾਈ, ਮਾਈ ਨਾਮ, ਮਾਈ ਤੋਂ ਬਾਅਦ ਜਿਵੇਂ ਕੋਈ ਨਾਮ ਦਾ ਯੂਜ਼ ਕੀਤਾ ਤਾਂ ਉਹ ਕੀ ਹੋਏਗਾ ਤੁਹਾਡੇ ਕੋਲੇ ਸਹੀ ਹੋਏਗਾ, ਬਿਕਾਜ਼ ਮਾਈ ਕੀ ਹੈ ਤੁਹਾਡੇ ਕੋਲੇ ਇੱਕ ਪੋਜੈਸਿਵ ਐਡਜੈਕਟਿਵ ਹੈ। ਮਾਈਨ ਕੀ ਹੈ ਤੁਹਾਡੇ ਕੋਲੇ ਪੋਜੈਸਿਵ ਪ੍ਰਨਾਉਨ ਹੈ, ਤੇ ਮਾਈ ਦੇ ਨਾਲ ਜੇ ਤੁਸੀਂ ਨਾਉਨ ਦਾ ਯੂਜ਼ ਕਰ ਰਹੇ ਹੋ ਤਾਂ ਉਹ ਵਾਲੀ ਚੀਜ਼ ਕੀ ਹੋਏਗੀ ਤੁਹਾਡੀ ਰੋਂਗ ਹੋਏਗੀ। ਮਾਈ ਤੋਂ ਬਾਅਦ ਤੁਸੀਂ ਨਾਉਨ ਦਾ ਯੂਜ਼ ਹੈ ਜਿਹੜਾ ਉਹ ਨਹੀਂ ਕਰ ਸਕਦੇ। ਸਿਮਿਲਰਲੀ ਤੁਹਾਡੇ ਕੋਲੇ ਕੁਝ ਕੁ ਵਰਡਸ ਹੁੰਦੇ ਆ ਜਿਹੜੇ ਕਿ ਆਪਾਂ ਪੋਜੈਸਿਵ ਐਡਜੈਕਟਿਵ ਤੇ ਪੋਜੈਸਿਵ ਪ੍ਰਨਾਉਨ ਦੇ ਕੇਸ ਦੇ ਵਿੱਚ ਡਿਸਕਸ ਕਰ ਰਹੇ ਹਾਂ। ਆਪਾਂ ਉਹਨਾਂ ਦੀ ਦੁਬਾਰਾ ਲਿਸਟ ਬਣਾ ਰਹੇ ਹਾਂ। ਵੈਸੇ ਇਹ ਵਾਲੀ ਲਿਸਟ ਹੈ ਜਿਹੜੀ ਆਪਾਂ ਪ੍ਰਨਾਉਨ ਦੇ ਵਿੱਚ ਇੱਕ ਵਾਰ ਡਿਸਕਸ ਕਰ ਚੁੱਕੇ ਹਾਂ। ਹਾਂਜੀ, ਤਾਂ ਪੋਜੈਸਿਵ ਕੇਸ ਹੈ ਜਿਹੜੇ ਦੋ ਪਾਰਟਸ ਦੇ ਵਿੱਚ ਆਪਾਂ ਡਿਵਾਈਡ ਕੀਤੇ। ਇੱਕ ਨੂੰ ਆਪਾਂ ਕਿਹਾ ਪੋਜੈਸਿਵ ਐਡਜੈਕਟਿਵ, ਸੈਕਿੰਡ ਨੂੰ ਆਪਾਂ ਕਿਹਾ ਪੋਜੈਸਿਵ ਪ੍ਰਨਾਉਨ। ਹੁਣ ਆਪਾਂ ਡਿਸਕਸ ਕਰਾਂਗੇ ਕਿ ਕਿਹੜੇ ਵਰਡ ਤੁਹਾਡੇ ਪੋਜੈਸਿਵ ਐਡਜੈਕਟਿਵ ਦੇ ਵਿੱਚ ਆਉਂਦੇ ਆ ਤੇ ਕਿਹੜੇ ਜਿਹੜੇ ਤੁਸੀਂ ਡਿਸਕਸ ਕਰ ਰਹੇ ਹੋ ਪੋਜੈਸਿਵ ਪ੍ਰਨਾਉਨ ਦੇ ਵਿੱਚ। ਹਾਂਜੀ, ਪੋਜੈਸਿਵ ਐਡਜੈਕਟਿਵ ਤੁਹਾਡੇ ਕੋਲੇ ਕਿਹੜੇ ਵਰਡਸ ਨੇ, ਸੈਕਿੰਡ ਆਪਣੇ ਕੋਲੇ ਹੈਗੇ ਪੋਜੈਸਿਵ ਪ੍ਰਨਾਉਨ। ਉਹਨਾਂ ਚ ਆਪਾਂ ਕਿੰਨਾ ਵਰਡ ਨੂੰ ਡਿਸਕਸ ਕਰ। ਹਾਂਜੀ, ਤਾਂ ਪੋਜੈਸਿਵ ਐਡਜੈਕਟਿਵ ਦੇ ਵਿੱਚ ਆ ਜਾਂਦਾ ਤੁਹਾਡੇ ਕੋਲੇ ਵਰਡ ਹਿਸ, ਹਰ, ਇਟਸ, ਮਾਈ, your, their and of। ਇਹ ਸਾਰੇ ਦੇ ਸਾਰੇ ਕੀ ਹੈ ਤੁਹਾਡੇ ਕੋਲੇ ਪੋਜੈਸਿਵ ਐਡਜੈਕਟਿਵ ਨੇ। ਨੋਟ ਕਰੋਗੇ ਕਿ ਐਡਜੈਕਟਿਵ ਫਾਰਮ ਹੈ ਇਹ ਪ੍ਰਨਾਉਨ ਨਹੀਂ ਹੈਗੇ। ਬਟ ਜੇ ਤੁਸੀਂ ਪੋਜੈਸਿਵ ਪ੍ਰਨਾਉਨ ਦੀ ਗੱਲ ਕਰੋ ਤਾਂ ਹਿਸ ਦਾ ਹਿਸ ਹੀ ਰਹਿੰਦਾ। ਹਿਸ ਆਪਣੇ ਕੋਲੇ ਪੋਜੈਸਿਵ ਪ੍ਰਨਾਉਨ ਵੀ ਹੈ। ਹਰ ਹੈ ਜਿਹੜਾ ਪੋਜੈਸਿਵ ਐਡਜੈਕਟਿਵ ਹੈ, ਬਟ ਹਰਸ ਵਰਡ ਹੈ ਜਿਹੜਾ ਉਹ ਪੋਜੈਸਿਵ ਪ੍ਰਨਾਉਨ ਹੁੰਦਾ ਹੈ। ਹਰਸ ਐਸ ਵਰਡ ਹੈ ਜਿਹੜਾ ਪਿੱਛੇ ਐਡ ਹੋ ਜਾਂਦਾ। ਇਟਸ ਹੈ ਤੁਹਾਡੇ ਕੋਲੇ ਪੋਜੈਸਿਵ ਐਡਜੈਕਟਿਵ ਵੀ ਹੈ ਤੇ ਇਟਸ ਨੂੰ ਹੀ ਤੁਸੀਂ ਪੋਜੈਸਿਵ ਪ੍ਰਨਾਉਨ ਕੇਸ ਦੇ ਵਿੱਚ ਵੀ ਯੂਜ਼ ਕਰਦੇ ਹੋ। ਮਾਈ ਤੁਹਾਡੇ ਕੋਲੇ ਪੋਜੈਸਿਵ ਐਡਜੈਕਟਿਵ ਫਾਰਮ ਹੈ ਤੇ ਮਾਈ ਹੈ ਜਿਹੜਾ ਇਹ ਪੋਜੈਸਿਵ ਪ੍ਰਨਾਉਨ ਕੇਸ ਆ। ਸਿਮਿਲਰਲੀ ਤੁਹਾਡੇ ਕੋਲੇ ਯੂਅਰ ਵਰਡ ਆ ਪੋਜੈਸਿਵ ਐਡਜੈਕਟਿਵ ਚ ਆਉਂਦਾ ਹੈ ਤੇ ਜੇ ਤੁਸੀਂ ਡਿਸਕਸ ਕਰੋ ਯੂਅਰਸ ਦਾ ਤਾਂ ਯੂਅਰਸ ਦਾ ਯੂਜ਼ ਹੈ ਜਿਹੜਾ ਪੋਜੈਸਿਵ ਪ੍ਰਨਾਉਨ ਕੇਸ ਦੇ ਵਿੱਚ ਕੀਤਾ ਜਾਂਦਾ ਹੈ। ਦੇਅਰ ਪੋਜੈਸਿਵ ਐਡਜੈਕਟਿਵ ਹੈ ਤੇ ਦੇਅਰਸ ਕੀ ਹੈ ਪੋਜੈਸਿਵ ਪ੍ਰਨਾਉਨ ਹੈ। ਦੇਅਰਸ ਆਪਣੇ ਕੋਲੇ ਪੋਜੈਸਿਵ ਪ੍ਰਨਾਉਨ ਹੈ। ਸਿਮਿਲਰਲੀ ਵਰਡ ਆਪਣੇ ਕੋਲੇ ਅਵਰ ਕੀ ਪੋਜੈਸਿਵ ਐਡਜੈਕਟਿਵ ਹੈ ਤੇ ਜੇ ਆਪਾਂ ਯੂਜ਼ ਕਰੀਏ ਵਰਡ ਅਵਰਸ ਦਾ ਤੇ ਇਹ ਹੋ ਜਾਏਗਾ ਪੋਜੈਸਿਵ ਪ੍ਰਨਾਉਨ ਹੋਏਗਾ। ਆਈ ਹੋਪ ਤੁਹਾਨੂੰ ਇਹ ਕਨਸੈਪਟ ਹੈ ਜਿਹੜਾ ਪਹਿਲਾਂ ਆਪਾਂ ਪ੍ਰਨਾਉਨ ਦੀਆਂ ਕਲਾਸਿਸ ਕੀਤੀਆਂ ਸੀ ਉਹਦੇ ਨਾਲ ਤੁਸੀਂ ਕਨੈਕਟ ਕਰ ਲਿਆ ਹੋਵੇਗਾ ਕਿ ਪੋਜੈਸਿਵ ਐਡਜੈਕਟਿਵ ਕਿਹੜੇ ਸੀ ਤੇ ਪੋਜੈਸਿਵ ਪ੍ਰਨਾਉਨ ਕਿਹੜੇ ਸੀ। ਉੱਥੇ ਵੀ ਆਪਾਂ ਕੀ ਡਿਸਕਸ ਕੀਤਾ ਸੀ ਕਿ ਜਦੋਂ ਆਪਾਂ ਪੋਜੈਸਿਵ ਐਡਜੈਕਟਿਵ ਨੂੰ ਇੱਕ ਸੀਰੀਜ਼ ਦੇ ਵਿੱਚ ਯੂਜ਼ ਕਰਦੇ ਹਾਂ, ਆਰਡਰ ਫਾਰਮ ਯੂਜ਼ ਕਰਦੇ ਹਾਂ ਉਹਨਾਂ ਦੀ, ਤਾਂ ਆਪਾਂ ਯੂਜ਼ ਕਰਦੇ ਹਾਂ ਵਰਡ ਯੂਅਰ, ਦੇਅਰ ਔਰ ਅਵਰ ਦਾ, ਜਿਹੜੀ ਪਲੂਰਲ ਫਾਰਮ ਯੂਜ਼ ਕੀਤੀ ਜਾਂਦੀ ਹੈ ਪੋਜੈਸਿਵ ਐਡਜੈਕਟਿਵ ਦੀ ਜਦੋਂ ਉਹਨਾਂ ਨੂੰ ਆਰਡਰ ਦੇ ਵਿੱਚ ਅਰੇਂਜ ਕਰਾਂਗੇ। ਉਹ ਆਪਣਾ ਪ੍ਰਨਾਉਨ ਦਾ ਟੌਪਿਕ ਸੀ, ਬਟ ਅੱਜ ਆਪਾਂ ਜਿਹੜਾ ਡਿਸਕਸ ਕਰ ਰਹੇ ਹਾਂ ਟੌਪਿਕ ਐਡਜੈਕਟਿਵ ਦਾ, ਤੇ ਐਡਜੈਕਟਿਵ ਦੇ ਵਿੱਚ ਆਪਾਂ ਯੂਜ਼ ਕਰਾਂਗੇ ਪੋਜੈਸਿਵ ਐਡਜੈਕਟਿਵ ਦਾ। ਤੇ ਜਿਹੜੀ ਚੀਜ਼ ਤੁਹਾਨੂੰ ਉੱਥੇ ਵੀ ਨੋਟ ਕਰਵਾਈ ਸੀ ਕਿ ਜੇ ਤੁਹਾਡੇ ਕੋਲ ਪੋਜੈਸਿਵ ਐਡਜੈਕਟਿਵ ਦਾ ਯੂਜ਼ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖੋਗੇ ਕਿ ਉਸ ਤੋਂ ਬਾਅਦ ਵਾਲਾ ਜਿਹੜਾ ਤੁਹਾਡਾ ਵਰਡ ਹੋਏਗਾ ਉਹ ਹਮੇਸ਼ਾ ਨਾਉਨ ਯੂਜ਼ ਕੀਤਾ ਹੋਏਗਾ। ਪੋਜੈਸਿਵ ਐਡਜੈਕਟਿਵ ਤੋਂ ਬਾਅਦ ਜਿਹੜਾ ਵਰਡ ਆਉਂਦਾ ਹੁੰਦਾ ਉਹ ਨਾਉਨ ਫਾਰਮ ਦਾ ਹੁੰਦਾ। ਫॉर ਐਗਜ਼ਾਮਪਲ ਜਿਵੇਂ ਆਪਾਂ ਪਿੱਛੇ ਡਿਸਕਸ ਕੀਤਾ ਹੈ ਮਾਈ ਤੋਂ ਬਾਅਦ ਤੁਹਾਡੇ ਕੋਲੇ ਨਾਉਨ ਫਾਰਮ ਹੋਏਗੀ। ਜਿਵੇਂ ਆਪਾਂ ਲਿਖ ਲਿਆ ਮਾਈ ਬੁੱਕ, ਮਾਈ ਬੁੱਕ, ਤਾਂ ਹੁਣ ਮਾਈ ਕੀ ਹੈ ਪੋਜੈਸਿਵ ਐਡਜੈਕਟਿਵ ਹੈ, ਉਸ ਤੋਂ ਬਾਅਦ ਜਿਹੜਾ ਵਰਡ ਯੂਜ਼ ਕੀਤਾ ਬੁੱਕ ਨਾਉਨ ਹੈ, ਤਾਂ ਮਾਈਨ ਬੁੱਕ ਨਹੀਂ ਹੁੰਦਾ। ਮਾਈਨ ਬੁੱਕ ਹੈ ਜਿਹੜਾ ਉਹ ਰੋਂਗ ਹੋਏਗਾ। ਮਾਈਨ ਦਾ ਯੂਜ਼ ਨਹੀਂ ਕੀਤਾ ਜਾ ਸਕਦਾ ਬਿਕਾਜ਼ ਪੋਜੈਸਿਵ ਪ੍ਰਨਾਉਨ ਹੈ ਤੇ ਤੁਹਾਡੇ ਕੋਲੇ ਬੁੱਕ ਨਾਉਨ ਹੈ, ਤਾਂ ਦੋਨਾਂ ਦਾ ਯੂਜ਼ ਐਵੇਂ ਨਹੀਂ ਕੀਤਾ ਜਾ ਸਕਦਾ। ਸਟਰਕਚਰ ਤੁਹਾਡੀ ਰੋਂਗ ਹੋਏਗੀ। ਬਟ ਜੇ ਤੁਹਾਡੇ ਕੋਲੇ ਮਾਈ ਯੂਜ਼ ਕੀਤਾ ਜਾ ਰਿਹਾ ਇਸ ਤੋਂ ਬਾਅਦ ਤੁਸੀਂ ਨਾਉਨ ਯੂਜ਼ ਕਰ ਰਹੇ ਹੋ ਤਾਂ ਉਹ ਚੀਜ਼ ਸਹੀ ਹੋਗੀ ਬਿਕਾਜ਼ ਪੋਜੈਸਿਵ ਐਡਜੈਕਟਿਵ ਹੈ ਜਿਹੜਾ ਇਸ ਤੋਂ ਬਾਅਦ ਤੁਸੀਂ ਨਾਉਨ ਵਰਡ ਹੈ ਜਿਹੜਾ ਉਹ ਯੂਜ਼ ਕਰਨਾ ਹੁੰਦਾ ਹੈ। ਆਈ ਹੋਪ ਤੁਹਾਨੂੰ ਕੰਸੈਪਟ ਪਤਾ ਲੱਗ ਗਿਆ ਹੋਊਗਾ। ਹਾਂਜੀ, ਤਾਂ ਇਹ ਸੀ ਤੁਹਾਡੇ ਕੋਲੇ ਕੰਸੈਪਟ ਕਿ ਦੇ ਪੋਜੈਸਿਵ ਐਡਜੈਕਟਿਵ ਹੈ ਉਸ ਤੋਂ ਬਾਅਦ ਤੁਹਾਡੇ ਕੋਲੇ ਵਰਡ ਯੂਜ਼ ਕੀਤਾ ਜਾ ਰਿਹਾ ਨਾਉਨ, ਤਾਂ ਉਹ ਵਾਲੀ ਸਟਰਕਚਰ ਤੁਹਾਡੀ ਸਹੀ ਹੋਏਗੀ ਤੇ ਤੁਸੀਂ ਉਹਨੂੰ ਜਿਹੜਾ ਇਸ ਤਰੀਕੇ ਨਾਲ ਯੂਜ਼ ਕਰੋਗੇ। ਜਿਵੇਂ ਮਾਈ ਬੁੱਕ ਹੋ ਗਿਆ, ਮਾਈ ਪੈਨ, ਮਾਈ ਚੇਅਰ, ਤਾਂ ਆਪਾਂ ਇਹ ਯੂਜ਼ ਕਰ ਹੀ ਲੈਂਦੇ ਹਾਂ। ਤਾਂ ਅੱਗੇ ਜੇ ਤੁਹਾਡੇ ਕੋਲੇ ਪੋਜੈਸਿਵ ਪ੍ਰਨਾਉਨ ਦੇ ਨਾਲ ਕੋਈ ਨਾਉਨ ਵਰਡ ਯੂਜ਼ ਕੀਤਾ ਹੋਇਆ ਜਿਵੇਂ ਮਾਈ ਬੁੱਕ, ਮਾਈ ਡੈਸਕ, ਇਸ ਤਰੀਕੇ ਨਾਲ ਯੂਜ਼ ਕੀਤੇ ਜਾ ਰਹੇ ਆ ਤਾਂ ਉਹ ਚੀਜ਼ ਹੋਊਗੀ ਤੁਹਾਡੀ ਰੋਂਗ ਹੋਏਗੀ। ਪੋਜੈਸਿਵ ਪ੍ਰਨਾਉਨ ਦੇ ਨਾਲ ਕਦੇ ਵੀ ਨਾਉਨ ਫਾਰਮ ਯੂਜ਼ ਨਹੀਂ ਕੀਤੀ ਜਾਂਦੀ। ਪੋਜੈਸਿਵ ਐਡਜੈਕਟਿਵ ਦੇ ਨਾਲ ਤੁਸੀਂ ਨਾਉਨ ਦਾ ਯੂਜ਼ ਕਰ ਸਕਦੇ ਹੋ। ਸੋ ਸੈਕਿੰਡ ਵਾਲੀ ਸਟਰਕਚਰ ਜਿਹੜੀ ਇੱਥੇ ਲਿਖੀ ਹੋਈ ਹੈ ਉਹ ਕੀ ਆਪਣੇ ਕੋਲੇ ਰੋਂਗ ਹੈ, ਇਹਦਾ ਯੂਜ਼ ਨਹੀਂ ਹੁੰਦਾ। ਆਪਾਂ ਯੂਜ਼ ਕਰਾਂਗੇ ਪੋਜੈਸਿਵ ਐਡਜੈਕਟਿਵ ਪਲੱਸ ਨਾਉਨ। ਆਪਣੇ ਕੋਲੇ ਕੁਝ ਕੁ ਸੈਂਟੈਂਸਸ ਨੇ। ਹਾਂਜੀ, ਆਪਾਂ ਡਿਸਕਸ ਕਰ ਰਹੇ ਹਾਂ। ਜਿਵੇਂ ਆਪਣੇ ਕੋਲੇ A ਨੰਬਰ ਐਗਜ਼ਾਮਪਲ ਹੈ, ਦਿਸ ਇਜ਼ ਮਾਈਨ ਬੁੱਕ, ਤਾਂ ਤੁਹਾਨੂੰ ਪਹਿਲੀ ਦੱਸਦਾ ਕਿ ਮਾਈਨ ਕੀ ਹੈ ਆਪਣੇ ਕੋਲੇ ਪੋਜੈਸਿਵ ਪ੍ਰਨਾਉਨ ਹੈ। ਇਹ ਇੱਕ ਪੋਜੈਸਿਵ ਪ੍ਰਨਾਉਨ ਹੈ ਤੇ ਇਸ ਤੋਂ ਬਾਅਦ ਜਿਹੜਾ ਵਰਡ ਆਪਾਂ ਯੂਜ਼ ਕੀਤਾ ਬੁੱਕ, ਇਹ ਕੀ ਹੈ ਇੱਕ ਨਾਉਨ। ਪੋਜੈਸਿਵ ਪ੍ਰਨਾਉਨ ਤੋਂ ਬਾਅਦ ਨਾਉਨ ਦਾ ਯੂਜ਼ ਨਹੀਂ ਕੀਤਾ ਜਾ ਸਕਦਾ। ਸੋ ਇਹ ਵਾਲੀ ਸਟਰਕਚਰ ਹੈ ਜਿਹੜੀ ਆਪਣੀ ਰੋਂਗ ਹੈ। ਬੇਸਿਕਲੀ ਆਪਾਂ ਜੇ ਯੂਜ਼ ਕਰਨਾ ਹੋਵੇ ਆਪਾਂ ਯੂਜ਼ ਕਰ ਸਕਦੇ ਸੀ ਇਹਨੂੰ ਦਿਸ ਬੁੱਕ ਇਜ਼ ਮਾਈਨ। ਇਸ ਤਰੀਕੇ ਨਾਲ ਤੁਸੀਂ ਮਾਈਨ ਵਰਡ ਯੂਜ਼ ਕਰ ਸਕਦੇ ਹੋ, ਬਟ ਮਾਈਨ ਤੋਂ ਬਾਅਦ ਜੇ ਨਾਉਨ ਯੂਜ਼ ਕੀਤਾ ਜਾ ਰਿਹਾ ਤਾਂ ਉਹ ਰੋਂਗ ਹੋਏਗਾ। ਸਿਮਿਲਰਲੀ ਤੁਹਾਡੇ ਕੋਲੇ B ਨੰਬਰ ਸੈਂਟੈਂਸ ਤੁਸੀਂ ਚੈੱਕ ਕਰੋਗੇ ਦਿਸ ਇਜ਼ ਮਾਈ ਬੁੱਕ, ਤਾਂ ਹੁਣ ਮਾਈ ਕੀ ਆਪਣੇ ਕੋਲੇ ਪੋਜੈਸਿਵ ਐਡਜੈਕਟਿਵ ਹੈ।
ਪੋਜੈਸਿਵ ਐਡਜੈਕਟਿਵ ਹੈ ਤੇ ਇਸ ਤੋਂ ਬਾਅਦ ਤੁਸੀਂ ਵਰਡ ਯੂਜ਼ ਕੀਤਾ ਨਾउन ਫਾਰਮ ਦੈਟ ਇਜ਼ ਬੁੱਕ ਤੇ ਨਾउन ਪੋਜੈਸਿਵ ਐਡਜੈਕਟਿਵ ਤੋਂ ਬਾਅਦ ਯੂਜ਼ ਕੀਤਾ ਜਾ ਰਿਹਾ ਤਾਂ ਇਹ ਸਟਰਕਚਰ ਸਹੀ ਹੋਏਗੀ ਦਿਸ ਇਜ਼ ਮਾਈ ਬੁੱਕ ਦਿਸ ਇਜ਼ ਮਾਈ ਪੈਨ ਦਿਸ ਇਜ਼ ਮਾਈ ਚੇਅਰ ਆਪਾਂ ਐਵੇਂ ਯੂਜ਼ ਕਰ ਲੈਣੇ ਦਿਸ ਇਜ਼ ਮਾਈ ਬੁੱਕ ਇਹ ਰੋਂਗ ਹੋਏਗਾ ਦਿਸ ਬੁੱਕ ਇਜ਼ ਮਾਈਨ ਆਪਾਂ ਯੂਜ਼ ਕਰ ਸਕਦੇ ਹਾਂਜੀ ਆਈ ਹੋਪ ਤੁਹਾਨੂੰ ਪੋਜੈਸਿਵ ਐਡਜੈਕਟਿਵ ਤੇ ਪੋਜੈਸਿਵ ਪ੍ਰਨਾਉਨ ਦਾ ਡਿਫਰੈਂਸ ਹੈ ਜਿਹੜਾ ਉਹ ਸਮਝ ਆ ਗਿਆ ਹੋਊਗਾ ਤੇ ਕਿਸ ਤਰੀਕੇ ਨਾਲ ਇਹਦੇ ਨਾਲ ਰਿਲੇਟਡ ਕੁਐਸਚਨ ਹੈ ਜਿਹੜੇ ਆਪਾਂ ਸੋਲਵ ਕਰਨੇ ਉਹ ਵੀ ਚੀਜ਼ ਪਤਾ ਲੱਗ ਗਈ ਹੋਊਗੀ ਤਾਂ ਹੁਣ ਦੇਖਦੇ ਆਪਾਂ ਕੁਝ ਕੁਐਸਚਨ ਜੋ ਕਿ ਤੁਹਾਡੇ ਇਸ ਕਨਸੈਪਟ ਨਾਲ ਰਿਲੇਟਡ ਨੇ ਹਾਂਜੀ ਤਾਂ ਫਰਸਟ ਕੁਐਸਚਨ she likes mine dress she likes mine dress ਤਾਂ ਹੁਣ ਚੈੱਕ ਕਰੋਗੇ ਕਿ ਤੁਹਾਡੇ ਕੋਲੇ ਇੱਥੇ ਕੀ ਐਰਰ ਹੈ A B C D ਤੇ ਤੁਹਾਡੇ ਕੋਲੇ 4 ਪਾਰਟ ਦਿੱਤੇ ਹੋਏ ਆ ਤੁਸੀਂ ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਤੁਸੀਂ ਐਰਰ ਹੈ ਜਿਹੜੀ ਉਹ ਫੜਨੀ ਹੈ ਹਾਂਜੀ ਤਾਂ ਦੇਖੋ she likes she word यूज ਕੀਤਾ ਹੈ ਸਿੰਗੂਲਰ ਨਾउन ਹੈ ਆਪ ਸਿੰਗੂਲਰ ਵਰਡ ਹੈ ਸਿੰਗੂਲਰ ਪ੍ਰਨਾउन ਹੈ ਤਾਂ ਅੱਗੇ ਵਾਲੀ verb ਵੀ ਜਿਹੜੀ ਸਿੰਗੂਲਰ ਫਾਰਮ ਯੂਜ਼ ਕੀਤੀ ਹੋਈ ਹੈ likes ਓਕੇ ਅੱਗੇ ਤੁਸੀਂ ਯੂਜ਼ ਕੀਤਾ mine ਦਾ ਜੋ ਕਿ ਕੀ ਹੈ ਇੱਕ ਪੋਜੈਸਿਵ ਪ੍ਰਨਾउन ਹੈ ਪੋਜੈਸਿਵ ਪ੍ਰਨਾउन ਹੈ ਇਸ ਤੋਂ ਬਾਅਦ ਵਰਡ ਯੂਜ਼ ਕੀਤਾ ਹੋਇਆ ਹੈਗਾ ਡਰੈਸ ਡਰੈਸ ਕੀ ਹੈ ਇੱਕ ਨਾउन ਹੈ ਪੋਜੈਸਿਵ ਪ੍ਰਨਾउन ਨਾउन ਤੋਂ ਪਹਿਲਾਂ ਨਹੀਂ ਆ ਸਕਦੇ ਸੋ ਤੁਸੀਂ ਕੀ ਕਰੋਗੇ ਬੀ ਪਾਰਟ ਨਾਲ ਐਰਰ ਕਰੋਗੇ ਬੀ ਪਾਰਟ ਦੇ ਵਿੱਚ ਐਰਰ ਹੈ ਯੂਜ਼ ਨਹੀਂ ਕੀਤਾ ਜਾਏਗਾ she likes ਮਾਈ ਦੀ ਥਾਂ ਤੇ ਤੁਸੀਂ ਯੂਜ਼ ਕਰੋਗੇ ਵਰਡ ਮਾਈ ਦਾ she likes my dress ਤਾਂ ਇਵੇਂ ਹੈ ਜਿਹੜਾ ਤੁਹਾਡਾ ਇਹ ਵਾਲਾ ਸੈਂਟੈਂਸ ਬਣੇਗਾ she likes my dress ਤਾਂ ਮਾਈ ਯੂਜ਼ ਹੋਏਗਾ ਮਾਈ ਯੂਜ਼ ਨਹੀਂ ਹੋਏਗਾ ਬਟ ਜੇ ਤੁਸੀਂ ਸਿੰਗੂਲਰਲੀ ਸੈਂਟੈਂਸ ਨੂੰ ਐਵੇਂ ਬਣਾਓਗੇ ਹਾਂਜੀ ਬਸ ਇਸ ਤਰੀਕੇ ਨਾਲ ਆਪਾਂ ਦੇਖਾਂਗੇ ਸ਼ੀ ਲਾਈਕਸ ਮਾਈਨ ਡਰੈਸ ਜਿਵੇਂ ਆਪਾਂ ਪਿੱਛੇ ਬਣਾਈ ਹੈ ਦਿਸ ਬੁੱਕ ਇਜ਼ ਮਾਈਨ ਤਾਂ ਉਸ ਤਰੀਕੇ ਨਾਲ ਮੈਂ ਦੇਖ ਰਹੀ ਸੀ ਕਿ ਇਸ ਸੈਂਟੈਂਸ ਨੂੰ ਆਪਾਂ ਕਿਵੇਂ ਬਣਾਉਣਾ ਹੈ ਤਾਂ ਸ਼ੋਇਦ ਆਪਾਂ ਕੀ ਕਰ ਰਹੇ ਹਾਂ 8 ਨੰਬਰ ਕੁਐਸਚਨ ਹੈ ਡਿਸਕਸ ਕੀਤਾ ਹੈ ਕਿ ਮਾਈਨ ਦੀ ਥਾਂ ਤੇ ਆਪਾਂ ਕੀ ਯੂਜ਼ ਕਰਾਂਗੇ ਮਾਈ ਦਾ ਯੂਜ਼ ਕਰਾਂਗੇ ਬਿਕੋਜ਼ ਪੋਜੈਸਿਵ ਪ੍ਰਨਾਉਨ ਕਦੇ ਵੀ ਨਾउन ਤੋਂ ਪਹਿਲਾਂ ਜਿਹੜੇ ਤੁਹਾਡੇ ਕੋਲ ਯੂਜ਼ ਨਹੀਂ ਕੀਤੇ ਜਾ ਸਕਦੇ ਤਾਂ 9 ਨੰਬਰ ਕੁਐਸਚਨ ਹੈ ਜਿਹੜਾ ਤੁਸੀਂ ਚੈੱਕ ਕਰੋਗੇ देयर अचीवमेंट्स आर ग्रेटर दैन आवर अचीवमेंट्स देयर अचीवमेंट्स आर ग्रेटर दैन आवर अचीवमेंट्स ਤਾਂ ਹੁਣ ਅਗੇਨ ਤੁਸੀਂ ਚੈੱਕ ਕਰੋਗੇ ਕਿ ਕੀ ਯੂਜ਼ ਕੀਤਾ ਜਾ ਰਿਹਾ ਆਪਾਂ ਯੂਜ਼ ਕੀਤਾ ਵਰਡ ਆਵਰਸ ਅਗੇਨ ਤੁਹਾਡੇ ਕੋਲੇ ਆਵਰਸ ਦਾ ਯੂਜ਼ ਹੋਇਆ ਤੇ ਆਵਰਸ ਕੀ ਹੈ ਪੋਜੈਸਿਵ ਪ੍ਰਨਾउन ਹੈ ਤੇ ਪੋਜੈਸਿਵ ਪ੍ਰਨਾउन ਬਿਫੋਰ ਨਾउन ਯੂਜ਼ ਨਹੀਂ ਕੀਤਾ ਜਾ ਸਕਦਾ ਅਚੀਵਮੈਂਟਸ ਨਾउन ਹੈ ਅੱਗੇ ਪੋਜੈਸਿਵ ਪ੍ਰਨਾउन ਹੈ ਜੋ ਕਿ ਰੋਂਗ ਹੈ ਤੁਸੀਂ ਇਹਨੂੰ ਕੀ ਕਰੋਗੇ ਪੋਜੈਸਿਵ ਐਡਜੈਕਟਿਵ ਬਣਾਓਗੇ ਪੋਜੈਸਿਵ ਐਡਜੈਕਟਿਵ ਦਾ ਯੂਜ਼ ਕਰੋਗੇ ਪੋਜੈਸਿਵ ਐਡਜੈਕਟਿਵ ਕੀ ਹੁੰਦਾ ਆਵਰਸ ਨਹੀਂ ਹੁੰਦਾ ਆਵਰ ਹੁੰਦਾ ਸੋ ਯੂਜ਼ ਕਰੋਗੇ ਆਵਰ ਦਾ ਆਵਰ ਅਚੀਵਮੈਂਟਸ ਸੋ देयर ਅਚੀਵਮੈਂਟਸ ਆਰ ਗ੍ਰੇਟਰ ਦੈਨ ਆਵਰ ਅਚੀਵਮੈਂਟਸ ਆਪਾਂ ਜਿਹੜਾ ਇਹ ਯੂਜ਼ ਕਰਾਂਗੇ ਜੇ ਸਿੰਪਲ ਤੁਸੀਂ ਕਹਿਣਾ ਹੋਵੇ देयर ਅਚੀਵਮੈਂਟਸ ਆਰ ਗ੍ਰੇਟਰ ਦੈਨ ਆਵਰਸ ਤੁਸੀਂ ਯੂਜ਼ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਨਾਮ ਦਾ ਯੂਜ਼ ਨਾ ਕਰੋ ਬਟ ਜੇ ਇਸ ਤਰੀਕੇ ਨਾਲ ਲਿਖ ਰਹੇ ਹੋ ਤਾਂ ਤੁਸੀਂ ਕੀ ਕਰੋਗੇ ਆਵਰ ਅਚੀਵਮੈਂਟਸ ਲਿਖੋਗੇ ਆਵਰਸ ਅਚੀਵਮੈਂਟਸ ਹੈ ਜਿਹੜਾ ਯੂਜ਼ ਨਹੀਂ ਕਰੋਗੇ ਕਿਉਂਕਿ ਆਵਰਸ ਪੋਜੈਸਿਵ ਪ੍ਰਨਾउन ਹੈ ਤੇ ਨਾਮ ਤੋਂ ਪਹਿਲਾਂ ਪੋਜੈਸਿਵ ਪ੍ਰਨਾउन ਦਾ ਯੂਜ਼ ਨਹੀਂ ਕੀਤਾ ਜਾ ਸਕਦਾ ਹਾਂਜੀ ਤਾਂ ਨੈਕਸਟ ਕਨਸੈਪਟ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ ਦੈਟ ਇਜ਼ ਕੁਝ ਕੁ ਜਿਹੜੇ ਐਡਜੈਕਟਿਵ ਹੁੰਦੇ ਆ ਉਹਨਾਂ ਨੂੰ ਆਪਾਂ ਕਿਵੇਂ ਪਛਾਣ ਕਿਵੇਂ ਕਰਾਂਗੇ ਕਿ ਇਹ ਆਪਣੇ ਕੋਲੇ ਵਰਡ ਹੈ ਜਿਹੜਾ ਉਹ ਐਡਜੈਕਟਿਵ ਫਾਰਮ ਦਾ ਜਾਂ ਫਿਰ ਕਿਸੇ ਹੋਰ ਫਾਰਮ ਦਾ ਬਿਕਾਜ਼ ਐਡਵਰਬ ਫਾਰਮ ਦੀ ਵੀ ਹੋ ਸਕਦੀ ਹੈ ਤੁਹਾਡੇ ਕੋਲੇ ਤੇ ਐਡਜੈਕਟਿਵ ਫਾਰਮ ਦੀ ਜਿਹੜੀ ਉੱਥੇ ਯੂਜ਼ ਕੀਤੀ ਹੋ ਸਕਦੀ ਹੈ ਤਾਂ ਹੁਣ ਆਪਾਂ ਡਿਫਰੈਂਸ ਕੀ ਕੱਢਾਂਗੇ ਕਿ ਜੇ ਤੁਹਾਡੇ ਕੋਲੇ ਕੋਈ ਵੀ ਵਰਡ ਐਂਡ ਹੋ ਰਿਹਾ ਏਐਲ ਦੇ ਨਾਲ ਆਈਐਸਐਚ ਦੇ ਨਾਲ ਏਐਲ ਦੇ ਨਾਲ ਐਂਡ ਹੋ ਸਕਦਾ ਹੈ ਆਈਐਸਐਚ ਦੇ ਨਾਲ ਐਂਡ ਹੋ ਸਕਦਾ ਹੈ ਲਾਈਕ ਦੇ ਨਾਲ ਫੁੱਲ ਦੇ ਨਾਲ ਸਮ ਲੈਸ ਏਬਲ ਆਈਵੀਐਲਈ OUS EN ਜਾਂ ਫਿਰ LY ਦੇ ਨਾਲ ਐਂਡ ਹੋ ਰਿਹਾ ਤਾਂ ਉਹ ਕੀ ਹੋਏਗਾ ਤੁਹਾਡੇ ਕੋਲੇ ਹਮੇਸ਼ਾ ਐਡਜੈਕਟਿਵ ਫਾਰਮ ਹੋਏਗੀ ਐਡਜੈਕਟਿਵ ਫਾਰਮ ਹੈ ਜਿਹੜੀ ਤੁਸੀਂ ਯੂਜ਼ ਕਰੋਗੇ ਜੇ ਕੋਈ ਵਰਡ ਤੁਹਾਡੇ ਕੋਲੇ ਯੂਜ਼ ਹੋ ਰਿਹਾ ਐਂਡ ਹੋ ਰਿਹਾ ਐਂਡਿੰਗ ਵਰਡ ਹੈ ਜਿਹੜੇ ਉਹਦੇ ਕੋਲੇ ਸਫਿਕਸਸ ਨੇ ਜਿਹੜੇ ਉਹਦੇ ਕੀ ਹੋਣਗੇ AL ISH ਲਾਈਕ ਫੁੱਲ ਸਮ ਲੈਸ ਏਬਲ IBLE OUS EN ਜਾਂ ਫਿਰ LY ਜੇ ਇਹ ਸਫਿਕਸਸ ਦੇ ਨਾਲ ਕੋਈ ਵਰਡ ਐਂਡ ਹੋ ਰਿਹਾ ਤਾਂ ਕੀ ਹੋਏਗਾ ਉਹ ਐਡਜੈਕਟਿਵ ਹੋਏਗਾ ਫੋਰ ਐਗਜ਼ਾਮਪਲ ਆਪਾਂ ਕੁਝ ਵਰਡ ਹੈ ਜਿਹੜੇ ਡਿਸਕਸ ਕਰ ਰਹੇ ਹਾਂ ਹਾਂਜੀ ਤਾਂ ਫਰਸਟ ਵਰਡ ਹੈ ਤੁਹਾਡੇ ਕੋਲੇ ਚਾਈਲਡ ਚਾਈਲਡ ਕੀ ਇੱਕ ਨਾउन ਹੈ ਉੱਪਰ ਲਿਖਿਆ ਹੋਇਆ ਕਿ ਇਹ ਸਾਰੇ ਤੁਹਾਡੇ ਕੋਲੇ ਜਿੰਨੇ ਵੀ ਵਰਡ ਦਿਖ ਰਹੇ ਆ ਨਾਮ ਦੇ ਨੀਚੇ ਸਾਰੇ ਨਾਮ ਕੈਟਾਗਰੀ ਦੇ ਤੇ ਇਧਰਲੇ ਪਾਸੇ ਜਿਹੜੇ ਵੀ ਤੁਹਾਡੇ ਕੋਲੇ ਐਡਜੈਕਟਿਵ ਦੇ ਨੀਚੇ ਵਰਡਸ ਦਿਖ ਰਹੇ ਆ ਸਾਰੇ ਕੀ ਨੇ ਐਡਜੈਕਟਿਵ ਕੈਟਾਗਰੀ ਹੁਣ ਦੇਖੋ ਤੁਸੀਂ ਚਾਈਲਡ ਵਰਡ ਦੇਖੇ ਹੁਣ ਇਹਨੂੰ ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਕਰਨ ਕੀ ਬਣਾਇਆ ਤੁਸੀਂ ਚਾਈਲਡਿਸ਼ ਤਾਂ ਆਪਾਂ ਡਿਸਕਸ ਕੀਤਾ ਕਿ ਜੇ ਸਫਿਕਸ ISH ਹੋਵੇ ਤਾਂ ਕੀ ਹੁੰਦਾ ਆਪਣੇ ਕੋਲੇ ਐਡਜੈਕਟਿਵ ਫਾਰਮ ਹੁੰਦੀ ਹੈ ਤਾਂ ਚਾਈਲਡਿਸ਼ ਜੇ ਤੁਹਾਨੂੰ ਕਿਤੇ ਵੀ ਦਿਖਦਾ ਤਾਂ ਉਹ ਕੀ ਹੋਏਗਾ ਤੁਹਾਡਾ ਐਡਜੈਕਟਿਵ ਵਰਡ ਹੋਏਗਾ ਸਿਮਿਲਰਲੀ ਕ੍ਰਾਈਮ ਕੀ ਆਪਣੇ ਕੋਲੇ ਇੱਕ ਨਾउन ਵਰਡ ਹੈ ਤੇ ਜੇ ਆਪਾਂ ਬਣਾ ਲਈਏ ਕ੍ਰਿਮੀਨਲ ਤਾਂ AR ਦੇ ਨਾਲ ਐਂਡ ਹੋਇਆ ਅਗੇਨ ਸਫਿਕਸ AL ਹੈ ਸੋ ਇਹ ਕੀ ਹੋ ਗਿਆ ਆਪਣੇ ਕੋਲ ਐਡਜੈਕਟਿਵ ਹੋ ਗਿਆ ਬਾਹਰ ਇੱਕ ਨਾउन ਹੈ ਜੇ ਬਾਹਰ ਲਾਈਕ ਦਾ ਯੂਜ਼ ਕੀਤਾ ਤਾਂ ਉਹ ਐਡਜੈਕਟਿਵ ਹੈ ਅਗੇਨ ਆਪਣੇ ਕੋਲੇ ਸਫਿਕਸ ਕੀ ਹੈ ਇੱਥੇ ਲਾਈਕ ਹੈ ਬਿਊਟੀ ਇੱਕ ਨਾउन ਹੈ ਬਿਊਟੀਫੁਲ ਕੀ ਆਪਣੇ ਕੋਲੇ ਐਡਜੈਕਟਿਵ ਹੈ ਹੋਪ ਨਾउन ਹੈ ਹੋਪ ਲੈਸ ਕੀ ਹੈ ਇੱਕ ਨਾ ਆਪਣੇ ਕੋਲੇ ਐਡਜੈਕਟਿਵ ਫਾਰਮ ਹੈ ਵੀਕ ਐਂਡ ਫਰੈਂਡ ਆਪਣੇ ਕੋਲੇ ਨਾउन ਹੋ ਜੇ ਡੀਪਲੀ ਜਾਂ ਫਿਰ ਆਪਾਂ ਫਰੈਂਡਲੀ ਯੂਜ਼ ਕਰਨੇ ਤਾਂ ਉਹ ਹੋਣਗੇ ਆਪਣੇ ਕੋਲੇ ਪ੍ਰੋਜੈਕਟਿਵ ਹੋਣਗੇ ਤਾਂ ਇਹ ਜਿਹੜੇ ਕੁਝ ਕੁ ਵਰਡ ਨੇ ਆਪਾਂ ਡਿਸਕਸ ਕੀਤੇ ਆ ਕਿ ਜਿਨ੍ਹਾਂ ਦੇ ਨਾਲ ਆਪਣੇ ਕੋਲੇ ਸਫਿਕਸਸ ਐਂਡ ਹੋ ਰਹੇ ਆ ISH ਨਾਲ AL ਨਾਲ ਲਾਈਕ ਨਾਲ ਫੁੱਲ ਲੈਸ LY ਨਾਲ ਤਾਂ ਉਹ ਕੀ ਹੈ ਜਿਹੜੇ ਆਪਾਂ ਪਿੱਛੇ ਡਿਸਕਸ ਕੀਤੇ ਆ ਸੇਮ ਹੀ ਚੀਜ਼ ਹੈ ਕੁਝ ਕੁ ਐਗਜ਼ਾਮਪਲਸ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਐਡਜੈਕਟਿਵ ਫਾਰਮ ਹੈ ਜਿਹੜੀ ਪਛਾਣ ਸਕਦੇ ਹੋ ਤਾਂ ਜੇ ਇਹਨਾਂ ਦੇ ਨਾਲ ਤੁਹਾਡੇ ਕੋਲ ਕੋਈ ਵੀ ਵਰਡ ਐਂਡ ਹੋ ਰਿਹਾ ਤਾਂ ਤੁਸੀਂ ਕੀ ਕਹੋਗੇ ਕਿ ਉਹ ਕੀ ਹੈ ਮਤਲਬ ਐਡਜੈਕਟਿਵ ਵਰਡ
ਬਟ ਇੱਕ ਛੋਟਾ ਜਿਹਾ ਡਿਫਰੈਂਸ ਹੈ ਕਿ ਜੇ ਤੁਹਾਡੇ ਕੋਲੇ ਕਈ ਵਾਰ ਕੀ ਹੁੰਦਾ ਕੋਈ ਵਰਡ ਜੇ ਐਲਵਾਈ ਨਾਲ ਐਂਡ ਹੋ ਰਿਹਾ ਤਾਂ ਉਹ ਜ਼ਿਆਦਾਤਰ ਕੇਸਸ ਦੇ ਵਿੱਚ ਆਪਣੇ ਕੋਲ ਐਡਜੈਕਟਿਵ ਹੁੰਦੇ ਆ ਬਟ ਕੁਝ ਕੁ ਕੇਸਸ ਹੁੰਦੇ ਜਿੱਥੇ ਤੁਹਾਡੇ ਕੋਲ ਐਲਵਾਈ ਨਾਲ ਐਂਡ ਹੋਣ ਵਾਲੇ ਵਰਡ ਹੈ ਜਿਹੜੇ ਉਹ ਐਡਵਰਬ ਫਾਰਮ ਬਣ ਜਾਂਦੇ ਤਾਂ ਹੁਣ ਉੱਥੇ ਵੀ ਦੋ ਆਪਣੇ ਕੋਲੇ ਕੀ ਹੋ ਜਾਂਦੀਆਂ ਸਟਰਕਚਰਸ ਬਣ ਜਾਂਦੀਆਂ ਫਸਟ ਜੇ ਤੁਸੀਂ ਨਾउन ਦੇ ਨਾਲ ਐਲਵਾਈ ਦਾ ਯੂਜ਼ ਕਰ ਰਹੇ ਹੋ ਤਾਂ ਉਹ ਹਮੇਸ਼ਾ ਆਪਣੇ ਕੋਲੇ ਕੀ ਬਣੇਗਾ ਐਡਜੈਕਟਿਵ ਫਾਰਮ ਬਣੇਗੀ ਨਾउन ਦੇ ਨਾਲ ਐਲਵਾਈ ਦਾ ਯੂਜ਼ ਕੀਤਾ ਤਾਂ ਉਹ ਐਡਜੈਕਟਿਵ ਹੋਏਗਾ ਬਟ ਜੇ ਤੁਸੀਂ ਐਡਜੈਕਟਿਵ ਦੇ ਨਾਲ ਐਲਵਾਈ ਦਾ ਯੂਜ਼ ਕਰ ਲਿਆ ਤਾਂ ਉਹ ਐਡਵਰਬ ਹੋਏਗੀ ਹੁਣ ਨਾउन ਦੇ ਨਾਲ ਤਾਂ ਆਪਾਂ ਪਿੱਛੇ ਕਰਕੇ ਜਿਵੇਂ ਆਪਾਂ ਫਰੈਂਡ ਵਰਡ ਯੂਜ਼ ਕੀਤਾ ਫਰੈਂਡ ਦੇ ਨਾਲ ਆਪਾਂ ਐਲਵਾਈ ਦਾ ਯੂਜ਼ ਕੀਤਾ ਤਾਂ ਕੀ ਬਣ ਗਿਆ ਆਪਣੇ ਕੋਲ ਫਰੈਂਡਲੀ ਜੋ ਕਿ ਕੀ ਹੈ ਇੱਕ ਐਡਜੈਕਟਿਵ ਹੈ ਸਿਮਿਲਰਲੀ ਜਿਵੇਂ ਤੁਹਾਨੂੰ ਕਹਾਂ ਕੋਈ ਐਡਜੈਕਟਿਵ ਦੇ ਨਾਲ ਤੁਸੀਂ ਐਲਵਾਈ ਦਾ ਯੂਜ਼ ਕੀਤਾ ਤਾਂ ਉਹ ਐਡਵਰਬ ਬਣੇਗਾ ਹੁਣ ਮੈਂ ਐਡਜੈਕਟਿਵ ਯੂਜ਼ ਕਰ ਲਿਆ ਜਿਵੇਂ ਓਨੈਸਟ ਓਨੈਸਟ ਕੀ ਹੈ ਈਮਾਨਦਾਰ ਹੈ ਕਿ ਕਿਸੇ ਪਰਸਨ ਦੀ ਕੋਈ ਖਾਸੀਅਤ ਹੈ ਤਾਂ ਇਹ ਕੀ ਆ ਗਿਆ ਆਪਣੇ ਕੋਲ ਐਡਜੈਕਟਿਵ ਬਟ ਜੇ ਮੈਂ ਇਹਦੇ ਨਾਲ ਐਲਵਾਈ ਦਾ ਯੂਜ਼ ਕਰ ਲਿਆ ਓਨੈਸਟਲੀ ਬਣ ਗਿਆ ਹੁਣ ਤਾਂ ਇਹ ਕੀ ਹੋਏਗੀ ਤੁਹਾਡੀ ਐਡਵਰਬ ਫਾਰਮ ਹੋਏਗੀ ਓਨੈਸਟਲੀ ਕੀ ਹੈ ਐਡਵਰਬ ਹੈ ਐਡਜੈਕਟਿਵ ਨਹੀਂ ਹੈ ਸੋ ਜ਼ਿਆਦਾਤਰ ਕੇਸਸ ਦੇ ਵਿੱਚ ਤੁਹਾਡੇ ਕੋਲ ਐਲਵਾਈ ਜਦੋਂ ਨਾउन ਦੇ ਨਾਲ ਯੂਜ਼ ਕੀਤੀ ਜਾਂਦੀ ਹੈ ਤਾਂ ਤੁਸੀਂ ਕਹਿ ਰਹੇ ਹੋ ਉਹਨੂੰ ਐਡਜੈਕਟਿਵ ਫਾਰਮ ਦੇ ਵਿੱਚ ਯੂਜ਼ ਕਰ ਲੈਂਦੇ ਹੋ ਬਟ ਜੇ ਤੁਹਾਡੇ ਕੋਲ ਐਡਜੈਕਟਿਵ ਦੇ ਨਾਲ ਐਲਵਾਈ ਦਾ ਯੂਜ਼ ਹੋਗਾ ਤਾਂ ਉਹ ਹਮੇਸ਼ਾ ਐਡਵਰਬ ਫਾਰਮ ਬਣੇਗੀ ਉਹ ਐਡਜੈਕਟਿਵ ਫਾਰਮ ਨਹੀਂ ਹੋਏਗੀ ਤਾਂ ਇਹ ਚੀਜ਼ ਆ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਹਾਂਜੀ ਤਾਂ ਕੁਝ ਕੁ ਵਰਡ ਦੇਖਾਂਗੇ ਜੋ ਨਾउन ਦੇ ਨਾਲ ਐਲਵਾਈ ਦਾ ਯੂਜ਼ ਕਰਕੇ ਐਡਜੈਕਟਿਵ ਬਣਾ ਰਹੇ ਹੋਏ ਤੇ ਕੁਝ ਕੁ ਦੇਖਾਂਗੇ ਜੋ ਐਡਜੈਕਟਿਵ ਦੇ ਨਾਲ ਐਲਵਾਈ ਦਾ ਯੂਜ਼ ਕੀਤਾ ਹੋਇਆ ਤੇ ਆਪਣੇ ਕੋਲ ਐਡਵਰਬ ਫਾਰਮ ਜਿਹੜੀ ਬਣ ਗਈ ਹਾਂਜੀ ਤਾਂ ਫਰਸਟ ਲਿਸਟ ਹੈ ਜਿਨ੍ਹਾਂ ਵਿੱਚ ਆਪਾਂ ਨਾउन ਯੂਜ਼ ਕੀਤਾ ਹੈ ਨਾउन ਦੇ ਨਾਲ ਆਪਾਂ ਐਲਵਾਈ ਐਡ ਕਰਾਂਗੇ ਤੇ ਆਪਣੇ ਕੋਲ ਕੀ ਬਣੇਗਾ ਐਡਜੈਕਟਿਵ ਬਣੇਗਾ ਸੋ ਮਾਈਜ਼ਰ ਮਾਈਜ਼ਰ ਕੀ ਆਪਣੇ ਕੋਲ ਇੱਕ ਨਾउन ਹੈ ਜੇ ਐਲਵਾਈ ਦਾ ਯੂਜ਼ ਕਰ ਲਿਆ ਮਾਈਜ਼ਰਲੀ ਬਣ ਗਿਆ ਹੁਣ ਤਾਂ ਕੀ ਬਣ ਜਾਊਗਾ ਆਪਣੇ ਕੋਲ ਇਹ ਐਡਜੈਕਟਿਵ ਮਾਈਜ਼ਰਲੀ ਵੂਮਨ ਕੀ ਹੈ ਇੱਕ ਨਾउन ਹੈ ਜੇ ਐਲਵਾਈ ਦਾ ਯੂਜ਼ ਕਰ ਲਿਆ ਇਹਦੇ ਨਾਲ ਤਾਂ ਉਹ ਵੂਮਨਲੀ ਬਣ ਜਾਏਗਾ ਸੋ ਇਹ ਕੀ ਹੈ ਇੱਕ ਐਡਜੈਕਟਿਵ ਹੈ ਈਅਰ ਕੀ ਹੈ ਨਾउन ਹੈ ਤੇ ਜਦੋਂ ਤੁਸੀਂ ਇਹਦੇ ਨਾਲ ਐਲਵਾਈ ਦਾ ਯੂਜ਼ ਕਰ ਲਿਆ ਤਾਂ ਤੁਹਾਡੇ ਕੋਲੇ ਕੀ ਬਣ ਜਾਊਗਾ ਈਅਰਲੀ ਸੋ ਇਹ ਵੀ ਕੀ ਹੈ ਇੱਕ ਐਡਜੈਕਟਿਵ ਹੈ ਨੈਕਸਟ ਹੈ ਜਿਹੜਾ ਵਰਡ ਤੁਹਾਡੇ ਕੋਲੇ ਮੰਥ ਮੰਥ ਕੀ ਹੈ ਇੱਕ ਕੋਈ ਨਾउन ਹੈ ਜਦੋਂ ਇਹਦੇ ਨਾਲ ਐਲਵਾਈ ਯੂਜ਼ ਕੀਤਾ ਤੁਸੀਂ ਤਾਂ ਇਹ ਮੰਥਲੀ ਬਣ ਜਾਏਗਾ ਜੋ ਕਿ ਇੱਕ ਐਡਜੈਕਟਿਵ ਹੈ ਸੋ ਇਸ ਤਰੀਕੇ ਨਾਲ ਜੇ ਨਾउन ਦੇ ਨਾਲ ਤੁਸੀਂ ਐਲਵਾਈ ਐਡ ਕਰ ਰਹੇ ਹੋ ਤਾਂ ਉਹ ਐਡਜੈਕਟਿਵ ਬਣ ਜਾਂਦਾ ਹੈ ਬਟ ਜੇ ਤੁਸੀਂ ਯੂਜ਼ ਕਰੋਗੇ ਐਡਜੈਕਟਿਵ ਦੇ ਨਾਲ ਐਲਵਾਈ ਦਾ ਐਡਜੈਕਟਿਵ ਤੋਂ ਬਾਅਦ ਐਲਵਾਈ ਐਡੀਸ਼ਨ ਕਰ ਰਹੇ ਹੋ ਜਾਂ ਫਿਰ ਆਪਾਂ ਸਿੰਪਲ ਕਹਿ ਦਿੰਦੇ ਹਾਂ ਕੋਈ ਇਹੋ ਜਿਹਾ ਵਰਡ ਹੈ ਜਿਹਦੇ ਪਿੱਛੇ ਸਫਿਕਸ ਐਲਵਾਈ ਹੈ ਤੇ ਅੱਗੇ ਵਾਲਾ ਜਿਹੜਾ ਵਰਡ ਹੈ ਤੁਹਾਡਾ ਐਡਜੈਕਟਿਵ ਹੈ ਜਿਹਦੇ ਲਈ ਸਫਿਕਸ ਆਪਾਂ ਐਲਵਾਈ ਲਿਖਿਆ ਉਹ ਕੀ ਹੋਏਗਾ ਤੁਹਾਡੇ ਕੋਲੇ ਐਡਵਰਬ ਫਾਰਮ ਹੋਏਗੀ ਐਡਜੈਕਟਿਵ ਨਹੀਂ ਹੋਏਗੀ ਹਾਂਜੀ ਅੱਗੇ ਦੇਖੋ ਤੁਸੀਂ ਕੁਝ ਕੁ ਐਡਜੈਕਟਿਵ ਜਿਨ੍ਹਾਂ ਦੇ ਨਾਲ ਐਲਵਾਈ ਯੂਜ਼ ਕਰਕੇ ਆਪਾਂ ਕੀ ਬਣਾਇਆ ਐਡਵਰਬ ਬਣਾਇਆ ਫਰਸਟ ਵਰਡ ਹੈ ਤੁਹਾਡੇ ਕੋਲੇ ਪੋਲਾਈਟ ਹੁਣ ਪੋਲਾਈਟ ਕੀ ਹੈ ਇੱਕ ਐਡਜੈਕਟਿਵ ਹੈ ਤੇ ਪੋਲਾਈਟਲੀ ਕੀ ਹੋ ਜਾਏਗਾ ਤੁਹਾਡੇ ਕੋਲੇ ਅਡਵਰਬ ਓਨੈਸਟ ਆਪਾਂ ਪਿੱਛੇ ਡਿਸਕਸ ਕੀਤਾ ਕਿ ਇੱਕ ਐਡਜੈਕਟਿਵ ਹੈ ਓਨੈਸਟਲੀ ਕੀ ਹੋਏਗਾ ਤੁਹਾਡੇ ਕੋਲੇ ਅਡਵਰਬ ਬੈਡ ਕੀ ਹੈ ਇੱਕ ਐਡਜੈਕਟਿਵ ਹੈ ਬਟ ਬੈਡਲੀ ਕੀ ਹੈ ਅਡਵਰਬ ਹੈ ਇਫੈਕਟਿਵ ਅਗੇਨ ਇੱਕ ਐਡਜੈਕਟਿਵ ਫਾਰਮ ਹੈ ਤੇ ਇਫੈਕਟਿਵਲੀ ਕੀ ਹੈ ਆਪਣੇ ਕੋਲੇ ਅਡਵਰਬ ਫਾਰਮ ਹੈ ਸੋ ਇਹ ਨੇ ਜਿਹੜੇ ਕੁਝ ਆਪਾਂ ਡਿਸਕਸ ਕੀਤੇ ਸਟਰਕਚਰਸ ਕਿ ਜੇ ਤੁਹਾਡੇ ਕੋਲੇ ਨਾउन ਦੇ ਨਾਲ ਐਲਵਾਈ ਯੂਜ਼ ਹੋ ਰਿਹਾ ਤਾਂ ਐਡਜੈਕਟਿਵ ਹੁੰਦਾ ਹੈ ਜੇ ਤੁਸੀਂ ਐਡਵਰਬ ਦੇ ਨਾਲ ਐਲਵਾਈ ਦਾ ਯੂਜ਼ ਕਰੋਗੇ ਤਾਂ ਹਮੇਸ਼ਾ ਐਡਜੈਕਟਿਵ ਦੇ ਨਾਲ ਐਲਵਾਈ ਦਾ ਯੂਜ਼ ਕਰੋਗੇ ਤਾਂ ਤੁਸੀਂ ਕੀ ਬਣਾਓਗੇ ਐਡਵਰਬ ਫਾਰਮ ਹੈ ਜਿਹੜੀ ਉਹ ਯੂਜ਼ ਕਰ ਰਹੇ ਹੋਗੇ ਹਾਂਜੀ ਤਾਂ ਕੁਐਸਚਨ ਹੈ ਜਿਹੜੇ ਤੁਸੀਂ ਸੋਲਵ ਕਰਨੇ ਹੈ ਚੈੱਕ ਕਰੋ ਹੀ ਇਜ਼ ਅ ਮਾਈਜ਼ਰ ਟ੍ਰੇਡਰ ਤਾਂ ਇੱਕ ਚੀਜ਼ ਜਦੋਂ ਆਪਾਂ ਐਡਜੈਕਟਿਵ ਦੀ ਫਰਸਟ ਕਲਾਸ ਅਟੈਂਡ ਕੀਤੀ ਸੀ ਤਾਂ ਤੁਹਾਨੂੰ ਉੱਥੇ ਦੱਸਿਆ ਗਿਆ ਸੀ ਕਿ ਐਡਜੈਕਟਿਵ ਦਾ ਯੂਜ਼ ਕਿੱਥੇ ਕੀਤਾ ਜਾਂਦਾ ਬੇਸਿਕਲੀ ਤੁਹਾਨੂੰ ਦੱਸਿਆ ਗਿਆ ਸੀ ਕਿ ਐਡਜੈਕਟਿਵ ਦਾ ਯੂਜ਼ ਹੁੰਦਾ ਹੈ ਬਿਫੋਰ ਨਾउन ਜਾਂ ਫਿਰ ਸੇਮ ਆਪਾਂ ਸੈਕਿੰਡ ਕੀ ਦੇਖਿਆ ਸੀ ਆਫਟਰ ਗੋ ਆਫਟਰ ਵਰਕ ਜਾਂ ਤਾਂ ਤੁਹਾਡੇ ਕੋਲੇ ਨਾउन ਐਡਜੈਕਟਿਵ ਦਾ ਯੂਜ਼ ਕੀਤਾ ਜਾ ਰਿਹਾ ਹੋਗਾ ਨਾउन ਤੋਂ ਪਹਿਲਾਂ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਸਿੰਪਲ ਵਰਬ ਤੋਂ ਬਾਅਦ ਜਿਵੇਂ ਹੀ ਇਜ਼ ਗੁੱਡ ਤਾਂ ਉੱਥੇ ਆਪਾਂ ਯੂਜ਼ ਕੀਤਾ ਆਫਟਰ ਵਰਕ ਬਟ ਹੀ ਇਜ਼ ਅ ਗੁੱਡ ਬॉय ਤਾਂ ਉੱਥੇ ਆਪਾਂ ਬॉय ਤੋਂ ਪਹਿਲਾਂ ਯੂਜ਼ ਕੀਤਾ ਤਾਂ ਉੱਥੇ ਤੁਹਾਡੇ ਕੋਲੇ ਬਿਫੋਰ ਨਾउन ਆ ਤਾਂ ਐਡਜੈਕਟਿਵ ਦਾ ਯੂਜ਼ ਦੋ ਤਰੀਕੇ ਨਾਲ ਇਹਦੀ ਲੋਕੇਸ਼ਨ ਹੈ ਜਿਹੜੀ ਆਪਾਂ ਫਿਕਸ ਕਰ ਸਕਦੇ ਹਾਂ ਬਿਫੋਰ ਨਾउन ਜਾਂ ਫਿਰ ਆਫਟਰ ਗੋ ਹਾਂਜੀ ਤਾਂ 10 ਨੰਬਰ ਕੁਐਸਚਨ ਹੈ ਜਿਹੜਾ ਤੁਸੀਂ ਚੈੱਕ ਕਰਨਾ ਹੈ ਹੀ ਇਜ਼ ਅ ਮਾਈਜ਼ਰ ਟ੍ਰੇਡਰ ਤਾਂ ਹੁਣ ਆਪਣੇ ਕੋਲੇ ਦੇਖੋ ਵਰਡ ਕੀ ਯੂਜ਼ ਕੀਤਾ ਆਪਾਂ ਟ੍ਰੇਡਰ ਟ੍ਰੇਡਰ ਕੀ ਹੈ ਇੱਕ ਨਾउन ਹੈ ਤੇ ਨਾउन ਤੋਂ ਪਹਿਲਾਂ ਵਾਲਾ ਜਿਹੜਾ ਵਰਡ ਹੋਏਗਾ ਉਹ ਕੀ ਹੋਏਗਾ ਐਡਜੈਕਟਿਵ ਮਾਈਜ਼ਰ ਟ੍ਰੇਡਰ ਦੀ ਗੱਲ ਕੀਤੀ ਜਾ ਰਹੀ ਹੈ ਸੋ ਮਾਈਜ਼ਰ ਇੱਥੇ ਕੀ ਯੂਜ਼ ਕਰਿਆ ਜਾ ਰਿਹਾ ਐਜ਼ ਐਨ ਐਡਜੈਕਟਿਵ ਜੋ ਕਿ ਆਪਣੇ ਕੋਲ ਇਹ ਇੱਕ ਨਾउन ਹੈ ਤਾਂ ਤੁਹਾਨੂੰ ਦੱਸਿਆ ਹੈ ਕਿ ਜੇ ਨਾउन ਨਾਲ ਤੁਸੀਂ ਐਲਵਾਈ ਦਾ ਯੂਜ਼ ਕਰ ਲਓਗੇ ਤਾਂ ਉਹ ਐਡਜੈਕਟਿਵ ਬਣ ਜਾਏਗਾ ਸੋ ਤੁਸੀਂ ਮਾਈਜ਼ਰ ਦਾ ਯੂਜ਼ ਨਹੀਂ ਕਰੋਗੇ ਮਾਈਜ਼ਰਲੀ ਦਾ ਯੂਜ਼ ਕਰੋਗੇ ਬੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ ਨਾउन ਤੋਂ ਪਹਿਲਾਂ ਜੇ ਤੁਸੀਂ ਯੂਜ਼ ਕਰ ਰਹੇ ਹੋ ਕੋਈ ਇਹੋ ਜਿਹਾ ਵਰਡ ਜੋ ਕਿ ਤੁਹਾਡਾ ਉਹਦੇ ਲਈ ਖਾਸੀਅਤ ਦੱਸ ਰਿਹਾ ਐਡਜੈਕਟਿਵ ਫਾਰਮ ਦਾ ਯੂਜ਼ ਕੀਤਾ ਜਾ ਰਿਹਾ ਤੇ ਨਾउन ਫਾਰਮ ਹੈ ਤਾਂ ਤੁਸੀਂ ਐਲਵਾਈ ਯੂਜ਼ ਕਰਕੇ ਉਹਨੂੰ ਐਡਜੈਕਟਿਵ ਬਣਾ ਲਓਗੇ ਜਿਵੇਂ ਮਾਈਜ਼ਰ ਆਪਾਂ ਮਾਈਜ਼ਰਲੀ he is a miserly trader okay I hope ਤੁਹਾਡਾ ਇਹ ਕੁਐਸਚਨ ਜਿਹੜੇ ਸੋਲਵ ਹੋ ਗਿਆ ਹੋਗਾ ਤਾਂ 11 ਨੰਬਰ ਕੁਐਸਚਨ ਜਿਹੜਾ ਤੁਸੀਂ ਸੋਲਵ ਕਰਨਾ ਹੈ she has few human characters ਅਗੇਨ ਚੈੱਕ ਕਰੋਗੇ ਆਪਣੇ ਕੋਲੇ ਨਾउन ਫਾਰਮ ਹੈ ਜਿਹੜੀ ਡਿਸਕਸ ਕੀਤੀ ਆਪਾਂ ਕਿ ਜੇ ਤੁਹਾਡੇ ਕੋਲੇ ਵਰਡ ਕਰੈਕਟਰਸ ਆ ਗਏ ਇਹ ਕੀ ਹੋ ਗਿਆ ਤੁਹਾਡਾ ਨਾउन ਹੋ ਗਿਆ ਬਟ ਜੇ ਤੁਸੀਂ ਉਹਦੇ ਤੋਂ ਪਹਿਲਾਂ ਵਾਲਾ ਵਰਡ ਯੂਜ਼ ਕਰ ਰਹੇ ਤਾਂ ਉਹ ਹੋਊਗਾ ਐਡਜੈਕਟਿਵ ਹੁਣ ਇਹ ਕੀ ਹੋਗਾ ਆਪਣੇ ਕੋਲੇ ਨਾउन ਕਰੈਕਟਰਸ ਕੀ ਹੈ ਕਿ ਨਾउन ਹੈ ਤੇ ਵਿਊਮਨ ਕੀ ਹੈ ਤੇ ਯੂਜ਼ ਕੀਤਾ ਜਾ ਰਿਹਾ ਹੁਣ ਵਿਊਮਨ ਦੇ ਕਰੈਕਟਰ ਵਿਊਮਨ ਕਰੈਕਟਰਸ ਦੀ ਗੱਲ ਕੀਤੀ ਜਾ ਰਹੀ ਹੈ ਇਟ ਮੀਨਸ ਕਿਸੇ ਪਰਸਨ ਦੇ ਹੈ ਜੋ ਕਰੈਕਟਰਸ ਦੀ ਗੱਲ ਕੀਤੀ ਜਾ ਰਹੀ ਹੈ ਵਿਊਮਨ ਨਾਲ ਰਿਲੇਟਡ ਨੇ ਹਨਾ ਤਾਂ ਫਿਰ ਵਿਊਮਨ ਕੀ ਆ ਗਿਆ ਤੇ ਐਡਜੈਕਟਿਵ ਹੋ ਗਿਆ
ਤਾਂ ਵੂਮਨ ਤਾਂ ਨਹੀਂ ਹੁੰਦਾ, ਇਹਦਾ ਇੱਕ ਨਾउन ਹੈ, ਤੁਸੀਂ ਨਾउन ਦੇ ਨਾਲ ਜੇ ਐਲਵਾਈ ਦਾ ਯੂਜ਼ ਕਰਨਾ ਤਾਂ ਐਡਜੈਕਟਿਵ ਬਣ ਜਾਏਗਾ। ਸੋ ਵੂਮਨ ਦਾ ਯੂਜ਼ ਨਹੀਂ ਹੋਏਗਾ, ਵੂਮਨ ਲਈ ਤੁਸੀਂ ਯੂਜ਼ ਕਰੋਗੇ ਸ਼ੀ ਹੈਡ ਫਿਊ ਵੂਮਨ ਲਈ ਕਰੈਕਟਰ। ਤਾਂ ਇਸ ਤਰੀਕੇ ਨਾਲ ਜਿਹੜਾ ਤੁਸੀਂ ਇਸ ਕੁਐਸਚਨ ਨੂੰ ਸੋਲਵ ਕਰਨਾ ਹੈ। ਆਈ ਹੋਪ ਤੁਹਾਡਾ 10 ਤੇ 11 ਨੰਬਰ ਕੁਐਸਚਨ ਹੈ ਜਿਹੜਾ ਉਹ ਸੋਲਵ ਹੋ ਗਿਆ ਹੋਊਗਾ। ਤਾਂ ਇਹ ਜ਼ਿਆਦਾ ਆਪਣੇ ਕੋਲੇ ਕਹਿ ਸਕਦੇ ਆਪਾਂ ਇੰਨਾ ਟਫ ਪਾਰਟ ਨਹੀਂ ਹੈ, ਈਜ਼ੀ ਹੈ। ਤਾਂ ਤੁਸੀਂ ਚੈੱਕ ਕੀ ਕਰਨਾ ਕਿ ਜੇ ਨਾउन ਦਾ ਯੂਜ਼ ਕੀਤਾ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਵਾਲਾ ਵਰਡ ਵੀ ਨਾउन ਹੈ, ਪਰ ਯੂਜ਼ ਕਿਹਦੇ ਲਈ ਕੀਤਾ ਜਾ ਰਿਹਾ ਫॉर ਐਡਜੈਕਟਿਵ ਦੇ ਲਈ। ਤਾਂ ਤੁਸੀਂ ਕੀ ਕਰੋਗੇ ਨਾउन ਦੇ ਨਾਲ ਐਲਵਾਈ ਦਾ ਯੂਜ਼ ਕਰਕੇ ਉਹਨੂੰ ਕੀ ਕਰ ਦੋਗੇ ਐਡਜੈਕਟਿਵ ਫਾਰਮ ਦੇ ਵਿੱਚ ਕਨਵਰਟ ਕਰ ਦੋਗੇ। ਸਿਮਿਲਰਲੀ ਜਿਵੇਂ ਆਪਾਂ 10 ਨੰਬਰ ਤੇ 11 ਨੰਬਰ ਕੁਐਸਚਨ ਹੈ ਜਿਹੜੇ ਉਹ ਡਿਸਕਸ ਕੀਤੇ ਆ, ਜਿੱਥੇ ਆਪਾਂ ਨਾउन ਨੂੰ ਐਲਵਾਈ ਯੂਜ਼ ਕਰਕੇ ਐਡਜੈਕਟਿਵ ਫਾਰਮ ਦੇ ਵਿੱਚ ਕਨਵਰਟ ਕੀਤਾ ਹੈ। ਹਾਂਜੀ, ਤਾਂ ਲਾਸਟ ਕਨਸੈਪਟ ਜਿਹੜਾ ਆਪਾਂ ਡਿਸਕਸ ਕਰਾਂਗੇ ਯੂਜ਼ ਆਫ ਇਨਫ। ਹੁਣ ਇਨਫ ਕੀ ਹੈ, ਇੱਕ ਵਰਡ ਹੈ ਜੋ ਕਿ ਆਪਾਂ ਯੂਜ਼ ਕਰਦੇ ਐਜ਼ ਐਨ ਐਡਵਰਬ ਔਰ ਐਡਜੈਕਟਿਵ। ਇਨਫ ਦੇ ਦੋ ਫਾਰਮਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਨਫ ਨੂੰ ਆਪਾਂ ਐਡਜੈਕਟਿਵ ਫਾਰਮ ਦੇ ਵਿੱਚ ਵੀ ਯੂਜ਼ ਕਰਦੇ ਹਾਂ ਤੇ ਐਡਵਰਬ ਫਾਰਮ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਜਦੋਂ ਦਾ ਇਹਨੂੰ ਇਨਫ ਨੂੰ ਯੂਜ਼ ਕੀਤਾ ਜਾ ਰਿਹਾ ਫॉर ਐਡਵਰਬ ਫਾਰਮ ਦੇ ਲਈ, ਮਤਲਬ ਜਿੱਥੇ ਇਹਦਾ ਮੀਨਿੰਗ ਹੋਇਆ ਐਡਵਰਬ, ਐਡਵਰਬ ਕਿਸ ਦੇ ਲਈ ਯੂਜ਼ ਕਰ ਰਹੇ ਹੋ ਤਾਂ ਉੱਥੇ ਇਹਦਾ ਕੀ ਪੋਜੀਸ਼ਨ ਹੋਏਗੀ, ਐਡਜੈਕਟਿਵ ਤੋਂ ਬਾਅਦ ਇਹਦਾ ਯੂਜ਼ ਕੀਤਾ ਜਾਏਗਾ। ਐਡਜੈਕਟਿਵ ਤੋਂ ਬਾਅਦ ਹੈ ਜਿਹੜਾ ਤੁਸੀਂ ਇਹਨੂੰ ਯੂਜ਼ ਕਰੋਗੇ, ਜਿਵੇਂ ਆਪਾਂ ਯੂਜ਼ ਕਰਾਂਗੇ ਕੁਝ ਕੁ ਆਪਾਂ ਨੀਚੇ ਸੈਂਟੈਂਸਸ ਜਿਹੜੇ ਆਪਾਂ ਡਿਸਕਸ ਕਰਾਂਗੇ, ਜਿੱਥੇ ਆਪਾਂ ਦੇਖਾਂਗੇ ਕਿ ਐਡਜੈਕਟਿਵ ਕਿਹੜੇ ਆ ਜਿਨ੍ਹਾਂ ਤੋਂ ਬਾਅਦ ਆਪਾਂ ਵਰਡ ਇਨਫ ਯੂਜ਼ ਕਰਾਂਗੇ। ਜਿਵੇਂ ਆਪਣਾ ਪਹਿਲਾ ਵਰਡ ਐਡਜੈਕਟਿਵ ਹੋਏਗਾ, ਇਸ ਤੋਂ ਬਾਅਦ ਤੁਸੀਂ ਯੂਜ਼ ਕਰੋਗੇ ਇਨਫ ਦਾ। ਇਸ ਤਰੀਕੇ ਨਾਲ ਸਟਰਕਚਰ ਬਣੇਗੀ। ਬਟ ਜੇ ਤੁਹਾਡੇ ਕੋਲ ਇਨਫ ਵਰਡ ਐਜ਼ ਐਨ ਐਡਜੈਕਟਿਵ ਯੂਜ਼ ਕੀਤਾ ਜਾ ਰਿਹਾ, ਮਤਲਬ ਇਨਫ ਦਾ ਕੰਮ ਹੈ ਜਿਹੜਾ ਉਹ ਐਡਜੈਕਟਿਵ ਦਾ ਖਾਸੀਅਤ ਦੱਸ ਰਿਹਾ ਹੋ ਕਿਸੇ ਚੀਜ਼ ਦੀ, ਤਾਂ ਉਹ ਖਾਸੀਅਤ ਕਿਹਦੀ ਦੱਸੇਗਾ, ਉਹ ਨਾउन ਦੀ। ਸੋ ਨਾउन ਤੋਂ ਪਹਿਲਾਂ ਜਿਹੜਾ ਤੁਸੀਂ ਇਹਦਾ ਯੂਜ਼ ਕਰੋਗੇ ਤਾਂ ਤੁਹਾਡੇ ਕੋਲ ਕੀ ਫਾਰਮ ਹੋਏਗੀ, ਤੁਸੀਂ ਇਨਫ ਪਹਿਲਾਂ ਲਿਖੋਗੇ, ਇਸ ਤੋਂ ਬਾਅਦ ਕੀ ਆ ਜਾਊਗਾ ਤੁਹਾਡਾ ਨਾउन ਆ ਜਾਊਗਾ। ਇਟ ਮੀਨਸ ਇਨਫ ਦੇ ਨਾਲ ਦੋ ਤਰੀਕੇ ਦੀਆਂ ਸਟਰਕਚਰ ਬਣਦੀਆਂ, ਐਡਜੈਕਟਿਵ ਪਲੱਸ ਇਨਫ ਐਂਡ ਸੈਕੰਡ ਇਜ਼ ਇਨਫ ਪਲੱਸ ਨਾउन। ਹੁਣ ਜੇ ਨਾउन ਤੋਂ ਪਹਿਲਾਂ ਆ ਰਿਹਾ ਤਾਂ ਤੁਸੀਂ ਕੀ ਕਰੋਗੇ, ਉਹਨੂੰ ਐਡਜੈਕਟਿਵ ਫਾਰਮ ਦੇ ਲਈ ਯੂਜ਼ ਕਰੋਗੇ। ਜੇ ਆਪਣੇ ਕੋਲੇ ਕਹਿ ਸਕਦੇ ਆਪਾਂ ਐਡਜੈਕਟਿਵ ਤੋਂ ਬਾਅਦ ਤੁਸੀਂ ਇਨਫ ਦਾ ਯੂਜ਼ ਕਰ ਰਹੇ ਤਾਂ ਉੱਥੇ ਉਹ ਕੀ ਕੰਮ ਕਰ ਰਿਹਾ ਹੋਏਗਾ, ਐਡਵਰਬ ਦਾ ਜਿਹੜਾ ਆਪਣੇ ਕੰਮ ਕਰ ਰਿਹਾ ਹੋਏਗਾ, ਐਡਵਰਬ ਦਾ ਜਿਹੜਾ ਆਪਣੇ ਕੋਲੇ ਉਹ ਕੰਮ ਕਰ ਰਿਹਾ ਹੋਏਗਾ, ਐਡਵਰਬ ਦੇ ਫਾਰਮ ਦੇ ਲਈ ਯੂਜ਼ ਕੀਤਾ ਜਾ ਰਿਹਾ ਹੋਵੇਗਾ। ਹਾਂਜੀ, ਤਾਂ ਚੈੱਕ ਕਰੋ ਆਪਣੇ ਕੋਲੇ ਕੁਝ ਕੁ ਫਰੇਜ਼ਸ ਨੇ ਇਨਫ ਦਾ ਯੂਜ਼ ਕੀਤਾ ਹੋਇਆ। ਫਰਸਟ ਫਰੇਜ਼ ਦੇ ਵਿੱਚ ਆਪਾਂ ਯੂਜ਼ ਕੀਤਾ verb, ਆਪਣੇ ਕੋਲ ਵਰਡ ਇਨਫ ਦਾ, ਤੇ ਜੋ ਕਿ ਆਪਣੇ ਕੋਲੇ ਐਡਵਰਬ ਫਾਰਮ ਲਈ ਯੂਜ਼ ਕੀਤਾ। ਕਿੱਥੋਂ ਪਤਾ ਲੱਗਿਆ, ਕਿਉਂਕਿ ਇਹ ਕੀ ਯੂਜ਼ ਕੀਤਾ ਜਾ ਰਿਹਾ ਆਫਟਰ ਐਡਜੈਕਟਿਵ। ਸਵੀਟ ਕੀ ਆਪਣੇ ਕੋਲ ਇੱਕ ਐਡਜੈਕਟਿਵ ਹੈ, ਸਟਰੋਂਗ ਅਗੇਨ ਐਡਜੈਕਟਿਵ ਹੈ, ਕਲੀਅਰ ਅਗੇਨ ਕੀ ਇੱਕ ਐਡਜੈਕਟਿਵ ਫਾਰਮ ਹੈ। ਇਸ ਤੋਂ ਬਾਅਦ ਜੇ ਤੁਸੀਂ ਯੂਜ਼ ਕਰ ਰਹੇ ਹੋ ਵਰਡ ਇਨਫ ਦਾ, ਹੁਣ ਇਨਫ ਆਪਾਂ ਐਡਜੈਕਟਿਵ ਤੋਂ ਬਾਅਦ ਯੂਜ਼ ਕੀਤਾ, ਸੋ ਇਨਫ ਇੱਥੇ ਕੀ ਇੱਕ ਐਡਵਰਬ ਫਾਰਮ ਲਈ ਯੂਜ਼ ਕੀਤਾ ਹੈ। ਇਨਫ ਐਡਵਰਬ ਹੈ ਅਗੇਨ ਐਡਵਰਬ। ਤਾਂ ਹੁਣ ਦੇਖੋਗੇ ਤੁਸੀਂ ਸਵੀਟ ਇਨਫ, ਸਟਰੋਂਗ ਇਨਫ, ਕਲੀਅਰ ਇਨਫ, ਇਹ ਸਾਰੇ ਕੀ ਨੇ ਇੱਥੇ ਤੁਸੀਂ ਇਨਫ ਵਰਡ ਨੂੰ ਯੂਜ਼ ਕਰ ਰਹੇ ਹੋ ਐਜ਼ ਐਨ ਐਡਵਰਬ। ਬਟ ਜੇ ਸੈਕਿੰਡ ਕੇਸ ਦੇਖਿਆ ਜਾਵੇ, ਕੁਝ ਕੁ ਫਰੇਜ਼ਸ ਜਿਹੜੀਆਂ ਬਾਅਦ ਦੇ ਵਿੱਚ ਡਿਸਕਸ ਕੀਤੀਆਂ, ਦੇਖੋ ਜੀ ਇਨਫ ਤੋਂ ਬਾਅਦ ਜੇ ਆਪਾਂ ਐਡਜੈਕਟਿਵ ਇਨਫ ਨੂੰ ਯੂਜ਼ ਕਰ ਰਹੇ ਹਾਂ ਜੇ ਆਪਾਂ ਐਡਜੈਕਟਿਵ ਫਾਰਮ ਦੇ ਲਈ, ਤਾਂ ਤੁਸੀਂ ਕੀ ਕਰੋਗੇ, ਪਹਿਲਾਂ ਤੁਹਾਡੇ ਕੋਲ ਵਰਡ ਇਨਫ ਆਏਗਾ, ਇਸ ਤੋਂ ਬਾਅਦ ਤੁਸੀਂ ਨਾउन ਦਾ ਯੂਜ਼ ਕਰੋਗੇ। ਤਾਂ ਦੇਖੋ ਇਨਫ ਦਾ ਯੂਜ਼ ਕੀਤਾ ਜਾ ਰਿਹਾ ਪਹਿਲਾਂ, ਇਸ ਤੋਂ ਬਾਅਦ ਨਾउन ਹੈ। शुगर की है नाउन है, स्ट्रेंथ अगेन अपने को एक नाउन है, क्लैरिटी की है नाउन है, स्ट्रॉन्ग एडजेक्टिव है, स्ट्रेंथ नाउन है, क्लियर अपने को की एडजेक्टिव है, क्लैरिटी की है एक नाउन है, शुगर अपने को नाउन है, जो स्वीट क्या जा रहा है तो वो होगा अपने को एडजेक्टिव होगा। सो अपने को देखोगे तुसी कि नाउन से पहला वर्ड इनफ आया है, मींस ये है एडजेक्टिव है यूज किया जा रहा है नाउन को क्वालीफाई करने के लिए, नाउन की क्वालिटी दसण के लिए। सो यूज करोगे तुसी इनफ दा बिफोर नाउन। इनफ स्ट्रेंथ, इनफ क्लैरिटी। आई होप इनफ ਦੇ ਜਿਹੜੇ ਦੋ ਬਿਗ ਡਿਫਰੈਂਸਸ ਨੇ, ਇਹ ਇਨਫ ਨੂੰ ਯੂਜ਼ ਕੀਤਾ ਜਾ ਸਕਦਾ ਹੈ ਐਜ਼ ਐਨ ਐਡਵਰਬ ਔਰ ਐਜ਼ ਐਨ ਐਡਜੈਕਟਿਵ। ਤੁਹਾਨੂੰ ਪਤਾ ਲੱਗ ਗਿਆ ਕਿ ਜੇ ਐਡਵਰਬ ਫਾਰਮ ਲਈ ਯੂਜ਼ ਕੀਤਾ ਜਾ ਰਿਹਾ ਤਾਂ ਉਹ ਕੀ ਆਏਗਾ, ਐਡਜੈਕਟਿਵ ਤੋਂ ਬਾਅਦ ਆਏਗਾ। ਜੇ ਐਡਜੈਕਟਿਵ ਫਾਰਮ ਲਈ ਯੂਜ਼ ਕੀਤਾ ਜਾ ਰਿਹਾ ਤਾਂ ਉਹ ਕੀ ਆਏਗਾ, ਆਪਣੇ ਕੋਲੇ ਨਾउन ਤੋਂ ਪਹਿਲਾਂ ਆਏਗਾ। ਤਾਂ ਇਹ ਸੇਮ ਟੌਪਿਕ ਇਨਫ ਦਾ ਯੂਜ਼ ਆਪਾਂ ਐਡਵਰਬ ਦੇ ਵਿੱਚ ਵੀ ਦੇਖਾਂਗੇ, ਬਿਕਾਜ਼ ਐਡਵਰਬ ਦਾ ਟੌਪਿਕ ਵੀ ਤੁਹਾਡੇ ਕੋਲ ਆਪਾਂ ਡਿਸਕਸ ਕਰਨਾ ਹੈ। ਹਾਂਜੀ, ਤਾਂ ਸੋਲਵ ਕਰੋ ਇਹ ਵਾਲਾ ਕੁਐਸਚਨ ਜਿਹੜਾ ਤੁਸੀਂ ਦੇਖ ਸਕਦੇ ਹੋ, ਦਾ ਆਈਡੀਆ ਇਜ਼ ਬਲੈਂਕ ਟੂ ਬੀ ਇੰਪਲੀਮੈਂਟਡ ਇਮੀਡੀਏਟਲੀ। ਤਾਂ ਹੁਣ ਆਪਣੇ ਕੋਲੇ ਕੀ ਕੁਐਸਚਨ ਦਿੱਤਾ ਹੋਇਆ, ਆਪਾਂ ਚੈੱਕ ਕੀ ਕਰਨਾ ਹੈ, ਵਰਡ ਯੂਜ਼ ਕੀਤੇ ਹੋਏ ਦੇਖੋ ਸਾਰੇ ਚਾਰ ਆਪਸ਼ਨਸ ਨੇ, ਚਾਰਾਂ ਦੇ ਵਿੱਚ ਇਨਫ ਵਰਡ ਯੂਜ਼ ਕੀਤਾ ਹੋਇਆ। ਤਾਂ ਹੁਣ ਸਭ ਤੋਂ ਪਹਿਲਾਂ ਤਾਂ ਤੁਸੀਂ ਉਹਦੀ ਸਟਰਕਚਰ ਦੇਖੋਗੇ, ਇਨਫ ਵਰਡ ਹੈ, ਇਸ ਤੋਂ ਬਾਅਦ ਯੂਜ਼ ਕੀਤਾ ਗੁੱਡ। ਗੁੱਡ ਕੀ ਆਪਣੇ ਕੋਲੇ ਐਡਜੈਕਟਿਵ, ਐਡਜੈਕਟਿਵ ਤੋਂ ਪਹਿਲਾਂ ਤੁਹਾਡੇ ਕੋਲ ਇਨਫ ਵਰਡ ਆ ਗਿਆ, ਕਿਉਂਕਿ ਜੇ ਕੀ ਹੋ ਗਿਆ ਰੌਂਗ ਹੋ ਗਿਆ, ਤਾਂ ਇਹ ਹੋ ਹੀ ਨਹੀਂ ਸਕਦਾ। ਐਡਜੈਕਟਿਵ ਤੋਂ ਬਾਅਦ ਤੁਸੀਂ ਇਨਫ ਦਾ ਯੂਜ਼ ਕਰ ਸਕਦੇ, ਜੇ ਗੁੱਡ ਇਨਫ ਹੁੰਦਾ ਫਿਰ ਉਹ ਸਹੀ ਸੀ, ਬਟ ਇਨਫ ਗੁੱਡ ਇਹ ਵਾਲੀ ਚੀਜ਼ ਰੌਂਗ ਹੋ ਗਈ। ਬੈਟਰ ਇਨਫ, ਤਾਂ ਹੁਣ ਸੈਕਿੰਡ ਚ ਜਿਹੜੇ ਤੁਸੀਂ ਨੋਟ ਕਰੋਗੇ ਕਿ ਇਨਫ ਵਰਡ ਜਿਹੜਾ ਹੁੰਦਾ ਉਹ ਹਮੇਸ਼ਾ ਪੋਜ਼ਿਟਿਵ ਡਿਗਰੀ ਦੇ ਨਾਲ ਹੀ ਆਉਂਦਾ। ਪੋਜ਼ਿਟਿਵ ਡਿਗਰੀ ਆਫ ਐਡਜੈਕਟਿਵ ਹੁੰਦੀ ਹੈ, ਇਹ ਆਪਾਂ ਪਿੱਛੇ ਕੰਸੈਪਟ ਕਰਕੇ ਹਟੇ ਹਾਂ, ਜਿੱਥੇ ਆਪਾਂ ਐਨੀ ਵਰਡ ਦੇਖਿਆ ਸੀ, ਆਪਣੇ ਕੋਲ ਇਨਫ ਵਰਡ ਵੀ ਸੀਗਾ, ਉੱਥੇ ਐਜ਼ ਵਰਡ ਦੇਖਿਆ ਸੀ, ਤਾਂ ਉਹਨਾਂ ਦੇ ਨਾਲ ਪੋਜ਼ਿਟਿਵ ਡਿਗਰੀ ਆਫ ਐਡਜੈਕਟਿਵ ਹੈ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਹਾਂਜੀ, ਤਾਂ ਜਿੱਥੇ ਵੀ ਇਨਫ ਹੋਇਆ ਤਾਂ ਉਹਦੇ ਨਾਲ ਪੋਜ਼ਿਟਿਵ ਡਿਗਰੀ ਆਫ ਐਡਜੈਕਟਿਵ ਆਏਗੀ। ਹੁਣ ਇੱਥੇ ਬੈਟਰ ਦਾ ਯੂਜ਼ ਕੀਤਾ ਜਾ ਰਿਹਾ ਜੋ ਕਿ ਰੌਂਗ ਹੈ, ਬੈਟਰ ਦਾ ਯੂਜ਼ ਨਹੀਂ ਹੋ ਸਕਦਾ। ਬੈਟਰ ਕੀ ਹੈ, ਗੁੱਡ ਦੀ ਸੈਕਿੰਡ ਡਿਗਰੀ ਹੈ। ਅਗੇਨ ਤੁਸੀਂ ਦੇਖੋ ਗੁੱਡ ਇਨਫ, ਗੁੱਡ ਕੀ ਹੈ ਪੋਜ਼ਿਟਿਵ ਡਿਗਰੀ ਆਫ ਐਡਜੈਕਟਿਵ ਹੈ, ਇਸ ਤੋਂ ਬਾਅਦ ਯੂਜ਼ ਕੀਤਾ ਗਿਆ ਇਨਫ ਦਾ, ਮੀਨਸ ਐਡਜੈਕਟਿਵ ਤੋਂ ਬਾਅਦ ਤੁਹਾਡੇ ਕੋਲੇ ਵਰਡ ਯੂਜ਼ ਕੀਤਾ ਜਾ ਰਿਹਾ ਇਨਫ।
एक ही आ गया अपने कोल एडवर्ब फॉर्म होगी। लास्ट डी ऑप्शन चेक करोगे, बेस्ट इनफ, बेस्ट की है तुहाडे कोल अगेन थर्ड फॉर्म ऑफ आ गया, थर्ड फॉर्म आ गया अपनी गुड दी, गुड बेटर बेस्ट, सो ये भी चीज की आगे होगा पॉजिटिव डिग्री यूज करते हैं इनफ दे नाल, आई वाई स्ट्रक्चर है ਜਿਹੜੀ ਤੁਹਾਡੀ ਹੋਗੇ। ਤੁਹਾਡੇ ਕੋਲ ਕਿਹੜੀ ਆਪਸ਼ਨ ਬਚੀ, ਸਿਰਫ ਸੀ ਆਪਸ਼ਨ ਹੈ ਜਿਹੜੀ ਤੁਹਾਡਾ ਆਨਸਰ ਹੋ ਗਿਆ। ਸੀ ਆਪਸ਼ਨ ਹੈ ਜਿਹੜੀ ਤੁਸੀਂ ਟਿਕ ਕਰੋਗੇ, ਐਡਜੈਕਟਿਵ ਤੋਂ ਬਾਅਦ ਵਰਡ ਇਨਫ ਦਾ ਯੂਜ਼ ਕੀਤਾ ਹੋਇਆ ਹੈ, ਸੋ ਇਹ ਆਪਣਾ ਜਿਹੜਾ ਹੈਗਾ ਸਟਰਕਚਰ ਸਹੀ ਹੋਏਗਾ, ਕਿਹਦੇ ਫਾਰਮ ਲਈ ਯੂਜ਼ ਕਰਿਆ ਜਾ ਰਿਹਾ ਇਨਫ ਦਾ, ਐਡਵਰਬ ਫਾਰਮ ਲਈ। ਸੋ ਤੁਸੀਂ ਚੈੱਕ ਕਰੋਗੇ ਗੁੱਡ ਇਨਫ ਜਿਹੜਾ ਤੁਹਾਡਾ ਇੱਥੇ ਆਨਸਰ ਹੋਏਗਾ, good enough. The idea is good enough to be implemented immediately. I hope ਤੁਹਾਡੇ ਜਿਹੜੇ ਅੱਜ ਦੇ ਕਨਸੈਪਟ ਉਹ ਕਲੀਅਰ ਹੋ ਗਏ ਹੋਣਗੇ। ਇੱਕ ਵਾਰ ਆਪਾਂ ਕੋਈ ਰਿਵੀਜ਼ਨ ਲਵਾਂਗੇ ਜਿੰਨੇ ਵੀ ਟੌਪਿਕ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤੇ ਆ, ਤੇ ਨੈਕਸਟ ਜਿਹੜੇ ਟੌਪਿਕ ਆਪਣੇ ਹੋਣਗੇ ਆਪਾਂ ਲਾਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਨਾਉਨ ਤੋਂ ਇੱਕ ਐਡਜੈਕਟਿਵ ਦੀ ਹੋਰ ਕਲਾਸ ਹੋਏਗੀ, ਇਸ ਤੋਂ ਬਾਅਦ ਆਪਾਂ ਪ੍ਰੈਕਟਿਸ ਕਲਾਸ ਹੈ ਜਿਹੜੀ ਉਹ ਲਗਾਵਾਂਗੇ। ਹਾਂਜੀ, ਤਾਂ ਸਭ ਤੋਂ ਪਹਿਲਾਂ ਅੱਜ ਦੀ ਕਲਾਸ ਵਿੱਚ ਆਪਾਂ ਡਿਸਕਸ ਕੀਤੇ ਨਿਊਮਰਲਸ। ਨਿਊਮਰਲਸ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਵਨ ਇਜ਼ ਕਾਲਡ ਕਾਰਡੀਨਲਸ ਐਂਡ ਦ ਸੈਕੰਡ ਪਾਰਟ ਇਜ਼ ਕਾਲਡ ਆਰਡੀਨਲਸ। ਹੁਣ ਕਾਰਡੀਨਲਸ ਕੀ ਹੁੰਦੇ ਆ ਤੇ ਆਰਡੀਨਲਸ ਕੀ ਹੁੰਦੇ ਆ ਆਪਾਂ ਡਿਸਕਸ ਕੀਤੇ ਆ ਕਿ ਜੇ ਤੁਹਾਡੇ ਕੋਲੇ ਵਰਡ ਆਰਡੀਨਲਸ ਆ ਰਿਹਾ ਹੈ ਦੈਟ ਇਜ਼ ਫਰਸਟ ਸੈਕੰਡ ਥਰਡ ਆ ਰਿਹਾ ਹੈ, ਤੁਸੀਂ ਉਹਨਾਂ ਨੂੰ ਪਹਿਲਾਂ ਯੂਜ਼ ਕਰੋਗੇ। ਜੇ ਤੁਹਾਡੇ ਕੋਲੇ ਕਾਰਡੀਨਲਸ ਦਾ ਯੂਜ਼ ਕੀਤਾ ਜਾ ਰਿਹਾ ਦੈਟ ਇਜ਼ 1 2 3 4 ਇਸ ਤਰੀਕੇ ਨਾਲ ਵਰਡ ਯੂਜ਼ ਕੀਤੇ ਜਾ ਰਹੇ ਤਾਂ ਉਹਨਾਂ ਦਾ ਯੂਜ਼ ਹੈ ਜਿਹੜਾ ਆਰਡੀਨਲਸ ਤੋਂ ਬਾਅਦ ਦੇ ਵਿੱਚ ਹੋਏਗਾ। ਆਪਾਂ ਇਹਨਾਂ ਨਾਲ ਰਿਲੇਟਡ ਕੁਐਸਚਨ ਜਿਹੜੇ ਉਹ ਡਿਸਕਸ ਕੀਤੇ ਆ। ਹਾਂਜੀ, ਸੈਕੰਡ ਕਨਸੈਪਟ ਜਿਹੜਾ ਅੱਜ ਦੀ ਕਲਾਸ ਵਿੱਚ ਆਪਾਂ ਡਿਸਕਸ ਕੀਤਾ ਹੈ ਕਿ ਕੁਝ ਕੁ ਜਿਹੜੇ ਵਰਡ ਹੁੰਦੇ ਨੇ ਕੋਲੇ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਮੀਨਿੰਗ ਲੈ ਕੇ ਚੱਲਦੇ ਆ, ਮਤਲਬ ਉਹਨਾਂ ਦਾ ਮੀਨਿੰਗ ਹੁੰਦਾ ਉਹ ਕੰਪਲੀਟ ਹੁੰਦਾ, ਉਹਨਾਂ ਨੂੰ ਸੁਪਰਲੇਟਿਵ ਜਾਂ ਕੰਪੈਰੀਟਿਵ ਡਿਗਰੀ ਬਣਾਉਣ ਦੇ ਲਈ ਆਪਾਂ ਐਕਸਟਰਾ ਜਿਹੜੇ ਵਰਡ ਆ ਉਹ ਐਡ ਨਹੀਂ ਕਰਦੇ। ਜਿਵੇਂ ਆਪਾਂ ਪਰਫੈਕਟ ਵਰਡ ਕੀਤਾ ਹੈ ਤਾਂ ਮੋਰ ਪਰਫੈਕਟ ਜਾਂ ਮੋਸਟ ਪਰਫੈਕਟ ਦਾ ਆਪਾਂ ਯੂਜ਼ ਨਹੀਂ ਕਰਾਂਗੇ। ਪਰਫੈਕਟ ਹੀ ਪੋਜ਼ਿਟਿਵ ਡਿਗਰੀ 'ਚ ਵੀ ਯੂਜ਼ ਹੋਏਗਾ, ਪਰਫੈਕਟ ਨੂੰ ਆਪਾਂ ਕੰਪੈਰੀਟਿਵ ਡਿਗਰੀ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ, ਤੇ ਸੁਪਰਲੇਟਿਵ ਡਿਗਰੀ ਦੇ ਵਿੱਚ ਵੀ ਆਪਾਂ ਪਰਫੈਕਟ ਹੀ ਯੂਜ਼ ਕਰਾਂਗੇ। ਮੋਸਟ ਪਰਫੈਕਟ ਜਾਂ ਫਿਰ ਆਪਣੇ ਕੋਲ ਪਰਫੈਕਟ ਐਸਾ ਇਹ ਜਿਹੇ ਵਰਡ ਹੈ ਜਿਹੜਾ ਆਪਾਂ ਯੂਜ਼ ਨਹੀਂ ਕਰ ਸਕਦੇ। ਹਾਂਜੀ, ਤਾਂ ਲਾਸਟ ਕਨਸੈਪਟ ਨੈਕਸਟ ਜਿਹੜਾ ਆਪਾਂ ਡਿਸਕਸ ਕੀਤਾ, ਜੇ ਆਪਣੇ ਕੋਲ ਕੋਈ ਐਡਜੈਕਟਿਵ ਹੈ ਤੇ ਉਸ ਤੋਂ ਪਹਿਲਾਂ ਕੋਈ ਆਰਟੀਕਲ ਦਾ ਯੂਜ਼ ਕੀਤਾ ਜਾ ਰਿਹਾ ਤਾਂ ਉਹ ਕੀ ਬਣ ਜਾਏਗਾ, ਤੁਹਾਡੇ ਕੋਲ ਪਲੂਰਲ ਫਾਰਮ ਬਣ ਜਾਏਗੀ। ਪਲੂਰਲ ਸਬਜੈਕਟ ਹੈ ਜਿਹੜਾ ਤੁਸੀਂ ਬਣਾਓਗੇ ਤਾਂ ਉਸ ਤੋਂ ਬਾਅਦ ਜਿਹੜੀ verb ਆਏਗੀ ਉਹ ਵੀ ਪਲੂਰਲ ਫਾਰਮ ਦੀ ਹੋਏਗੀ। ਸੋ ਤੁਸੀਂ ਇਹ ਜਿਹੜਾ ਪਲੂਰਲ verb ਦੇ ਨਾਲ ਉਸ ਨੂੰ ਰਿਪਲੇਸ ਕਰ ਦੋਗੇ ਤੇ ਤੁਹਾਡੇ ਕੋਲ ਸਿੰਗੂਲਰ verb ਯੂਜ਼ ਕੀਤੀ ਹੋਈ ਹੈ। ਜਿਵੇਂ ਦਾ ਬਾਅਦ ਆਪਾਂ ਯੂਜ਼ ਕੀਤਾ ਐਡਜੈਕਟਿਵ ਦੈਟ ਇਜ਼ ਰਿਚ, ਦਾ ਤੋਂ ਬਾਅਦ ਐਡਜੈਕਟਿਵ ਯੂਜ਼ ਕੀਤਾ ਦੈਟ ਇਜ਼ ਬਲਾਈਂਡ, ਦਾ ਡਿਸੇਬਲ, ਤਾਂ ਸਾਰੇ ਦੇ ਸਾਰੇ ਕੀ ਨੇ ਤੁਹਾਡੇ ਕੋਲੇ ਪਲੂਰਲ ਸਬਜੈਕਟ ਜੀ। ਸੋ ਤੁਸੀਂ ਪਲੂਰਲ verb ਹੈ ਜਿਹੜੀ ਇਹਨਾਂ ਦੇ ਨਾਲ ਹੀ ਯੂਜ਼ ਕਰਨੀ ਹੈ। ਇਹਦੇ ਨਾਲ ਰਿਲੇਟਡ ਵੀ ਆਪਾਂ ਕੁਐਸਚਨ ਹੈ ਜਿਹੜੇ ਉਹ ਡਿਸਕਸ ਕੀਤੇ ਆ। ਹਾਂਜੀ, ਤਾਂ ਨੈਕਸਟ ਕਨਸੈਪਟ ਆਪਾਂ ਡਿਸਕਸ ਕੀਤਾ, ਦੋ ਸਟਰਕਚਰ ਦੇਖਿਆ ਕਿ ਪੋਜੈਸਿਵ ਐਡਜੈਕਟਿਵ ਤੋਂ ਬਾਅਦ ਜੇ ਨਾउन ਦਾ ਯੂਜ਼ ਹੋ ਰਿਹਾ ਤਾਂ ਉਹ ਸਟਰਕਚਰ ਤੁਹਾਡੀ ਸਹੀ ਹੋਏਗੀ, ਬਟ ਜੇ ਪੋਜੈਸਿਵ ਪ੍ਰਨਾउन ਤੋਂ ਬਾਅਦ ਨਾउन ਯੂਜ਼ ਕੀਤਾ ਜਾ ਰਿਹਾ ਤਾਂ ਉਹ ਰੋਂਗ ਸਟਰਕਚਰ ਹੈ। ਪੋਜੈਸਿਵ ਪ੍ਰਨਾउन ਤੋਂ ਬਾਅਦ ਕਦੇ ਵੀ ਨਾउन ਹੈ ਜਿਹੜਾ ਤੁਸੀਂ ਯੂਜ਼ ਨਹੀਂ ਕਰ ਸਕਦੇ। ਜਿਵੇਂ ਆਪਾਂ ਕੁਝ ਵਰਡ ਦੇਖੀ ਹੈ ਜੋ ਕਿ ਪੋਜੈਸਿਵ ਐਡਜੈਕਟਿਵ ਤੇ ਪੋਜੈਸਿਵ ਪ੍ਰਨਾउन ਦੇ ਵਿੱਚ ਆਉਂਦੇ ਆ। ਪੋਜੈਸਿਵ ਐਡਜੈਕਟਿਵ ਦੇ ਵਿੱਚ ਡਿਸਕਸ ਕੀਤੇ ਆਪਾਂ ਉਹ ਵਰਡ ਜਿਹੜੇ ਆਪਣੀ ਲਿਸਟ ਦੇ ਵਿੱਚ ਲਿਖੇ ਹੋਏ ਆ। ਅੱਗੇ ਆਪਾਂ ਪੋਜੈਸਿਵ ਪ੍ਰਨਾउन ਦੇ ਕੁਝ ਵਰਡ ਡਿਸਕਸ ਕੀਤੇ ਜੋ ਕਿ ਤੁਹਾਨੂੰ ਲਿਸਟ ਦੇ ਵਿੱਚ ਸ਼ੋ ਕੀਤੇ ਹੋਏ ਆ। ਤਾਂ ਇਹ ਜਿਹੜਾ ਤੁਹਾਡਾ ਕਨਸੈਪਟ ਆਪਾਂ ਪੂਰਾ ਚੰਗੇ ਤਰੀਕੇ ਨਾਲ ਕਲੀਅਰ ਕੀਤਾ ਹੈ। ਹਾਂਜੀ, ਤਾਂ ਨੈਕਸਟ ਕਨਸੈਪਟ ਜੋ ਆਪਾਂ ਡਿਸਕਸ ਕੀਤਾ ਦੈਟ ਇਜ਼ ਕੁਝ ਐਡਜੈਕਟਿਵ ਹੈ ਜਿਹੜੇ ਆਪਣੇ ਕੋਲ ਕੁਝ ਫਿਕਸਡ ਹੁੰਦੇ ਆ, ਫਿਕਸ ਹੁੰਦੇ ਆ ਜਿਨ੍ਹਾਂ ਦੇ ਨਾਲ ਜੇ ਕੋਈ ਵਰਡ ਐਂਡ ਹੋ ਰਿਹਾ ਤਾਂ ਉਹ ਕੀ ਹੁੰਦੇ ਤੁਹਾਡੇ ਐਡਜੈਕਟਿਵ ਕੈਟਾਗਰੀ ਦੇ ਹੁੰਦੇ। ਫॉर एग्जांपल ਆਪਣੇ ਕੋਲ ਕੁਝ ਵਰਡ ਹੈ ਜਿਵੇਂ ਆਪਣੇ ਕੋਲ ਆਪਣੇ ਏਆਰ ਦੇ ਨਾਲ ਆਪਾਂ ਐਂਡ ਕਰਕੇ ਦੇਖੇ, ਜਿਵੇਂ ਕ੍ਰਾਈਮ ਨੂੰ ਕ੍ਰਿਮੀਨਲ ਬਣਾਇਆ, ਚਾਈਲਡ ਨੂੰ ਚਾਈਲਡਿਸ਼ ਬਣਾਇਆ, ਬਾਰ ਦਾ ਬਾਰ ਲਾਈਕ ਬਣਾਇਆ, ਬਿਊਟੀ ਦਾ ਬਿਊਟੀਫੁਲ ਬਣਾਇਆ। ਤਾਂ ਆਪਣੇ ਕੋਲ ਇਹ ਸਾਰੇ ਵਰਡ ਜਿਵੇਂ ਹੈਂਡਸਮ ਬਣਾ ਲੈਣੇ ਆਪਾਂ ਹਨਾ, ਤਾਂ ਇਹ ਵਾਲੇ ਸਾਰੇ ਦੇ ਸਾਰੇ ਕੀ ਹੈ ਜਿਨ੍ਹਾਂ ਦੇ ਨਾਲ ਪਿੱਛੇ ਤੁਹਾਡੇ ਕੋਲ ਇਹਨਾਂ ਵਰਡਸ ਦਾ ਯੂਜ਼ ਕੀਤਾ ਜਾ ਰਿਹਾ ALISH ਲਾਈਕ ਫੁੱਲ ਸਮ, ਇਹ ਸਾਰੇ ਕੀ ਹੋਣਗੇ ਤੁਹਾਡੇ ਕੋਲ ਐਡਜੈਕਟਿਵ ਕੈਟਾਗਰੀ ਦੇ ਵਰਡ ਹੈ। ਤੁਸੀਂ ਕਹੋਗੇ ਤਾਂ ਉਹ ਐਡਜੈਕਟਿਵ ਹੋਣਗੇ। ਹਾਂਜੀ, ਤਾਂ ਨੈਕਸਟ ਕਨਸੈਪਟ ਜਿਹੜਾ ਆਪਾਂ ਡਿਸਕਸ ਕੀਤਾ ਕਿ ਕੁਝ ਕਈ ਵਾਰ ਹੁੰਦਾ ਆਪਣੇ ਕੋਲ ਨਾउन ਤੋਂ ਬਾਅਦ ਜੇ ਐਲਵਾਈ ਦਾ ਯੂਜ਼ ਕੀਤਾ ਜਾ ਰਿਹਾ ਤਾਂ ਉਹ ਹੁੰਦਾ ਆਪਣੇ ਕੋਲ ਐਡਜੈਕਟਿਵ ਬਣਦਾ ਹੈ, ਬਟ ਜੇ ਤੁਸੀਂ ਐਡਜੈਕਟਿਵ ਤੋਂ ਬਾਅਦ ਐਲਵਾਈ ਦਾ ਯੂਜ਼ ਕਰ ਰਹੇ ਹੋ ਤਾਂ ਉਹ ਐਡਵਰਬ ਬਣੇਗਾ। ਤਾਂ ਉੱਥੇ ਤੁਸੀਂ ਐਡਜੈਕਟਿਵ ਦੇ ਨਾਲ ਐਲਵਾਈ ਯੂਜ਼ ਕਰਕੇ ਐਡਜੈਕਟਿਵ ਨਹੀਂ ਕਹਿ ਸਕਦੇ। ਐਡਜੈਕਟਿਵ ਕਦੋਂ ਆਉਂਦਾ ਜਦੋਂ ਨਾउन ਦੇ ਨਾਲ ਤੁਸੀਂ ਐਲਵਾਈ ਹੈ ਜਿਹੜਾ ਉਹ ਯੂਜ਼ ਕਰਦੇ ਹੋ। ਲਾਸਟ ਜਿਹੜਾ ਆਪਾਂ ਡਿਸਕਸ ਕੀਤਾ ਸੀ ਯੂਜ਼ ਆਫ ਇਨਫ, ਇਨਫ ਦਾ ਯੂਜ਼ ਦੋ ਤਰੀਕੇ ਨਾਲ ਕੀਤਾ ਜਾਂਦਾ ਐਜ਼ ਐਨ ਐਡਵਰਬ ਔਰ ਐਜ਼ ਐਨ ਐਡਜੈਕਟਿਵ। ਜੇ ਐਡਵਰਬ ਫਾਰਮ ਲਈ ਯੂਜ਼ ਕੀਤਾ ਜਾ ਰਿਹਾ ਇਟ ਮੀਨਸ ਉਹ ਕੀ ਹੋਏਗਾ ਤੁਹਾਡੇ ਕੋਲੇ ਐਡਜੈਕਟਿਵ ਤੋਂ ਬਾਅਦ ਯੂਜ਼ ਹੋਏਗਾ। ਪਹਿਲਾਂ ਐਡਜੈਕਟਿਵ ਵਰਡ ਆਏਗਾ, ਇਸ ਤੋਂ ਬਾਅਦ ਤੁਸੀਂ ਇਨਫ ਯੂਜ਼ ਕਰੋਗੇ ਜਿਵੇਂ ਆਪਾਂ ਗੁੱਡ ਇਨਫ ਕੀਤਾ। ਸਿਮਿਲਰਲੀ ਜੇ ਤੁਹਾਡੇ ਕੋਲੇ ਕੋਈ ਐਡਜੈਕਟਿਵ ਦੇ ਫਾਰਮ ਲਈ ਇਨਫ ਵਰਡ ਯੂਜ਼ ਕੀਤਾ ਜਾ ਰਿਹਾ ਤਾਂ ਨਾउन ਤੋਂ ਪਹਿਲਾਂ ਆਏਗਾ। ਜਿਵੇਂ ਆਪਾਂ ਇਨਫ ਸ਼ੂਗਰ ਕੀਤਾ, ਇਨਫ ਆਪਣੇ ਕੋਲੇ ਕੋਈ ਵੀ ਵਰਡ ਹੈ ਇਸ ਤੋਂ ਬਾਅਦ ਜਿਹੜਾ ਯੂਜ਼ ਕੀਤਾ ਜਾ ਰਿਹਾ ਨਾउन ਹੈ। ਤੇ ਜਿਵੇਂ ਆਪਾਂ ਇਨਫ ਸ਼ੂਗਰ ਕੀਤਾ, ਇਨਫ ਸਟਰੈਂਥ ਕੀਤਾ, ਇਨਫ ਕਲੈਰਿਟੀ ਕੀਤਾ, ਉਹ ਸਾਰੇ ਕਿਸੇ ਤੁਹਾਡੇ ਕੋਲੇ ਐਡਜੈਕਟਿਵ ਫਾਰਮ ਲਈ ਯੂਜ਼ ਕੀਤੇ ਜਾ ਰਹੇ ਸੀ। ਇਧਰ ਆਪਾਂ ਜਿਵੇਂ ਡਿਸਕਸ ਕੀਤਾ ਸੀ ਕਿ ਸਵੀਟ ਇਨਫ, ਸਟਰੋਂਗ ਇਨਫ, ਕਲੀਅਰ ਇਨਫ, ਤਾਂ ਇਹ ਸਾਰੇ ਕੀ ਤੁਹਾਡੇ ਕੋਲ ਐਡਵਰਬ ਫਾਰਮ ਲਈ ਯੂਜ਼ ਕੀਤੇ ਜਾਂਦੇ ਸੀ। ਤਾਂ ਇਨਫ ਦਾ ਯੂਜ਼ ਦੋ ਤਰੀਕੇ ਨਾਲ ਐਡਵਰਬ ਐਡਜੈਕਟਿਵ, ਐਡਵਰਬ ਹੈ ਤਾਂ ਆਫਟਰ ਐਡਜੈਕਟਿਵ ਯੂਜ਼ ਕੀਤਾ ਜਾਏਗਾ, ਤੇ ਐਡਜੈਕਟਿਵ ਹੈ ਤਾਂ ਬਿਫੋਰ ਹੈ ਨਾउन ਤੁਸੀਂ ਇਹਦਾ ਯੂਜ਼ ਹੈ ਜਿਹੜਾ ਉਹ ਕਰੋਗੇ। ਤੇ ਇਹਦੇ ਨਾਲ ਰਿਲੇਟਡ ਆਪਾਂ ਕੁਐਸਚਨ ਹੈ ਜਿਹੜਾ ਵੀ ਡਿਸਕਸ ਕਰ ਚੁੱਕੇ ਹਾਂ। ਤਾਂ ਇਹ ਸੀ ਜਿਹੜੇ ਅੱਜ ਦੇ ਆਪਾਂ ਕਨਸੈਪਟ ਡਿਸਕਸ ਕੀਤੇ ਆ। ਐਡਜੈਕਟਿਵ ਦੇ ਜਿੰਨੇ ਵੀ ਟੌਪਿਕ ਆਪਾਂ ਕੀਤੇ ਆ ਮੋਸਟ ਇੰਪੋਰਟੈਂਟ ਨੇ, ਆਈ ਹੋਪ ਤੁਹਾਨੂੰ ਸਮਝ ਆ ਗਏ ਹੋਣਗੇ। ਤਾਂ ਇਹਨਾਂ ਨੂੰ ਜਿਹੜਾ ਪ੍ਰੈਕਟਿਸ ਆ ਤੁਸੀਂ ਕਰਕੇ ਦੇਖ ਲੈਣਾ। ਜਿੰਨੇ ਕਨਸੈਪਟ ਕੀਤੇ ਆ ਟਰਾਈ ਕਰੋ, ਇਹਨਾਂ ਦੇ ਵੱਧ ਤੋਂ ਵੱਧ ਜਿਹੜੇ ਕੁਐਸਚਨ ਆ ਤੁਸੀਂ ਪ੍ਰੈਕਟਿਸ ਕਰਨੀ ਹੈ ਤਾਂ ਜੋ ਤੁਹਾਡੇ ਪੇਪਰ ਦੇ ਰਿਗਾਰਡਿੰਗ ਕੋਈ ਵੀ ਡਾਊਟ ਜਿਹੜਾ ਨਾ ਰਹੇ ਤਾਂ ਤੁਹਾਡਾ ਐਡਜੈਕਟਿਵ ਕੁਐਸਚਨ ਆਉਂਦਾ ਉਹ ਚੰਗੀ ਤਰ੍ਹਾਂ ਤੁਸੀਂ ਕਰ ਸਕੋ। ਸੋ ਇਹਦੇ ਨਾਲ ਹੀ ਆਪਾਂ ਕਲਾਸ ਐਂਡ ਕਰਦੇ ਹਾਂ। ਥੈਂਕ ਯੂ। ਤੇ ਜਿਨ੍ਹਾਂ ਵੀ ਸਟੂਡੈਂਟਸ ਨੇ ਕਲਾਸ ਨੂੰ ਲਾਈਕ ਸ਼ੇਅਰ ਜਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਹ ਵਾਲਾ ਕੰਮ ਹੈ ਜਿਹੜਾ ਤੁਸੀਂ ਕਰ ਲੈਣਾ।
ਹਾਂਜੀ, ਤਾਂ ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ।